सतनाम वाहिगुरु साहिब जी। श्री नानक अंगद गुरु अमरदास पद बंद। रामदास अर्जन गुरु बार श्री हर गोबिंद। हर राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है मानक भगत राग। श्री गुरु ग्रंथ साहिब उदित बंधों पर अनुराग। श्री गुरु शब्द कमाए जना जीते पंच विकार। तीन संतन को बंदना सिरजनन परतार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। गोज बात न किनु जानी। तेरे समीप मौनता ठानी। गोज बात न किनु जानी। तेरे समीप मौनता ठानी। वाहिगुरु जी का खालसा वाहिगुरु जी की फतेह। पतित पावन भगत वत्सल कृपा निदान जुगो जुग अटल। प्रगट गुरां की देह प्रताख हर। धन धन सतगुरु श्री गुरु ग्रंथ साहिब महाराज जी दे परम पवित्र हजूरी दे अंदर शहीद सतगुरु देख तेग दे तने बंदगी स्वरूप धर्म रखे। धन धन श्री गुरु तेग बहादुर साहिब महाराज जी दे पावन तप अस्थान गुरुद्वारा श्री भोरा साहिब जी विखे महाराज दे इतिहासक अस्थानां ते दर्शन दीदारे कर रहे। गुरु साहिब जी दे पवित्र अस्थानां दी यात्रा करके हाजरी भर रहे गुरु प्यारी खालसा साध संगत जी। सतगुरां ने तरस कीता है जो पिछले पहर के दीवाना दे विच हाजरी भरन दा आपां नूं समां बख्शिया है। चल रहे लड़ीवार गुर इतिहास कथा विचार धन धन श्री गुरु हरराय साहिब महाराज जी के जीवन दीयां साखियां सुन रहे हैं। पिछले समय आप जी ने प्रसंग श्रवण किया है। एक दिन गुरु हरगोबिंद साहिब वाहिगुरु गुरु हरराय साहिब जी शिकार खेडण वास्ते गए। की वेखदे आ भी एक अजगर जाति का सप बहुत लम्मा ते मोटा हज़ारां लखां कीड़ियां उन्हों नोच नोच के खा रही ने। शरीर दे विच जख्म कीते तड़फ रहा है। कदी पूछ मारदा है पटका के, कदी फन मारदा है, कदी लेटा मारदा, कदी उत्ते कदी थल्ले, पर जान सौखी नहीं हो रही। गुरु हरराय साहिब जी ने उधार करन हित चंद्रमा अर्ध चंद्रमा आकार दा तीर कमान दे विचों कढ़ के मारिया। सप दा सिर धड़ दे नालों अलग कीता।
ਮਰਨੇ ਕਰਕੇ ਕੀੜੀਆਂ ਦੇ ਕੱਟਣ ਦਾ ਦੁੱਖ ਜਾਂਦਾ ਰਿਹਾ। ਗੁਰੂ ਸਾਹਿਬ ਜੀ ਦਾ ਤੀਰ ਲੱਗਣ ਕਰਕੇ ਮੁਕਤੀ ਹੋ ਗਈ। ਸਿੱਖਾਂ ਪੁੱਛਿਆ, ਮਹਾਰਾਜ ਕੌਣ ਸੀ ਇਹ, ਮੁਕਤ ਕਿਵੇਂ ਹੋਇਆ? ਸਤਿਗੁਰਾਂ ਦੱਸਿਆ ਸੀ ਬੜਾ ਵੱਡਾ ਪੰਡਿਤ ਸੀ ਇਹ, ਵੇਦਾਂਤੀ ਕਹਿ ਲਓ, ਵੇਦਾਂਤ ਦੇ ਗ੍ਰੰਥ ਪੜ੍ਹੇ ਸਨ, ਆਪਣੇ ਆਪ ਨੂੰ ਰੱਬ ਹੀ ਮੰਨਦਾ ਸੀ। ਸੇਵਾ ਸਿਮਰਨ ਕਮਾਈ ਕੋਈ ਨਹੀਂ, ਸਾਧੂਆਂ ਦੀ ਸੰਗਤ ਕੋਈ ਨਹੀਂ, ਗੁਰਮੁਖਾਂ ਨੂੰ ਕਦੀ ਨਮਸਕਾਰ ਨਹੀਂ ਕੀਤੀ, ਲੰਗਰ ਪਾਣੀ ਨਹੀਂ ਛਕਾਇਆ। ਜਾਣਦਾ ਸੀ ਵੀ ਮੈਂ ਵੱਡਾ ਹਾਂ, ਵੀ ਮੈਂ ਕਿਸੇ ਤੋਂ ਘੱਟ ਹਾਂ, ਵੀ ਪੜ੍ਹਿਆ ਲਿਖਿਆ ਆ, ਮੈਂ ਸਾਧੂਆਂ ਜਿਹਾਂ ਦੇ ਅੱਗੇ ਕਿਉਂ ਝੁਕਾਂ। ਇਸੇ ਹੰਕਾਰ ਚ ਰਿਹਾ। ਬਥੇਰੇ ਸਿੱਖ ਸੇਵਕ ਬਣਾ ਲਏ, ਪੈਸਾ ਉਹਨਾਂ ਦਾ ਲੈ ਕੇ ਮਹਾਰਾਜ ਜੀ ਕਹਿੰਦੇ ਬਹੁਤਾ ਇਕੱਠਾ ਕਰ ਲਿਆ, ਪਰ ਕਮਾਈ ਨਾ ਹੋਣ ਕਰਕੇ ਨਾ ਆਪ ਤਰ ਸਕਿਆ, ਨਾ ਚੇਲੇ ਚਾਪੜੇ ਤਾਰ ਸਕਿਆ, ਇੱਦਾਂ ਹੀ ਮਰ ਗਿਆ। ਇਹ ਸੱਪ ਬਣ ਗਿਆ ਤੇ ਜਿਹੜੇ ਕੱਟ ਰਹੇ ਸਨ ਕੀੜੀਆਂ ਬਣ ਕੇ ਉਹ ਸਾਰੇ ਚੇਲੇ ਸਨ। ਤੇ ਇਸ ਤਰ੍ਹਾਂ ਸਤਿਗੁਰਾਂ ਨੇ ਦੱਸਿਆ ਵੀ ਇਕੱਲੀ ਪੜ੍ਹਾਈ ਨਾਲੇ ਵੇਦਾਂਤ ਦੇ ਗ੍ਰੰਥਾਂ ਦਾ ਗਿਆਨ ਇਹ ਮੁਕਤੀ ਨਹੀਂ, ਮੁਕਤੀ ਦਿੰਦੀ ਹੈ ਵਾਹਿਗੁਰੂ ਦੀ ਪ੍ਰੇਮਾ ਭਗਤੀ, ਜੋ ਇਹ ਪੰਡਿਤ ਨਹੀਂ ਸੀ ਕਰਦਾ। ਇਵੇਂ ਅਜਗਰ ਸੱਪ ਦੀ ਕਲਿਆਣ ਕਰਕੇ ਸਿੱਖਾਂ ਨੂੰ ਇਹ ਸਮਝਾਇਆ ਵੀ ਪ੍ਰੇਮਾ ਭਗਤੀ ਕਰਿਆ ਕਰੋ ਤੇ ਪੂਜਾ ਦਾ ਧਾਨ ਨਹੀਂ ਖਾਣਾ। ਸੇਵਾ ਸਿਮਰਨ ਤੋਂ ਬਗੈਰ, ਮਹਾਰਾਜ ਸਾਹਿਬ ਜੀ ਦਾ ਆਸਰਾ ਲਏ ਤੋਂ ਬਗੈਰ ਇੱਕ ਇੱਕ ਦਾਣਾ ਜਿਹੜਾ ਹੈ ਜ਼ਹਿਰ ਹੈ। ਜੇ ਸੇਵਾ ਸਿਮਰਨ ਕਰਾਂਗੇ ਫਿਰ ਅੰਮ੍ਰਿਤ ਹੈ, ਫਿਰ ਉਹੀ ਅੰਨ ਅੰਮ੍ਰਿਤ ਬਣ ਕੇ ਲੱਗਦਾ ਹੈ ਜੇ ਸੇਵਾ ਕਰਾਂਗੇ, ਸਿਮਰਨ ਕਰਾਂਗੇ ਗੁਰੂ ਘਰ। ਜੇ ਸੇਵਾ ਸਿਮਰਨ ਤੋਂ ਬਗੈਰ ਨਿਤ ਖਾਵਾਂਗੇ ਉਹੀ ਦਾਣਾ ਦਾਣਾ ਜ਼ਹਿਰ ਹੈ। ਫਿਰ ਇਸੇ ਤਰ੍ਹਾਂ ਇੱਕ ਦਿਨ ਭਾਈ ਗੋਂਦਾ ਮਹਾਰਾਜ ਸਾਹਿਬ ਦੇ ਹਜ਼ੂਰ ਬੈਠਾ ਸੀ। ਇਹ ਸਿੱਖ ਦਾ ਨੇਮ ਹੈ ਵੀ ਸਮਾਧੀ ਲਾ ਕੇ ਗੁਰੂ ਦੇ ਦਰਸ਼ਨ ਕਰਦਾ। ਇਹਦੀ ਸੇਵਾ ਵੇਖ ਕੇ ਸਤਿਗੁਰਾਂ ਕਿਹਾ, ਜਾ ਭਾਈ ਤੂੰ ਕਾਬਲ ਵਿੱਚ ਜਾ, ਉੱਥੇ ਸਿੱਖੀ ਦਾ ਪ੍ਰਚਾਰ ਕਰ। ਉਧਰ ਦੀ ਸੰਗਤ ਜੋ ਵੀ ਗੁਰੂ ਘਰ ਦਾ ਦਸਵੰਧ ਇਕੱਠਾ ਦਿੰਦੀ ਹੈ ਉਹ ਇਕੱਠਾ ਕਰਕੇ ਰੱਖ ਆਪਣੇ ਕੋਲ, ਲੰਗਰ ਲਾ, ਧਰਮਸ਼ਾਲਾ ਬਣਾ, ਕੋਈ ਸਾਧੂ ਆਵੇ, ਕੋਈ ਗਰੀਬ ਆਵੇ, ਕੋਈ ਗੁਰੂ ਦਾ ਸਿੱਖ ਆਵੇ, ਉਹਨਾਂ ਨੂੰ ਭੋਜਨ ਛਕਾ ਤਰ੍ਹਾਂ ਤਰ੍ਹਾਂ ਦੇ ਬਣਾ ਕੇ। ਫਿਰ ਇਸ ਤੋਂ ਬਾਅਦ ਜੋ ਮਾਇਆ ਵੱਧ ਜਾਵੇ ਉਹ ਇੱਥੇ ਸ੍ਰੀ ਕੀਰਤਪੁਰ ਸਾਹਿਬ ਸਾਨੂੰ ਭੇਜ ਦੇਣੀ ਹੈ। ਗੁਰਾਂ ਦੀ ਆਗਿਆ ਮੰਨ ਕੇ ਭਾਈ ਗੋਂਦਾ ਗਿਆ ਕਾਬਲ ਦੇ ਵਿੱਚ, ਵਲਾਇਤ ਦੇਸ਼। ਪ੍ਰੇਮ ਦੇ ਨਾਲ ਸੇਵਾ ਕਰਦਾ ਹੈ, ਲੰਗਰ ਚਲਾ ਦਿੱਤੇ, ਹਰ ਇੱਕ ਨੂੰ ਛਕਾਉਂਦਾ ਹੈ। ਅਤੇ ਜੋ ਵੀ ਲੰਗਰ ਦੇ ਵਿੱਚ ਸਾਧ ਸੰਗਤ ਦਾ ਦਸਵੰਧ ਲੇਖੇ ਵਿੱਚ ਲੱਗ ਰਿਹਾ, ਗੁਰੂ ਘਰ ਪ੍ਰਵਾਨ ਪੈ ਰਿਹਾ ਹੈ। ਫਿਰ ਧਰਮਸ਼ਾਲਾ ਤਿਆਰ ਕਰਤੀ ਅਤੇ ਵਾਧੀ ਮਾਇਆ ਜਿਹੜੀ ਆ ਸ੍ਰੀ ਕੀਰਤਪੁਰ ਸਾਹਿਬ ਭੇਜ ਦਿੰਦਾ ਹੈ। ਸਮਾਧੀ ਰੋਜ਼ ਮਹਾਰਾਜ ਸਾਹਿਬ ਜੀ ਦੇ ਸਰੂਪ ਦਾ ਧਿਆਨ ਧਾਰ ਕੇ ਲਾਉਂਦਾ। ਇੱਕ ਦਿਨ ਸਮਾਧੀ ਲਾਈ ਇਸ਼ਨਾਨ ਕਰਕੇ, ਪਹਿਲਾਂ ਜਪ ਸਾਹਿਬ ਦਾ ਪਾਠ ਕੀਤਾ, ਚੌਂਕੜਾ ਮਾਰਿਆ, ਧਿਆਨ 'ਚ ਮਗਨ ਹੋਇਆ ਕਿ ਵੇਖਦਾ ਵੀ ਗੁਰੂ ਹਰਿ ਸਾਹਿਬ ਜੀ ਦੇ ਮੈਂ ਚਰਨ ਫੜੇ ਨੇ। ਧਿਆਨ ਦੁਆਰਾ ਸਤਵੇਂ ਪਾਤਸ਼ਾਹ ਦੇ ਚਰਨ ਆਪਣੇ ਹੱਥਾਂ ਨਾਲ ਘੁੱਟ ਕੇ ਫੜ ਲਏ। ਦੇਸ਼ ਕਾਲ ਵਸਤੂ ਦੀ ਸੁੱਧ ਭੁੱਲ ਗਈ, ਇੰਦਰੀਆਂ ਦਾ ਗਿਆਨ ਕੋਈ ਨਾ ਰਿਹਾ, ਮਹਾਰਾਜ ਦੇ ਸਰੂਪ ਵਿੱਚ ਲੀਨ ਹੋ ਗਿਆ। ਉਧਰ ਗੁਰੂ ਹਰਿ ਸਾਹਿਬ ਜੀ ਤਖਤ 'ਤੇ ਬੈਠੇ ਸਨ। ਸਤਿਗੁਰੂ ਵੀ ਭਾਵਨਾ ਪੂਰੀ ਕਰਨ ਵਾਲੇ ਆਪਣੇ ਚਰਨ ਇਕੱਠੇ ਜੇ ਕਰਕੇ ਮਹਾਰਾਜ ਜੀ ਬੈਠ ਗਏ। ਚਰਨ ਹਿਲਾਉਂਦੇ ਨਹੀਂ ਹਨ। ਸਤਿਗੁਰੂ ਇੱਕ ਥਾਂ 'ਤੇ ਅਡੋਲ ਬੈਠੇ ਨੇ, ਹਿਲਦੇ ਨਹੀਂ ਹੈ। 2 ਪਹਿਰ ਦਿਨ ਚੜ੍ਹ ਗਿਆ, ਦੀਵਾਨ ਵਿੱਚ ਬੈਠਿਆਂ ਨੂੰ ਹੀ ਸਿੱਖ ਵੇਖੀ ਜਾ ਰਹੇ ਨੇ ਵੀ ਮਹਾਰਾਜ ਅੱਜ ਕਰਦੇ ਕੀ ਹੈ। ਕੀਰਤਨ ਵੀ ਸਮਾਪਤ ਹੋ ਗਿਆ, ਸਭ ਦੀਵਾਨ ਦੇ ਵਿੱਚ ਫਤਿਹ ਬੁਲਾ ਦਿੱਤੀ ਗਈ ਹੈ, ਪਰ ਦੁਪਹਿਰਾਂ ਤੀਕਰ ਵੀ ਸਤਿਗੁਰੂ ਤਖਤ ਤੋਂ ਨਹੀਂ ਹਿੱਲੇ। ਇੱਥੋਂ ਤੀਕਰ ਕਥਾ ਆਪਾਂ ਸੁਣੀ ਹੈ। ਇਹ ਤੋਂ ਅੱਗੇ ਜਿਵੇਂ ਪ੍ਰੇਮ ਦੀ ਕਥਾ ਆ ਰਹੀ ਹੈ, ਇਹ ਸਰਵਣ ਕਰਨ ਤੋਂ ਪਹਿਲਾਂ ਰਸਨਾ ਕਰੀਏ ਪਵਿੱਤਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਿ ਸਾਹਿਬ ਜੀ ਦੇ ਚਰਨ ਕਮਲਾਂ ਦਾ ਲਓ ਆਸਰਾ। ਸਾਰੀ ਸੰਗਤ ਹੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਜ ਬਾਤ ਨ ਕਿਨੂ ਜਾਨੀ। ਸਾਧ ਸੰਗਤ ਜੀ, ਇਸ ਪ੍ਰਕਾਰ ਦੇ ਨਾਲ ਕਾਬਲ ਦੇ ਵਿੱਚ ਭਾਈ ਗੋਂਦਾ ਸਮਾਧੀ ਲਾ ਕੇ ਬੈਠਾ ਏ ਤੇ ਇੱਧਰ ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਖਤ ਤੇ ਇੱਕ ਥਾਂ ਤੇ ਹਿੱਲਣ ਤੋਂ ਰਹਿਤ ਹੋ ਕੇ ਬਿਰਾਜਮਾਨ ਹੋ ਰਹੇ ਨੇ।
ਤੇ ਦੁਪਹਿਰਾਂ ਦਾ ਸਮਾਂ ਹੋ ਗਿਆ, 2 ਪਹਿਰ ਗੁਜ਼ਰ ਗਏ, ਭਾਵ 6 ਘੰਟੇ ਇੱਦਾਂ ਹੀ ਮਹਾਰਾਜ ਨੂੰ ਤਖਤ ਤੇ ਬਿਰਾਜਮਾਨ ਹੋਇਆ ਹੀ ਬਤੀਤ ਹੋ ਗਏ। ਦੀਵਾਨ ਦੀ ਸਮਾਪਤੀ ਤੋਂ ਬਾਅਦ ਵੀ ਤੇ ਸਾਰੇ ਸਿੱਖ ਵੇਖ ਰਹੇ ਆ ਵੀ ਅੱਜ ਗੱਲ ਕੀ ਬਣੀ ਹੈ, ਕਿਉਂਕਿ ਗੁਪਤ ਗੱਲ ਜਿਹੜੀ ਹੈ ਨਾ ਅੰਦਰ ਦੀ ਗੋਹਜ ਗੱਲ, ਉਹ ਕਿਸੇ ਨੂੰ ਨਹੀਂ ਪਤਾ। ਤੇਰੇ ਸਮੀਪ ਮੌਨਤਾ ਠਾਨੀ, ਸਾਰੇ ਹੀ ਸਿੱਖ ਮਹਾਰਾਜ ਦੇ ਹਜ਼ੂਰ ਹੀ ਟਿਕੇ ਹੋਏ ਨੇ। ਸਤਿਗੁਰਾਂ ਦਾ ਭੈ ਹੈ, ਅਦਬ ਇਸ ਕਰਕੇ ਚੁੱਪ ਕਰਕੇ ਬੈਠੇ ਸੋਚੀ ਜਾ ਰਹੇ ਨੇ। ਤਿਆਰ ਹਾਰ ਅਨੇਕ ਪ੍ਰਕਾਰੇ, ਤੇ ਅਨੇਕਾਂ ਹੀ ਤਰ੍ਹਾਂ ਦੇ ਭੋਜਨ ਗੁਰੂ ਕੇ ਲੰਗਰ ਵਿੱਚ ਤਿਆਰ ਹੋਏ ਸਨ ਸਤਿਗੁਰਾਂ ਤੇ ਸਿੱਖ ਸੰਗਤ ਦੇ ਛਕਣ ਵਾਸਤੇ। ਆਨ ਰਸੋਈਆ ਕਰੋ ਅਗਾਰੇ, ਜਦੋਂ 2 ਪਹਿਰ ਦਾ ਸਮਾਂ ਲੰਘ ਗਿਆ ਤੇ ਲਾਂਗਰੀ ਸਿੱਖ ਆ ਕੇ ਮਹਾਰਾਜ ਦੇ ਸਾਹਮਣੇ ਖਲੋ ਗਿਆ, ਦੋਵੇਂ ਹੱਥ ਜੋੜ ਕੇ। ਹੱਥ ਜੋੜ ਅਰਦਾਸ ਬਖਾਨੀ, ਹੱਥ ਜੋੜ ਕੇ ਲਾਂਗਰੀ ਸਿੱਖ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ ਵੀ ਹੇ ਸੱਚੇ ਪਾਤਸ਼ਾਹ, ਗੁਰ ਮਹਾਰਾਜ ਨਾ ਬੋਲੇ ਬਾਣੀ, ਸਤਿਗੁਰੂ ਜੀ ਭੋਜਨ ਤਿਆਰ ਹੈ, ਲੰਗਰ ਦੇ ਵਿੱਚ ਆਪ ਜੀ ਚਲੋ ਛਕੋ ਤਾਂ ਜੋ ਮਗਰੋਂ ਸਿੱਖ ਸੰਗਤਾਂ ਵੀ ਛਕਣ। ਸਿੱਖ ਨੇ ਜਦੋਂ ਬੇਨਤੀ ਕੀਤੀ, ਇਹਦੀ ਬੇਨਤੀ ਸੁਣ ਕੇ ਗੁਰੂ ਹਰਿ ਸਾਹਿਬ ਜੀ ਮੁਖੋਂ ਕੁਝ ਨਾ ਬੋਲੇ ਅੱਗੋਂ। ਸੁਭਾਏ ਕੋ ਬਿਸਮੈ ਹੋਏ, ਮਹਾਰਾਜ ਦਾ ਸੁਭਾਅ ਵੇਖ ਕੇ ਹੈਰਾਨ ਜਿਹੇ ਹੋ ਗਏ ਵੀ ਇਦਾਂ ਤੇ ਨਹੀਂ ਸਤਿਗੁਰੂ ਸਾਹਿਬ ਜੀ ਨੇ ਕਦੀ ਕੀਤੀ ਵੀ ਜਦੋਂ ਬੇਨਤੀ ਕਰੀਏ ਤੇ ਉਸੇ ਵੇਲੇ ਤਖਤ ਤੋਂ ਉੱਠ ਕੇ ਮਹਾਰਾਜ ਲੰਗਰ ਨੂੰ ਤੁਰ ਪੈਂਦੇ ਆ। ਅੱਜ ਦੁਪਹਿਰਾਂ ਦਾ ਸਮਾਂ ਆ ਗਿਆ, ਹੁਣ ਦੁਪਹਿਰਾਂ ਵੀ ਢਲਣ ਵੱਲ ਨੂੰ ਤੁਰ ਪਈਆਂ ਨੇ। ਬੇਨਤੀ ਕੀਤੀ ਹੈ, ਨਾ ਸਤਿਗੁਰੂ ਤਖਤ ਤੋਂ ਉੱਠੇ ਨੇ ਤੇ ਨਾ ਹੀ ਅਰਦਾਸ ਸੁਣ ਕੇ ਕੋਈ ਅੱਗੋਂ ਉੱਤਰ ਦਿੱਤਾ ਹੈ, ਜਵਾਬ ਵੀ ਨਹੀਂ ਮਹਾਰਾਜ ਕੋਈ ਦੇ ਰਹੇ। ਵੇਖ ਕੇ ਹੈਰਾਨ ਹੋ ਗਿਆ ਸਿੱਖ। ਸਤਿਗੁਰ ਕਿਸ ਕੀ ਦਿਸ ਨ ਜੋਏ, ਐਨੇ ਮਹਾਰਾਜ ਟਿਕਾ ਵਿੱਚ ਬੈਠੇ ਨੇ ਵੀ ਗੁਰੂ ਹਰਿ ਸਾਹਿਬ ਜੀ ਕਿਸੇ ਸਿੱਖ ਸੇਵਕ ਸੰਗਤ ਵੱਲ ਵੇਖ ਹੀ ਨਹੀਂ ਰਹੇ। ਮਹਾਰਾਜ ਸਾਹਿਬ ਵੀ ਮਾਨੋ ਜਿਵੇਂ ਅੰਤਰ ਧਿਆਨ ਹੀ ਹੋਏ ਹਨ। ਲੀਲਾ ਮਹਾ ਪ੍ਰੇਮ ਕੀ ਸੁਆਮੀ, ਕਿਉਂਕਿ ਸੁਆਮੀ ਸਤਿਗੁਰੂ ਜੀ ਜੋ ਬਹੁਤ ਹੀ ਪ੍ਰੇਮ ਵਾਲੀ ਲੀਲਾ ਹੈ ਨਾ, ਖੇਡ ਹੈ ਉਸ ਦੇ ਅੰਦਰ। ਕੌਣ ਲਖੈ ਬਿਨ ਅੰਤਰ ਜਾਮੀ, ਜੋ ਪ੍ਰੇਮ ਪਿਆਰ ਦੀ ਮਹਾਰਾਜ ਸਾਹਿਬ ਜੀ ਖੇਡ ਕਰ ਰਹੇ ਨੇ, ਬਿਨਾਂ ਕੋਈ ਅੰਦਰ ਦੀ ਜਾਣਨ ਤੋਂ ਬਗੈਰ ਕਿਵੇਂ ਜਾਣ ਸਕਦਾ। ਹੁਣ ਸਿੱਖ ਤਾਂ ਹੈਰਾਨ ਹੋਣਗੇ ਹੀ, ਕਿਉਂਕਿ ਜੋ ਗੁਰੂ ਸਾਹਿਬ ਜੀ ਦੀ ਅੰਦਰ ਦੀ ਖੇਡ ਹੋ ਰਹੀ ਹੈ, ਉਧਰ ਜਿਵੇਂ ਭਾਈ ਗੋਂਦੇ ਦਾ ਪ੍ਰੇਮ ਹੈ, ਇੱਧਰ ਗੁਰੂ ਸਾਹਿਬ ਜਿਵੇਂ ਦੁਆਲਾ ਪ੍ਰੇਮ ਵਿਖਾ ਰਹੇ ਨੇ। ਇਹ ਕਹਿੰਦੇ ਅੰਦਰ ਦੀ ਜਾਣਨ ਤੋਂ ਬਗੈਰ ਕੋਈ ਸਿੱਖ ਕਿਵੇਂ ਹੁਣ ਬੁੱਝੇ ਵੀ ਕਿਉਂ ਸਤਿਗੁਰੂ ਬੈਠੇ ਹਨ। ਦੋਏ ਘਟਕਾ ਬਿਤ ਗਏ ਪਛਾਰੀ, ਫਿਰ 2 ਜਾਮ ਪਹਿਲਾਂ ਬਤੀਤ ਹੋਏ ਜਦੋਂ ਬੇਨਤੀ ਕੀਤੀ, ਜਦੋਂ 2 ਘੜੀਆਂ ਹੋਰ ਦੁਪਹਿਰ ਤੋਂ ਬਾਅਦ ਬਤੀਤ ਹੋ ਗਈਆਂ, 2 ਘੜੀਆਂ ਬੀਤ ਜਾਣ ਪਿੱਛੋਂ ਸੇਵਕ ਅਰਦਾਸ ਉਚਾਰੀ, ਉਹ ਲਾਂਗਰੀ ਸਿੱਖ ਨੇ ਫੇਰ ਆ ਕੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ। ਸਤਿਗੁਰ ਨਹੀਂ ਗਇਓ ਕਛ ਫੇਰ, ਦੂਸਰੀ ਵਾਰ ਫੇਰ ਅਰਦਾਸ ਕਰਨ ਤੇ ਗੁਰੂ ਹਰਿ ਸਾਹਿਬ ਜੀ ਨੇ ਕੋਈ ਉੱਤਰ ਨਹੀਂ ਦਿੱਤਾ। ਮਹਾਰਾਜ ਗੁਪਤੀ ਰਹੇ, ਮੌਨ ਹੀ ਧਾਰਨ ਕਰ ਰੱਖਿਆ। ਬੈਠ ਰਹੇ ਸਭ ਬਿਸਮ ਵਡੇਰੇ, ਤੇ ਮਹਾਰਾਜ ਸਾਹਿਬ ਜੀ ਦੀ ਇਹ ਖੇਡ ਵੇਖ ਕੇ ਸਭ ਸੰਗਤ ਬੈਠ ਵੀ ਰਹੀ ਹੈ, ਅੰਦਰ ਕਾਹਲੀ ਵੀ ਪੈਂਦੀ ਹੈ ਹੁਣ ਜਾਈਏ ਵੀ ਸਮਾਂ ਬੜਾ ਹੋ ਗਿਆ, ਪਰ ਗੁਰੂ ਤੋਂ ਡਰਦੇ ਵੀ ਸਾਰੇ ਨੇ, ਅਦਬ ਵੀ ਹੈ ਮਹਾਰਾਜ ਦਾ। ਤੇ ਸਤਿਗੁਰਾਂ ਦੇ ਅੱਗੇ ਬੈਠੇ ਹੋਏ ਹੈਰਾਨ ਹੋਈ ਜਾ ਰਹੇ ਨੇ ਵੀ ਇਹ ਸਤਿਗੁਰੂ ਅੱਜ ਕੀ ਕੌਤਕ ਕਰ ਰਹੇ ਹਨ। ਸਤਰ ਘਟੀ ਬੀਤੇ ਪੁੰਨ ਦਾਸ, ਫਿਰ 4 ਘੜੀਆਂ ਦੁਬਾਰਾ ਜਦੋਂ ਬਤੀਤ ਹੋ ਗਈਆਂ ਤੇ ਫਿਰ ਦਾਸ ਲਾਂਗਰੀ ਸਿੱਖ ਗੁਰਾਂ ਦੇ ਸਨਮੁਖ ਆਇਆ। ਹੱਥ ਜੋੜ ਕੀਨਸ ਅਰਦਾਸ, ਹੱਥ ਜੋੜ ਕੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ। ਸਿੰਧ ਅੰਨ ਸਭ ਸੀਤਲ ਪਇਓ, ਮਹਾਰਾਜ ਜੋ ਸਵੇਰ ਦਾ ਹੀ ਭੋਜਨ ਤਿਆਰ ਕੀਤਾ ਹੈ ਅਨੇਕਾਂ ਪ੍ਰਕਾਰ ਦਾ, ਤੇ ਸਤਿਗੁਰੂ ਜੀ ਉਹ ਭੋਜਨ ਭੋਗ ਲਾਇਆ ਨਹੀਂ, ਹਾਲਾਂ ਆਪ ਨੇ ਸੰਗਤ ਨੇ ਵੀ ਨਹੀਂ ਛਕਿਆ। ਸਾਰਾ ਭੋਜਨ ਤਿਆਰ ਕੀਤਾ, ਠੰਡਾ ਹੋ ਗਿਆ ਏ। ਰਾਵਰ ਬਿਨ ਕਿਨੂ ਨ ਕਹੋ, ਤੇ ਆਪ ਜੀ ਦੇ ਭੋਗ ਲਾਏ ਤੋਂ ਬਗੈਰ ਕਿਸੇ ਨੇ ਵੀ ਨਹੀਂ ਅੱਜ ਮਹਾਰਾਜ ਕੀਰਤਪੁਰ ਸਾਹਿਬ ਦੇ ਸਿੱਖਾਂ ਨੇ ਭੋਜਨ ਛਕਿਆ। ਸਭ ਤੁਹਾਡੇ ਵੱਲ ਵੇਖ ਰਹੇ ਹਨ। ਮੈਂ ਆਪ
ਹੋਏ ਸੋ ਕਰੇ। ਬਾਕੀ ਜਿਵੇਂ ਮਹਾਰਾਜ ਤੁਹਾਡਾ ਹੁਕਮ ਹੋਵੇ ਉਵੇਂ ਹੀ ਕਰਾਂਗੇ, ਕਿਉਂਕਿ ਭੋਜਨ ਠੰਡਾ ਹੋ ਗਿਆ ਏ, ਕਿਸੇ ਨੇ ਛਕਿਆ ਨਹੀਂ ਹੈ ਤੁਹਾਡੇ ਬਾਝੋਂ। ਵਰਤੈ ਦੇਗ ਕਦੋਂ ਇਮ ਧਰੈ। ਤੇ ਆਪ ਜੀ ਆਗਿਆ ਦਿਓ ਵੀ ਸਤਿਗੁਰੂ ਜੀ ਲੰਗਰ ਦੇ ਵਿੱਚ ਉਹ ਭੋਜਨ ਵਰਤਾ ਦਈਏ, ਜਾਂ ਜਿਵੇਂ ਇਦਾਂ ਸਵੇਰ ਦਾ ਪਿਆ ਹੈ ਠੰਡਾ ਹੋਇਆ ਉਸੇ ਤਰ੍ਹਾਂ ਪਿਆ ਰਹਿਣ ਦੀ ਲੰਗਰ ਅੰਦਰ। ਗੁਰ ਤੂਸ਼ਨ ਕਰ ਤਿਸ ਕਾਲਾ। ਇਹ ਤੀਸਰੀ ਵਾਰਾਂ ਵੀ ਬੇਨਤੀ ਸੁਣ ਕੇ ਗੁਰੂ ਹਰਿ ਸਾਹਿਬ ਮਹਾਰਾਜ ਚੁੱਪ ਹੀ ਰਹੇ ਹਨ, ਕੁਝ ਬੋਲੇ ਨਹੀਂ। ਇਹ ਸਿੰਘਾਸਨ ਚੱਲ ਕਿਰਪਾਲਾ। ਕਿਰਪਾਲੂ ਸਤਿਗੁਰੂ ਗੁਰਤਾ ਗੱਦੀ ਦੇ ਤਖਤ ਦੇ ਉੱਤੇ ਅਚਲ ਅਡੋਲ ਹੋ ਕੇ ਬੈਠੇ ਨੇ। ਮਹਾਰਾਜ ਸਾਹਿਬ ਨੇ ਚਰਨ ਆਪਣੇ ਇੱਕ ਥਾਂ ਇਕੱਠੇ ਕੀਤੇ ਹਨ। ਘਟੀ ਦਿਨ ਰਹਿਓ ਸੁਜਾਏ। ਜਦੋਂ 2 ਘੜੀਆਂ ਸਾਧ ਸੰਗਤ ਦਿਨ ਬਾਕੀ ਰਹਿ ਗਿਆ ਨਾ, ਲਗਭਗ 24 ਪੈਰ ਬਤੀਤ ਹੋ ਚੱਲੇ ਨੇ। 12 ਘੰਟਿਆਂ ਦਾ ਸਮਾਂ ਬਣਦਾ, ਉਹ ਚੋਂ 2 ਘੜੀਆਂ ਘਟਾ ਲਓ, 1 ਘੜੀ 24 ਮਿੰਟਾਂ ਦੀ 48 ਕੁ ਮਿੰਟ ਜਦੋਂ 12 ਘੰਟੇ ਹੋਣ ਵਿੱਚ ਰਹਿ ਗਏ ਬਾਕੀ। ਬੋਰ ਸੇਵਕ ਸਮੁਦਾਏ। ਤੇ ਉਸ ਵੇਲੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਨੂੰ ਸਾਰਿਆਂ ਸੇਵਕਾਂ, ਫਿਰ ਪਹਿਲਾਂ ਤਾਂ ਲਾਂਗਰੀ ਅਰਦਾਸ ਕਰ ਰਿਹਾ ਸੀ ਵਾਰ-ਵਾਰ, ਹੁਣ ਰਾਤ ਹੀ ਪੈ ਚੱਲੀ ਹੈ, ਥੋੜਾ ਕੁ ਦਿਨ ਬਾਕੀ ਰਿਹਾ, ਸਾਰੇ ਹੀ ਹੱਥ ਜੋੜ ਕੇ ਬੇਨਤੀ ਕੀਤੀ ਇਕੱਠੇ ਹੋ ਕੇ। ਗੁਰੂ ਗਰੀਬ ਨਵਾਜ ਕਿਰਪਾਲਾ। ਹੇ ਗੁਰੂ ਸਾਹਿਬ ਜੀ, ਸਾਡੇ ਵਰਗੇ ਗਰੀਬ ਸਿੱਖ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਉਹਨਾਂ ਨੂੰ ਨਵਾਜਣ ਵਾਲੇ, ਮਾਣ ਬਖਸ਼ਣ ਵਾਲੇ ਕਿਰਪਾਲੂ ਦਿਆਲੂ ਸਤਿਗੁਰੂ। ਲੀਲਾ ਤੁਮਰੀ ਅਦਕ ਵਿਸਾਲਾ। ਪਾਤਸ਼ਾਹ ਸਾਡੀ ਬੇਨਤੀ ਇਹ ਹੈ ਵੀ ਜਿਹੜੀ ਤੁਹਾਡੀ ਲੀਲਾ ਹੈ ਨਾ, ਜੋ ਤੁਹਾਡੀ ਖੇਡ ਹੈ, ਜੋ ਕੌਤਕ ਨੇ, ਉਹ ਬਹੁਤ ਹੀ ਅਦਕ ਦੇ ਵੱਡੇ ਵੱਡੇ ਵਿਸਾਲ ਹਨ। ਅਲਪਗ ਜੀਵ ਕਿਆ ਜਾਣੈ। ਪਰ ਮਹਾਰਾਜ ਅਸੀਂ ਤੇ ਅਲਪਗ ਛੋਟੇ ਜੇ ਤੁਛ ਬੁੱਧੀ ਵਾਲੇ ਜੀਵ ਹੀ ਹੈ ਨਾ, ਅਸੀਂ ਤਾਂ ਸਾਰੇ। ਤੇ ਸਾਨੂੰ ਹੁਣ ਤੁਹਾਡੀ ਖੇਡ ਦਾ ਨਹੀਂ ਪਤਾ ਵੀ ਤੁਸੀਂ ਕੀ ਖੇਡ ਕਰ ਰਹੇ ਹੋ ਸਵੇਰ ਤੇ। ਮਹਾਰਾਜ ਤੁਹਾਡੇ ਚੋਜ ਸਾਨੂੰ ਇੰਨਾ ਜ਼ਰੂਰ ਪਤਾ ਹੈ ਵੀ ਵੱਡੇ ਤੋਂ ਵੱਡੇ ਹੁੰਦੇ ਆ, ਕੋਈ ਨਵੀਂ ਖੇਡ ਕਰਦੇ, ਪਰ ਅਸੀਂ ਤਾਂ ਮਹਾਰਾਜ ਜੀਵ ਹਾਂ, ਥੋੜ੍ਹੀ ਜਿਹੀ ਤੁਛ ਬੁੱਧੀ ਵਾਲੇ, ਸਾਡੀ ਤਾਂ ਅਕਲ ਥੋੜ੍ਹੀ ਹੈ, ਅਸੀਂ ਕੀ ਜਾਣ ਸਕਦੇ ਹਾਂ। ਬਿਨਾ ਆਪ ਕੇ ਕਰੇ ਬਖਾਨੇ। ਜਿੰਨਾ ਚਿਰ ਤੁਸੀਂ ਆਪ ਬੋਲ ਕੇ ਨਹੀਂ ਦੱਸੋਗੇ ਕੀ ਕਾਰਨ ਹੈ ਵੀ ਅੱਜ ਆਪ ਜੀ ਲੰਗਰ 'ਚ ਨਹੀਂ ਗਏ, ਇੱਥੇ ਬਰਾਜ ਰਹੇ ਹੋ, ਤੁਹਾਡੇ ਮਹਾਰਾਜ ਬੋਲ ਕੇ ਦੱਸਣ ਤੋਂ ਬਿਨਾਂ ਨਹੀਂ ਸਾਨੂੰ ਕੋਈ ਸਮਝ ਪੈਂਦੀ। ਸਰਬ ਦਿਓਸ ਬੈਠਿਓ ਸੁਖਤਾ। ਸਾਰਾ ਹੀ ਦਿਨ ਮਹਾਰਾਜ ਇੱਥੇ ਤਖਤ ਤੇ ਬੈਠੇ ਹੀ ਆਪ ਜੀ ਨੇ ਬਤੀਤ ਕਰ ਦਿੱਤਾ ਹੈ। ਨੇ ਪਗ ਨਹੀਂ ਹਲਾਏ। ਅਸੀਂ ਇਹ ਵੀ ਵੇਖਦੇ ਰਹੇ ਹਾਂ ਸਵੇਰ ਦੇ ਵੀ ਆਪ ਜੀ ਨੇ ਆਪਣੇ ਚਰਨ ਵੀ ਨਹੀਂ ਹਿਲਾਏ, ਜਿੱਥੇ ਚਰਨ ਸਵੇਰ ਦੇ ਰੱਖੇ ਆ ਬਸ ਉੱਥੇ ਹੀ ਰੱਖੇ ਹਨ। ਦੇਵ ਬਿਗੈ ਭੋਜਨ ਸਭ ਤਿਆਗ। ਉਧਰ ਲੰਗਰ ਵਿੱਚ ਮਹਾਰਾਜ ਹਰ ਤਰ੍ਹਾਂ ਦਾ ਭੋਜਨ ਸਵੇਰ ਦੇ ਪਹਿਲੇ ਪਹਿਰ ਦਾ ਹੀ ਤਿਆਰ ਹੋਇਆ ਪਿਆ ਏ। ਕਰਿਓ ਰਹਿਓ ਸੋ ਤਿਸੀ ਪ੍ਰਕਾਰ। ਮਹਾਰਾਜ ਜਿਵੇਂ ਸਵੇਰੇ ਲਾਂਗਰੀਆਂ ਨੇ ਬਣਾ ਕੇ ਰੱਖਿਆ ਸੀ, ਉਸੇ ਤਰ੍ਹਾਂ ਹੀ ਧਰਿਆ ਧਰਾਇਆ ਸਵੇਰ ਦਾ ਪਿਆ ਹੈ। ਸਿੱਖਨ ਕੇ ਰਸਨੇ ਮਾਨਾ। ਤੇ ਮਹਾਰਾਜ ਜੀ ਉਹ ਸਾਰਾ ਦਿਨ ਲੰਘ ਆਇਆ, ਸਾਰੇ ਅਸੀਂ ਜਿਹੜੇ ਸਿੱਖ ਹੈ ਨਾ, ਸਾਡੇ ਮਨ 'ਚ ਇਹ ਸਾਰਾ ਕੌਤਕ ਵੇਖ ਕੇ ਸ਼ੰਕਾ ਜਾਂ ਸੰਦੇਹ ਜਿਹਾ ਪੈਦਾ ਹੋ ਰਿਹਾ ਏ। ਕਾਰਨ ਪਾ ਕਰੋ ਬਖਾਨਾ। ਤੇ ਮਹਾਰਾਜ ਸ਼ੰਕਾ ਇਹੀ ਹੈ ਵੀ ਪਤਾ ਨਹੀਂ ਕੀ ਕਾਰਨ ਹੈ, ਚਰਨ ਵੀ ਨਹੀਂ ਸਤਿਗੁਰਾਂ ਹਲਾਏ, ਉੱਠੇ ਵੀ ਨਹੀਂ ਹੈ, ਬੇਨਤੀ ਸੁਣ ਕੇ ਬੋਲੇ ਵੀ ਨਹੀਂ ਹੈ, ਲੰਗਰ ਵੀ ਉਸੇ ਤਰ੍ਹਾਂ ਪਿਆ ਹੈ, ਇਹ ਕੀ ਕਾਰਨ ਹੈ ਮਹਾਰਾਜ ਜੀ? ਸਿੱਖ ਸੰਗਤ ਚਾਹੁੰਦੀ ਹੈ ਆਪ ਜੀ ਦੱਸੋ ਉਚਾਰ ਕੇ। ਦਸਨ ਕੀ ਸੁਣ ਕੇ ਅਰਦਾਸ। ਜਦੋਂ ਸਾਰਿਆਂ ਸੇਵਕਾਂ ਨੇ ਬੇਨਤੀ ਕੀਤੀ ਮਹਾਰਾਜ ਸਾਹਿਬ ਜੀ ਨੂੰ 2 ਘੜੀਆਂ ਦਿਨ ਬਾਕੀ ਰਹਿੰਦੇ ਤੋਂ, ਸਤਮੁਖ ਦੇ ਕੀਲ ਪ੍ਰਕਾਸ਼। ਮਹਾਰਾਜ ਸਾਹਿਬ ਜੀ ਮੁਸਕਰਾਉਂਦਿਆਂ ਹੋਇਆ ਉਸ ਵੇਲੇ ਆਪਣੇ ਮੁਖ ਤੋਂ ਬਚਨ ਕਰਨ ਲੱਗੇ। ਕਾਬਲ ਮੈਂ ਗੋਂਦਾ ਸਿੱਖ ਰਹੇ। ਪਾਤਸ਼ਾਹ ਜੀ ਕਹਿੰਦੇ ਭਾਈ ਕਾਬਲ ਦੇ ਵਿੱਚ ਸਾਡਾ ਪਿਆਰਾ ਸਿੱਖ ਭਾਈ ਬੋਂਦਾ ਰਹਿੰਦਾ ਹੈ। ਧਿਆਨ ਦੋਨੋਂ ਵੱਜ ਗਏ। ਉਹ ਦੱਸੋ ਉੱਠੀਏ ਕਿਵੇਂ? ਉਹਨੇ ਅੰਮ੍ਰਿਤ ਵੇਲੇ ਦਾ ਧਿਆਨ ਧਾਰ ਕੇ ਤੇ ਧਿਆਨ ਦੁਆਰਾ ਹੀ ਸਾਡੇ ਦੋਵੇਂ ਚਰਨ ਘੁੱਟ ਕੇ ਹੱਥਾਂ ਨਾਲ ਪਕੜੇ ਹੋਏ ਨੇ। ਇਸ ਬਿਦ ਤਿਸ ਤੇ ਚਰਨ ਛਟਾਵੋ। ਤੇ ਦੱਸੋ ਭਾਈ ਅਸੀਂ ਤਾਂ ਪ੍ਰੇਮ ਦੇ ਵਸ ਹੈ, ਕਿਸ ਢੰਗ ਦੇ ਨਾਲ, ਕਿਸ ਵਿਧੀ ਨਾਲ ਜੋ ਭਾਈ ਗਾਉਂਦੇ ਨੇ ਕਾਬਲ ਵਿੱਚ ਬੈਠਿਆਂ ਆਪਣੇ ਧਿਆਨ ਦੁਆਰਾ ਸਾਡੇ ਚਰਨ ਆਪਣੇ ਹੱਥਾਂ ਨਾਲ ਘੁੱਟ ਕੇ ਫੜੇ ਨੇ, ਉਹ ਮੈਂ ਆਪਣੇ ਸਿੱਖ ਦਾ ਪ੍ਰੇਮ ਕਿਵੇਂ ਤੋੜਾਂ, ਉਹਦੀ ਸਮਾਧੀ ਨੂੰ ਕਿਵੇਂ ਭੰਗ ਕਰਾਂ, ਕਿਵੇਂ ਉਹ ਦੱਸੋ ਉਹਦੇ ਕੋਲ ਆਪਣੇ ਚਰਨ ਛੁਡਾਵਾਂ। ਬਿਨਾ
ਛੁਟੇ ਕਿ ਮਲੰਗਰ ਜਾ ਤੇ ਜਿਹੜਾ ਤੁਸੀਂ ਕਹਿੰਦੇ ਹੋ ਵੀ ਲੰਗਰ 'ਚ ਨਹੀਂ ਮਹਾਰਾਜ ਗਏ, ਤੇ ਸਤਵੇਂ ਪਾਤਸ਼ਾਹ ਕਹਿੰਦੇ ਦੱਸੋ, ਜਦੋਂ ਚਰਨੀ ਸਾਡੇ ਭਾਈ ਗਾਉਂਦੇ ਨੇ ਪਕੜੇ ਆ ਘੁੱਟ ਕੇ, ਤੇ ਬਿਨਾਂ ਚਰਨ ਛਡਾਇਆ ਮੈਂ ਲੰਗਰ ਵਿੱਚ ਕਿਵੇਂ ਚੱਲ ਕੇ ਜਾਵਾਂ। ਰਿਓ ਢੀਕਤ ਛੋਰੈ ਕੋਈ। ਇਸ ਕਰਕੇ ਅਸੀਂ ਤਾਂ ਉਡੀਕਦੇ ਰਹੇ ਵੀ ਭਾਈ ਗਾਉਂਦਾ ਹੁਣ ਛੱਡਦਾ ਹੈ ਸਾਡੇ ਚਰਨ, ਕੇ ਹੁਣ ਸਮਾਧੀ ਚੋਂ ਉੱਠਦਾ ਹੈ। ਦਿੜ ਗੈ ਰਾਖਿਓ ਤਿਆਗ ਨ ਹੋਈ। ਤੇ ਤਜੇ ਚਰਨ ਗੁਰ ਕੇ ਤਬ ਦੋਈ। ਸੋ ਇਸ ਤਰ੍ਹਾਂ ਦ੍ਰਿੜ ਗਹਿ ਰਾਖਿਓ ਤਿਆਗ ਨਾ ਹੋਈ। ਭਾਈ ਗਾਉਂਦੇ ਨੇ ਮਹਾਰਾਜ ਕਹਿੰਦੇ ਧਿਆਨ ਦੁਆਰਾ ਦ੍ਰਿੜ ਕਰਕੇ ਘੁੱਟ ਕੇ ਚਰਨ ਪਕੜੇ ਰੱਖੇ, ਸਾਰਾ ਦਿਨ ਤਿਆਗ ਨਹੀਂ ਕੀਤਾ ਸਾਡੇ ਚਰਨਾਂ ਦਾ। ਜਬ ਸੰਧਿਆ ਹੋਈ ਦਿਨ ਗਇਓ। ਆ ਜਦੋਂ ਹੁਣ ਸੰਧਿਆ ਦਾ ਸਮਾਂ ਹੋ ਗਿਆ ਤੇ ਸਾਰਾ ਦਿਨ ਲੰਘ ਗਿਆ ਨਾ, ਜਦੋਂ ਤੁਸੀਂ ਅਰਦਾਸ ਕਰ ਰਹੇ ਸੀ, ਤਬ ਗੋਨਾ ਜਾਗਤ ਤੈ ਭਇਓ। ਹੁਣ ਮਹਾਰਾਜ ਕਹਿੰਦੇ ਵੀ ਭਾਈ ਗਾਉਂਦਾ ਸਮਾਧੀ ਚੋਂ ਉੱਠਿਆ। ਜਦੋਂ ਤੁਸੀਂ ਬੇਨਤੀ ਇੱਧਰ ਕਰ ਰਹੇ ਸੀ, ਉਧਰ ਕਾਬਲ ਦੇ ਵਿੱਚੋਂ ਭਾਈ ਗਾਉਂਦੇ ਨੇ ਆਪਣੀ ਸਮਾਧੀ ਵਿੱਚੋਂ ਉਥਾਨ ਹੋਣਾ ਕੀਤਾ। ਸਭੀ ਸਮਾਧ ਦੇ ਸੁਧ ਹੋਈ। ਤੇ ਜਦੋਂ ਸਮਾਧੀ ਛੁੱਟੀ ਉਹਦੀ, ਤੇ ਆਪਣੇ ਸਰੀਰ ਵੱਲ ਧਿਆਨ ਗਿਆ ਭਾਈ ਗਾਉਂਦੇ ਦਾ। ਅਜੇ ਚਰਨ ਗੁਰ ਕੇ ਤਬ ਦੋਈ। ਤੇ ਜੋ ਧਿਆਨ ਦੁਆਰਾ ਗੁਰੂ ਹਰਿ ਸਾਹਿਬ ਜੀ ਕਹਿੰਦੇ ਸਾਡੇ ਚਰਨ ਪਕੜੇ ਸਨ, ਭਾਈ ਗਾਉਂਦੇ ਨੇ ਉਹ ਹੁਣ ਤਿਆਗ ਦਿੱਤੇ ਹਨ। ਕਰ ਗਮਨੇ ਸ੍ਰੀ ਹਰਿ ਗਾਏ। ਤਦੋਂ ਫਿਰ ਗੁਰੂ ਹਰਿ ਸਾਹਿਬ ਜੀ ਉਸੇ ਵੇਲੇ ਹੀ ਮਹਾਰਾਜ ਜੀ ਤਖਤ ਤੋਂ ਜਦੋਂ ਚਰਨ ਛੱਡ ਦਿੱਤੇ, ਭਾਈ ਗਾਉਂਦੇ ਨੇ ਧਿਆਨ ਦੁਆਰਾ ਜੋ ਫੜੇ ਸੀ, ਸਵੇਰ ਦੇ 12 ਘੰਟਿਆਂ ਦਾ ਸਮਾਂ ਬਤੀਤ ਹੋ ਗਿਆ ਕਰੀਬ, ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਸਿੰਘਾਸਣ ਤੋਂ ਉੱਠੇ ਤੇ ਲੰਗਰ ਵੱਲ ਨੂੰ ਚੱਲ ਪਏ। ਸਦਾ ਪ੍ਰੇਮ ਬਸ ਜਿਨੋ ਸੰਭਾਏ। ਜਿਸ ਗੁਰੂ ਸਾਹਿਬ ਜੀ ਦਾ ਸੁਭਾਅ ਐਸਾ ਹੈ ਵੀ ਸਦਾ ਪ੍ਰੇਮ ਕਰਨ ਵਾਲਿਆਂ ਦੇ ਵਸ ਵਿੱਚ ਰਹਿੰਦੇ ਨੇ, ਅਧੀਨ ਰਹਿੰਦੇ ਹਨ। ਸਿੱਖ ਬਿਸਮਾਦ ਰਹੇ ਸੁਨ ਦੇਖ। ਤੇ ਜਦੋਂ ਮਹਾਰਾਜ ਸਾਹਿਬ ਜੀ ਦੇ ਕੋਲ ਇਹ ਬਚਨ ਸੁਣਿਆ ਤਾਂ ਵੀ ਹੈਰਾਨ ਹੋ ਗਏ ਵੀ ਧੰਨ ਨੇ ਮਹਾਰਾਜ। ਤੇ ਫਿਰ ਵੇਖਿਆ ਵੀ ਆਖੀ ਸਾਹਮਣੇ ਵੀ ਮਹਾਰਾਜ ਨੇ ਚਰਨ ਹੀ ਨਹੀਂ ਹਿਲਾਏ ਸਵੇਰ ਦੇ। ਵੇਖ ਕੇ ਸਤਿਗੁਰਾਂ ਦੀ ਲੀਲਾ, ਗੁਰਾਂ ਦੇ ਮੁਖ ਦੇ ਵਿੱਚੋਂ ਬਚਨ ਸੁਣ ਕੇ ਵੀ ਭਾਈ ਗਾਉਂਦੇ ਨੇ ਸਾਡੇ ਚਰਨ ਪਕੜੇ ਸਨ, ਸਭ ਹੈਰਾਨ ਬਿਸਮਾਦ ਹੋ ਗਏ। ਜਾਣਿਓ ਸਿੱਖ ਕੋ ਪ੍ਰੇਮ ਵਿਸ਼ੇਖ। ਹਾਂ, ਜਾਣਦੇ ਨੇ ਵੀ ਭਾਈ ਗਾਉਂਦਾ ਬਹੁਤ ਹੀ ਜ਼ਿਆਦਾ ਸਤਵੇਂ ਪਾਤਸ਼ਾਹ ਨਾਲ ਪ੍ਰੇਮ ਕਰਦਾ ਏ। ਕਿਰਪਾ ਸਿੰਧ ਲੰਗਰ ਮੈਂ ਹਾਂ, ਆਏ। ਕਿਰਪਾ ਦੇ ਸਮੁੰਦਰ ਗੁਰੂ ਹਰਿ ਸਾਹਿਬ ਜੀ ਫਿਰ ਚੱਲ ਕੇ ਸੰਧਿਆ ਦੇ ਸਮੇਂ ਲੰਗਰ ਵਿੱਚ ਆਏ ਹਨ। ਭੋਜਨ ਅਨੇਕ ਪ੍ਰਕਾਰ ਵਰਤਾਏ। ਅਨੇਕਾਂ ਪ੍ਰਕਾਰ ਦਾ ਜੋ ਸੁਬਾਹ ਦਾ ਸਵੇਰ ਅੰਮ੍ਰਿਤ ਵੇਲੇ ਤੋਂ ਹੀ ਪਹਿਲੇ ਪਹਿਰ ਲੰਗਰ ਤਿਆਰ ਹੋਇਆ ਸੀ, ਗੁਰਾਂ ਨੇ ਭੋਗ ਲਾਇਆ। ਜਦੋਂ ਛਕਿਆ ਤੇ ਮਹਾਰਾਜ ਤੋਂ ਮਗਰੋਂ ਸਾਰੀ ਸੰਗਤ ਨੂੰ ਅਨੇਕਾਂ ਤਰ੍ਹਾਂ ਦੇ ਭੋਜਨ ਵਰਤਾਏ ਗਏ। ਸੰਗਤ ਸੇਵਕ ਸਿੱਖਨ ਸੂਰਨ। ਜਿੰਨੇ ਵੀ ਮਹਾਰਾਜ ਸਾਹਿਬ ਜੀ ਦੇ ਦਰ ਤੇ ਆਈ ਦਰਸ਼ਨ ਕਰਨ ਵਾਸਤੇ ਸੰਗਤ ਹੈ, ਜਿੰਨੇ ਵੀ ਮਹਾਰਾਜ ਸਾਹਿਬ ਜੀ ਦੇ ਸਿੱਖ ਨੇ, ਸੇਵਾਦਾਰ ਤੇ ਸੂਰਮੇ ਸ਼ਸਤਰਧਾਰੀ, ਹਰਿਓ ਹਾਰ ਸ਼ੁੱਧਤ ਸੰਪੂਰਨ ਸਾਰੇ ਹੀ ਭੁੱਖੇ ਸਨ। ਭਾਵੇਂ ਭੁੱਖ ਨਾਲ ਦੁਖੀ ਰਹੇ, ਮਨ ਵਿੱਚ ਸ਼ੰਕੇ ਵੀ ਆਉਂਦੇ ਰਹੇ, ਪਰ ਆਪਣੇ ਗੁਰੂ ਸਾਹਿਬ ਦਾ ਡਰ ਕਾਇਮ ਰੱਖਿਆ, ਅਦਬ ਰੱਖਿਆ ਵੀ ਮਹਾਰਾਜ ਨੇ ਜਿੰਨਾ ਚਿਰ ਛਕਣਗੇ ਛਕਣਾ ਅਸੀਂ ਵੀ ਨਹੀਂ ਆ। ਭਾਵੇਂ ਬੱਧੋ ਰੱਤੀ ਰਹੇ ਹੋਣਗੇ, ਭਾਵੇਂ ਖੁਸ਼ੀ ਨਾਲ ਰਹੇ ਹੋਣਗੇ, ਪਰ ਗੁਰੂ ਸਾਹਿਬ ਜੀ ਦੇ ਡਰ ਵਿੱਚ ਤਾਂ ਰਹੇ ਨਾ। ਸਾਡਾ ਤਾਂ ਬਹੁਤਿਆਂ ਦਾ ਇਹੋ ਜਿਹਾ ਸੁਭਾਅ ਹੈ ਵੀ ਬੱਧੋ ਰੱਤੀ ਵੀ ਗੁਰੂ ਦਾ ਅਸੀਂ ਡਰ ਨਹੀਂ ਮੰਨਦੇ, ਐਸੀਆਂ ਆਪ ਉਧਰੀਆਂ ਕਰਦੇ ਹਾਂ। ਸਤਿਗੁਰੂ ਹਰਿ ਸਾਹਿਬ ਜਦ ਲੰਗਰ ਵਿੱਚ ਆਏ, ਸੰਪੂਰਨ ਸਿੱਖ ਸੰਗਤਾਂ ਸੂਰਮਿਆਂ ਨੇ ਲੰਗਰ ਛਕਿਆ ਰੱਜ ਕੇ। ਸਤਿਗੁਰ ਤੇ ਸਰਬ ਬਿਰਤਾਂਤ। ਇਸ ਤਰ੍ਹਾਂ ਗੁਰੂ ਹਰਿ ਸਾਹਿਬ ਜੀ ਦੇ ਕੋਲੋਂ ਸਾਰਾ ਬਿਰਤਾਂਤ ਜੋ ਸਿੱਖਾਂ ਨੇ ਸੁਣਿਆ ਸੀ, ਜਿਵੇਂ ਮਹਾਰਾਜ ਬੈਠੇ ਰਹੇ, ਭਾਈ ਗਾਉਂਦੇ ਨੇ ਚਰਨ ਪਕੜੀ ਰੱਖੇ ਸਮਾਧੀ ਵਿੱਚ। ਸੰਗਤ ਜਾਣਿਓ ਬਖਿਆਤ। ਸਾਰੀਆਂ ਸੰਗਤਾਂ ਨੇ ਬਖਿਆਤ ਪ੍ਰਗਟ ਰੂਪ ਵਿੱਚ ਇਹ ਗੱਲ ਜਾਣ ਲਈ ਭਾਈ ਗਾਉਂਦੇ ਦਾ ਤੇ ਗੁਰੂ ਸਾਹਿਬ ਦਾ ਜੋ ਪ੍ਰੇਮ ਹੈ। ਕਈਆਂ ਸਿੱਖਾਂ ਦੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਆਈ ਵੀ ਜਦੋਂ ਕਿਤੇ ਭਾਈ ਗਾਉਂਦਾ ਚੱਲ ਕੇ ਆਊ ਨਾ ਕੀਰਤਪੁਰ ਸਾਹਿਬ, ਤੇ ਉਹ ਦਿਨ ਵਾਰ ਕਹਿੰਦੇ ਵੀ ਲਿਖ ਕੇ ਰੱਖ ਲਈਏ ਵੀ ਆ ਜਿਹੜਾ ਵੀ ਦਿਨ ਵਾਰ ਹੈ, ਜਦੋਂ ਭਾਈ ਗਾਉਂਦਾ ਆਊਗਾ ਉਹਦੇ ਕੋਲੋਂ ਨਿਰਣਾ ਕਰਾਂਗੇ ਵੀ ਏਦਾਂ ਤੁਸੀਂ ਕਿੱਦਣ ਕੀਤਾ ਸੀ। ਹਾਂ, ਜੋ ਵੀ ਭਾਈ ਗਾਉਂਦੇ ਜੀ ਦੇ ਨਾਲ ਸਿੱਖ ਸੰਗਤਾਂ ਆਉਣਗੀਆਂ ਉਹਨਾਂ ਨੂੰ ਮਿਲ ਕਰਕੇ ਪੁੱਛਾਂਗੇ, ਉਹ ਦੱਸਣਗੇ ਸਾਰੀ ਗੱਲ। ਇੱਧਰ ਮਹਾਰਾਜ ਸਾਹਿਬ ਤਾਂ ਬੈਠੇ ਰਹੇ, ਅਸੀਂ ਵੇਖ ਲਿਆ,
ਉਧਰ ਭਾਈ ਗਾਉਂਦੇ ਨੇ ਜੇ ਸਮਾਧੀ ਕਿਵੇਂ ਲਾਈ, ਸੰਗਤਾਂ ਕਿਵੇਂ ਵੇਖਿਆ, ਉਹ ਵੀ ਪੁੱਛਾਂਗੇ ਆਪਾਂ। ਇਹ ਦਗ ਦਿਓ ਸਬੌਰ ਬਿਤ ਗਏ। ਇਸ ਤਰ੍ਹਾਂ ਸੰਗਤ ਨੇ ਨਿਰਣਾ ਕੀਤਾ, ਕਈ ਦਿਨ ਫਿਰ ਬਤੀਤ ਹੋ ਗਏ ਇਸੇ ਤਰ੍ਹਾਂ ਸੇਵਾ ਸਿਮਰਨ ਕਰਦੇ ਆ। ਗਾਉਂਦਾ ਬੜ ਸੰਗਤ ਸੰਗ ਲਏ। ਕਾਫੀ ਦਿਨਾਂ ਬਾਅਦ ਭਾਈ ਗੋਂਦੇ ਜੀ ਨੂੰ ਪ੍ਰਤੱਖ ਗੁਰੂ ਹਰਿ ਸਾਹਿਬ ਦੇ ਦਰਸ਼ਨ ਕਰਨ ਦੀ ਭਾਵਨਾ ਜਾਗੀ ਤੇ ਬੇਅੰਤ ਸੰਗਤਾਂ ਨੂੰ ਨਾਲ ਲੈ ਕੇ ਕਾਬਲ ਤੋਂ ਜਿਤੇ ਮਲਾਇਤ ਕੇ ਸਿੱਖ ਬ੍ਰਿੰਦ। ਮਲਾਇਤ ਕਾਬਲ ਦੇਸ਼ ਦੇ ਬਹੁਤੇ ਜਿਹੜੇ ਸਿੱਖ ਸੇਵਕ ਸਨ ਮਹਾਰਾਜ ਦੇ, ਘਰ ਆਪਣੇ ਸੰਗ ਬਿਲੰਦ। ਉਹ ਆਪਣੇ ਨਾਲ ਲੈ ਕਰਕੇ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਕੀਰਤਪੁਰ ਸਾਹਿਬ ਆਇਆ ਏ। ਚੱਲ ਕਾਬਲ ਤੇ ਦਰਸ਼ਨ ਕਾਬਲ ਤੋਂ ਚੱਲ ਕੇ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਕਰਨ ਹਿਤ, ਕਿਉਂਕਿ ਭਾਈ ਗੋਂਦਾ ਤੇ ਧਿਆਨ ਵਿੱਚ ਹੀ ਦਰਸ਼ਨ ਕਰ ਲੈਂਦਾ, ਪਰ ਆਮ ਸਿੱਖ ਸੰਗਤਾਂ ਨੂੰ ਦਰਸ਼ਨ ਕਰਾਉਣ ਵਾਸਤੇ ਪਾਵਤ ਕਰਤੇ ਸ਼ਬਦ ਉਚਾਰ। ਕੀਰਤਪੁਰ ਸਾਹਿਬ ਨੂੰ ਆ ਰਹੇ ਨੇ। ਕਾਬਲ ਤੋਂ ਚੱਲ ਕੇ ਰਸਤੇ ਵਿੱਚ ਆਉਂਦਿਆਂ ਗੁਰਬਾਣੀ ਦੇ ਸ਼ਬਦ ਪੜ੍ਹਦੇ ਆ ਰਹੇ ਨੇ, ਕੀਰਤਨ ਕਰਦੇ ਹੋਏ ਆ ਰਹੇ ਨੇ। ਪ੍ਰੇਮ ਨਾਲ ਭਰੇ ਹੋਏ ਭਾਈ ਗੋਂਦੇ ਦੇ ਸਮੇਤ ਸਭ ਸਿੱਖ ਕੀਰਤਪੁਰ ਸਾਹਿਬ ਆਣ ਪਹੁੰਚੇ। ਸਤਿਗੁਰ ਪ੍ਰੇਮ ਜਨੋ ਮਨ ਰੁਚੀ। ਜਿਨ੍ਹਾਂ ਸਿੱਖਾਂ ਦੇ ਮਨ ਵਿੱਚ ਗੁਰੂ ਹਰਿ ਸਾਹਿਬ ਜੀ ਦਾ ਬਹੁਤ ਪ੍ਰੇਮ ਹੈ, ਬਹੁਤ ਰੁਚੀ ਹੈ ਮਹਾਰਾਜ ਨਾਲ ਮਿਲਣ ਦੀ, ਦਰਸ਼ਨ ਕਰਨ ਦੇ। ਕੀਰਤਪੁਰ ਮੈਂ ਆਨ ਪ੍ਰਵੇਸ਼। ਜਦੋਂ ਸ੍ਰੀ ਕੀਰਤਪੁਰ ਸਾਹਿਬ ਵਿੱਚ ਪਹੁੰਚੇ ਨੇ, ਨਗਰ ਦੇ ਵਿੱਚ ਸਭ ਸੰਗਤਾਂ ਪ੍ਰਵੇਸ਼ ਕੀਤਾ। ਸੰਗਤ ਬ੍ਰਿੰਦ ਅਪੂਰ ਵਿਸ਼ੇਸ਼। ਹਾਂ, ਬਹੁਤ ਸਾਰੀਆਂ ਸੰਗਤਾਂ ਭੇਟਾਵਾਂ ਲੈ ਕੇ ਵਿਸ਼ੇਸ਼ ਤੌਰ ਤੇ ਦਸਵੰਧ ਤੇ ਹੋਰ ਵਸਤੂਆਂ ਮਹਾਰਾਜ ਨੂੰ ਦੇਣ ਲਈ ਲੈ ਕੇ ਆਈਆਂ ਹਨ। ਸ੍ਰੀ ਸਤਿਗੁਰ ਤਿਤ ਸਭਾ ਮਝਾਰੇ। ਗੁਰੂ ਹਰਿ ਸਾਹਿਬ ਜੀ ਦੀਵਾਨ ਦੇ ਵਿੱਚ ਸੰਗਤ ਵਿੱਚ ਬਿਰਾਜਮਾਨ ਹੋ ਰਹੇ ਸਨ। ਉਸ ਸਮੇਂ ਦਰਸ਼ਨ ਕਰਿਓ ਆਨ ਸਿੱਖ ਸਾਰੇ। ਸਾਰਿਆਂ ਸਿੱਖਾਂ ਨੇ ਬੜੇ ਪ੍ਰੇਮ ਨਾਲ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕੀਤੇ ਹਨ। ਤੁਰਤ ਚਮਰ ਦੋਇ ਦਿਸ ਬਹੁ ਸੇਤ। ਚਿੱਟੇ ਰੰਗ ਦਾ ਚੌਰ ਸਾਹਿਬ ਦੋਵੇਂ ਪਾਸੇ ਸਿੱਖ ਖਲੋ ਕੇ ਮਹਾਰਾਜ ਦੇ ਸੀਸ ਤੇ ਝੁਲਾ ਰਹੇ ਨੇ, ਸੱਜੇ ਖੱਬੇ ਬੰਨਿਓ। ਮਰਾਲ ਤਥਾ ਸ਼ਬਦੇਤ। ਇਸ ਤਰ੍ਹਾਂ ਕਹਿੰਦੇ ਵੀ ਚਿੱਟੇ ਚੌਰ ਹਵਾ ਦੇ ਵਿੱਚ ਇੱਕ ਉੱਪਰ ਜਾਂਦਾ, ਇੱਕ ਥੱਲੇ ਆਉਂਦਾ, ਵੀ ਜਿਵੇਂ ਦੋ ਚਿੱਟੇ ਹੰਸ ਹਵਾ 'ਚ ਉਡਾਰੀਆਂ ਮਾਰਦੇ ਹੋਣ। ਗਏ ਰਬਾਬੀ ਰਾਗ ਅਨੇਕ। ਇਹ ਹੰਸਾਂ ਵਰਗੀ ਸੁੰਦਰਤਾ ਹੈ ਚੌਰ ਸਾਹਿਬ ਦੀ। ਤੇ ਗੁਰੂ ਕੇ ਰਬਾਬੀ ਭਾਈ ਨੱਥਾ ਆਦ ਗੁਰਬਾਣੀ ਦੇ ਸ਼ਬਦ ਰਾਗਾਂ 'ਚ ਪਾ ਕੇ ਗਾ ਰਹੇ ਨੇ ਅਨੇਕਾਂ ਪ੍ਰਕਾਰ ਦੇ ਨਾਲ। ਸੁੰਦਰ ਸ਼ਬਦ ਵਿਸਾਲ ਵਿਵੇਕ। ਜੋ ਗਿਆਨ ਦੇ ਦੇਣ ਵਾਲੀ ਸਤਿਗੁਰਾਂ ਦੀ ਬਾਣੀ ਹੈ, ਬੜੇ ਸੁੰਦਰ ਵਿਸਾਲ ਮਹਾਨ ਮਹਾਤਮ ਵਾਲੇ ਸ਼ਬਦ ਸੁਣਾ ਰਹੇ ਹਨ। ਸਦਾ ਬ੍ਰਿੰਦ ਸਭਾ ਸਭ ਭਰੀ। ਤੇ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਬ੍ਰਿੰਦ ਤਿਆਰ ਬੁਰ ਤਿਆਰ ਸ਼ਸਤਰ ਧਾਰੀ ਸੂਰਮੇ ਵੀ ਖੜੇ ਨੇ। ਸਾਰੀ ਸਭਾ ਐਵੇਂ ਸੰਗਤਾਂ ਨਾਲ ਭਰੀ ਹੋਈ ਹੈ। ਸ਼ਰੀਦਾਰ ਕੰਚਨ ਕੀ ਜਰੀ। ਤੇ ਜਿਹੜੇ ਚੋਬਦਾਰ ਹਨ ਸੋਨੇ ਦੀਆਂ, ਜਿਨ੍ਹਾਂ ਦੇ ਕੋਲੋਂ ਚੋਬਾਂ ਸੋਨੇ ਦੇ ਡੰਡੇ ਲੈ ਕੇ ਖਲੋਤੇ ਨੇ, ਜੋ ਮਹਾਰਾਜ ਦੇ ਅਦਬ ਸਤਿਕਾਰ ਵਿੱਚ ਰਹਿਣ ਦਾ ਸੰਗਤ ਨੂੰ ਹੋਕਾ ਦਿੰਦੇ ਹਨ। ਮੇਵਰੇ ਸਿੱਖ ਅਰਦਾਸ। ਚੋਬਦਾਰ ਏਦਾਂ ਬੇਨਤੀਆਂ ਕਰ ਰਹੇ ਨੇ, ਸੰਗਤ ਜੀ ਰੌਲਾ ਨਾ ਪਾਓ, ਗੁਪਤ ਦਾਨ ਰੱਖੋ, ਅਦਬ ਨਾਲ ਮਹਾਰਾਜ ਦੇ ਦਰਸ਼ਨ ਕਰੋ। ਤੇ ਜਦੋਂ ਅੱਗੇ ਆਉਂਦੇ ਨੇ, ਅੱਗੇ ਅਰਦਾਸੀ ਸਿੱਖ ਮਹਾਰਾਜ ਦੇ ਹਜ਼ੂਰ ਅਰਦਾਸ ਕਰ ਰਹੇ ਨੇ, ਪਾਤਸ਼ਾਹ ਫਲਾਨੀ ਸੰਗਤ ਆਈ ਹੈ, ਆਹ ਭਾਵਨਾ ਰੱਖਦੇ ਨੇ, ਆਹ ਵਸਤੂ ਭੇਟਾ ਕਰਦੇ ਨੇ। ਕਾਮਨਾ ਸਤਿਗੁਰ ਪਾਸ। ਤੇ ਜਿਹੜੀ ਵੀ ਅਰਦਾਸ ਗੁਰੂ ਮਹਾਰਾਜ ਦੇ ਹਜ਼ੂਰ ਹੁੰਦੀ ਹੈ, ਸਤਿਗੁਰੂ ਜੀ ਦੇ ਪਾਸੋਂ ਸਿੱਖ ਕਾਮਨਾ ਪਾਉਂਦੇ ਨੇ, ਪੂਰੀਆਂ ਕਰਦੇ ਹਨ। ਕਾਬਲ ਕੀ ਸੰਗਤ ਤਿਸ ਕਾਲ। ਉਸ ਵੇਲੇ ਜਦੋਂ ਐਵੇਂ ਦੀਵਾਨ ਸਜਿਆ ਸੀ, ਕਾਬਲ ਦੀ ਜਿਹੜੀ ਸੰਗਤ ਆਈ ਹੈ, ਦਰਸ਼ਨ ਪੇਤਰ ਭੇਟ ਵਿਸਾਲ। ਉਹਨਾਂ ਵੀ ਸਾਰਿਆਂ ਮਹਾਰਾਜ ਦੇ ਦਰਸ਼ਨ ਪਰਸ਼ਨ ਕੀਤੇ ਨੇ। ਵਿਸਾਲ ਬਹੁਤੀਆਂ ਭੇਟਾਵਾਂ ਲਿਆਂਦੀਆਂ ਸਤਿਗੁਰਾਂ ਅੱਗੇ ਰੱਖ ਦਿੱਤੀਆਂ। ਗੋਂਦਾ ਮੁਖ ਜਨੋਂ ਕੇ ਮਾਏ। ਜਿਨ੍ਹਾਂ ਦੇ ਵਿੱਚੋਂ ਭਾਈ ਗੋਂਦਾ ਮੁਖੀ ਸਿੱਖ ਹੈ, ਇਹਨਾਂ ਦਾ ਜਥੇਦਾਰ ਕਹਿ ਲੋ, ਕਾਬਲ ਦੀ ਸੰਗਤ ਦਾ ਨਾਲ ਲੈ ਕੇ ਆਇਆ ਏ। ਆਏ ਮਿਲੇ ਬੈਠੇ ਪੁਨ ਪਾਏ। ਤੇ ਸਾਰੀ ਹੀ ਸਿੱਖ ਸੰਗਤ ਆ ਕਰਕੇ ਮਿਲੀ ਮਹਾਰਾਜ ਦੀਆਂ ਸੰਗਤਾਂ ਦੇ ਨਾਲ, ਗੁਰੂ ਸਾਹਿਬ ਦੇ ਹਜ਼ੂਰ ਬੈਠ ਗਏ। ਫਿਰ ਦਰਸ਼ਨ ਕਰਕੇ ਕਿਰਪਾਲ ਸਰਬ ਪਰ ਕਰੀ। ਗੁਰੂ ਹਰਿ ਸਾਹਿਬ ਜੀ ਨੇ ਸਾਰਿਆਂ
ਤੇ ਬਹੁਤ ਹੀ ਖੁਸ਼ੀ ਕੀਤੀ। ਜੋ ਜੋ ਵੀ ਭਾਵਨਾ ਲੈ ਕੇ ਆਇਆ ਨਿਹਾਲ ਹੋਇਆ। ਹਿਰਦੇ ਕਾਮਨਾ ਜਸ ਜਸ ਪੁਰੀ। ਜੈਸੀ ਜੈਸੀ ਕੋਈ ਭਾਵਨਾ ਕਾਮਨਾ ਇੱਛਾ ਲੈ ਕੇ ਕਾਬਲ ਤੋਂ ਤੁਰੇ ਸਨ ਸਿੱਖ, ਮਹਾਰਾਜ ਨੇ ਕਿਹਾ ਵੀ ਇਸੇ ਤਰ੍ਹਾਂ ਹੀ ਹੋ ਜਾਵੇਗਾ। ਸਿੱਖਨ ਸੋ ਬਾਤ ਚਲਾਈ। ਜਦੋਂ ਕਾਬਲ ਦੀਆਂ ਸੰਗਤਾਂ ਬੈਠ ਗਈਆਂ ਆ ਕੇ, ਤੇ ਜਿਹੜੇ ਸਿੱਖ ਕਹਿੰਦੇ ਸਨ ਵੀ ਨਿਰਣਾ ਕਰਾਂਗੇ, ਜਦੋਂ ਕਿਤੇ ਭਾਈ ਗੋਂਦਾ ਤੇ ਸੰਗਤ ਆਈ ਤੇ ਉਹਨਾਂ ਨੇ ਕਾਬਲ ਤੋਂ ਆਈ ਸੰਗਤ ਨਾਲ ਗੱਲ ਤੋਰ ਲਈ, ਉਹ ਬਾਤ ਚਲਾ ਲਈ ਜਿਹੜੀ ਖੇਡ ਵਰਤੀ ਸੀ। ਸਮਾਦ ਗੋਂਦੇ ਸੋ ਲਗਾਈ। ਕਹਿਣ ਲੱਗੇ ਵੀ ਇੱਕ ਦਿਨ ਕਾਬਲ ਵਿੱਚ ਸੁਣਿਆ ਵੀ ਭਾਈ ਗੋਂਦੇ ਨੇ ਸਮਾਧੀ ਲਾ ਲਈ ਸੀ। ਉਹ ਕੀ ਖੇਡ ਬਣੀ, ਕਿਵੇਂ ਸਮਾਧੀ ਲਾਈ, ਦੱਸਣਾ ਕਰੋ। ਕਾਬਲ ਕੇ ਸਿੱਖ ਅਲਾਵੇਂ। ਜਦੋਂ ਇਹ ਕੀਰਤਪੁਰ ਦੀਆਂ ਸੰਗਤਾਂ ਨੇ ਪੁੱਛਿਆ ਵੀ ਸਮਾਧੀ ਕਿਵੇਂ ਲੱਗੀ ਭਾਈ ਗੋਂਦੇ ਦੀ, ਕਹਿੰਦੇ ਸਮਾਧੀ ਲੱਗ ਗਈ ਸੀ। ਤੇ ਕਾਬਲ ਦੇ ਸਿੱਖ ਸੁਣ ਕਰਕੇ ਤੇ ਅੱਗੋਂ ਕਹਿਣ ਲੱਗੇ, ਜੋ ਤਿਸ ਕੇ ਨਿਤ ਪਾਸ ਰਾਮ। ਜਿਹੜੇ ਸਿੱਖ ਨੇਤੀ ਧਰਮਸ਼ਾਲਾ 'ਚ ਭਾਈ ਗੋਂਦਾ ਜੀ ਦੇ ਹਜ਼ੂਰ ਰਹਿ ਕੇ ਸੇਵਾ ਸਿਮਰਨ ਕਰਦੇ ਸਨ ਕਾਬਲ ਅੰਦਰ। ਇੱਕ ਦਿਨ ਬੈਠਿਓ ਕਰ ਇਸ਼ਨਾਨ। ਉਹਨਾਂ ਦੱਸਿਆ ਵੀ ਭਾਈ ਗੋਂਦਾ ਜੀ ਰੋਜ਼ ਹੀ ਬੈਠਦੇ ਸਨ ਸਮਾਧੀ 'ਚ, ਪਰ ਇੱਕ ਦਿਨ ਤੇ ਗੁਰਸਿੱਖੋ ਐਸੀ ਖੇਡ ਵਰਤੀ ਵੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਭਾਈ ਗੋਂਦਾ ਜੀ ਜਪਜੀ ਸਾਹਿਬ ਦਾ ਪਾਠ ਕਰਕੇ ਮਲੋਚਨ ਲਾਇਓ ਧਿਆਨ। ਨੇਤਰ ਬੰਦ ਕੀਤੇ, ਸਾਡੇ ਵਹਿੰਦੇ ਆਂਦੇ ਅੰਤਰ ਧਿਆਨ ਲਾ ਲਿਆ। ਸਭ ਦਿਨ ਬੀਤ ਗਏ ਤਿਤ ਬੈਠਾ। ਪਰ ਐਸਾ ਧਿਆਨ ਲਾਇਆ ਵੀ ਅੱਗੇ ਤਾਂ ਉੱਠ ਪੈਂਦੇ ਸਨ ਪੈਰ ਕ ਡੇਢ ਕੁ ਪੈਰ ਜਾਂ ਸਵਾ ਪੈਰ ਬਾਅਦ, ਪਰ ਉਦੋਂ ਤੇ ਸਾਰਾ ਦਿਨ ਹੀ ਸਮਾਧੀ ਵਿੱਚ ਭਾਈ ਗੋਂਦਾ ਜੀ ਬੈਠੇ ਰਹੇ। ਸੁਧ ਤਨ ਕੀ ਲੱਗ ਗਿਰ ਜੈਸਾ। ਕਹਿੰਦੇ ਥੋੜੀ ਜਿੰਨੀ ਵੀ ਆਪਣੇ ਸਰੀਰ ਦੀ ਸੁੱਧ ਨਹੀਂ ਰੱਖੀ, ਜਿਵੇਂ ਪਹਾੜ ਇੱਕ ਥਾਂ ਹੁੰਦੇ ਨਾ ਹਵਾ ਹਨੇਰੀ ਆਉਣ ਨਾਲ ਵੀ ਨਹੀਂ ਹਿਲਦੇ, ਐਵੇਂ ਭਾਈ ਗੋਂਦਾ ਜੀ ਸਮਾਧੀ ਵਿੱਚ ਪਹਾੜ ਦੇ ਵਾਂਗ ਟਿਕੇ ਰਹੇ। ਕਹਿਓ ਕਿਸਨੇ ਭਾਂਤੀ। ਨਹੀਂ ਕਹਿਓ ਕਿਸ ਨੇ ਇਹ ਭਾਂਤੀ। ਉਸ ਵੇਲੇ ਸਿੱਖ ਕਹਿੰਦੇ ਵੀ ਜਦੋਂ ਸਮਾਧੀ ਲੱਗੀ ਤੇ ਸਾਡੇ ਚੋਂ ਵੀ ਕਿਸੇ ਨੇ ਫਿਰ ਉਠਾਇਆ ਨਹੀਂ, ਭਾਈ ਗੋਂਦੇ ਨੂੰ ਜਾ ਕੇ ਕੁਝ ਕਹਿਆ ਨਹੀਂ, ਛੇੜਿਆ ਨਹੀਂ। ਇੰਦਰਿ ਮਨ ਸ਼ਾਂਤੀ। ਕਿਉਂਕਿ ਅਸੀਂ ਵੇਖਿਆ ਵੀ ਬਿਨ ਫਿਰ ਪੜਿਓ ਬਿਨਾਰ ਇੰਦਰਿ ਮਨ ਸ਼ਾਂਤੀ। ਭੋਜਨ ਨਹੀਂ ਕਿਸੇ ਨੇ ਛਕਿਆ ਸੀ। ਕਹਿੰਦੇ ਵੀ ਬਿਨ ਆਹਾਰ ਇੰਦਰੇ ਮਨ ਸ਼ਾਂਤੀ। ਸਾਰਾ ਦਿਨ ਭਾਈ ਗੋਂਦਾ ਜੀ ਭੋਜਨ ਤੋਂ ਬਗੈਰ ਇੰਦਰੀਆਂ ਨੂੰ ਅੰਦਰ ਸੰਕੋਚ ਕੇ ਮਨ ਦੀ ਸ਼ਾਂਤੀ ਨਾਲ ਸਮਾਧੀ ਲਾ ਕੇ ਬੈਠੇ ਰਹੇ। ਸੂਰਜ ਅਸਤ ਪਇਓ ਤਿਸ ਕਾਲ। ਕਾਬਲ ਦੇ ਸਿੱਖ ਦੱਸਦੇ ਨੇ ਕੀਰਤਪੁਰ ਦੀਆਂ ਸੰਗਤਾਂ ਨੂੰ ਵੀ ਜਦੋਂ ਸੂਰਜ ਵੀ ਛਿਪਣ ਤੇ ਆ ਗਿਆ, ਹੋਇਓ ਤਨ ਸੁਧ ਕੇ ਨਾਲ। ਚੰਗੀ ਤਰ੍ਹਾਂ ਪੜੋ। ਤਬ ਹੋਇਓ ਤਨ ਸੁਧ ਕੇ ਨਾਲ। ਤੇ ਉਸ ਵੇਲੇ ਭਾਈ ਗੋਂਦਾ ਜੀ ਨੂੰ ਆਪਣੇ ਸਰੀਰ ਦੀ ਸੋਝੀ ਆਈ ਹੈ। ਇਸ ਤਰ੍ਹਾਂ ਸਾਰਾ ਦਿਨ ਹੀ ਸਮਾਧੀ ਲੱਗੀ ਰਹੀ। ਇੱਥੇ ਆ ਕਰ ਦਿਆ ਕਰੋ ਨਾਲ। ਸਾਰਾ ਦਿਨ ਸਮਾਧੀ ਲੱਗੀ ਰਹੀ ਤੇ ਸਮਾਧੀ ਵਿੱਚੋਂ ਸੂਰਜ ਛਿਪੇ ਤੇ ਢਲੇ ਦੇ ਉੱਠੇ ਸਨ। ਹੋਈ ਇੱਕ ਦਿਨ ਧਰਮਸਾਲ। ਇਸ ਤਰ੍ਹਾਂ ਕਾਬਲ ਦੇ ਸਿੱਖ ਕਹਿੰਦੇ ਨੇ ਵੀ ਇਸ ਪ੍ਰਕਾਰ ਦੇ ਨਾਲ ਗੁਰਸਿੱਖੋ ਧਰਮਸ਼ਾਲਾ ਦੇ ਵਿੱਚ ਕਾਬਲ ਵਿੱਚ ਖੇਡ ਵਰਤੀ ਵੀ ਸਾਰਾ ਦਿਨ ਭਾਈ ਗੋਂਦਾ ਜੀ ਸਮਾਧੀ 'ਚੋਂ ਉੱਠਿਆ। ਰਾਤ ਪੈਣ ਤੋਂ 2 ਘੜੀਆਂ ਪਹਿਲਾਂ ਸਮਾਧੀ ਤੋਂ ਉੱਠ ਕੇ ਆਪਣੇ ਸਰੀਰ ਦੀ ਖਬਰ ਸਾਰ ਲਈ। ਚਾਰੋਂ ਜਾਮ ਸਮਾਧ ਵਿਸਾਲ। ਸੋ ਇਸ ਤਰ੍ਹਾਂ 4 ਪਹਿਰ ਸਮਾਧੀ ਬਹੁਤ ਵੱਡੀ ਲਾਈ ਰੱਖੀ ਹੈ। 1 ਪਹਿਰ 3 ਘੰਟਿਆਂ ਦਾ ਹੁੰਦਾ ਹੈ ਤੇ 4 ਪਹਿਰ 12 ਘੰਟੇ ਦਾ ਸਮਾਂ। ਬੂਝਤ ਦਿਓ ਸੁਣਾਈ। ਇਹ ਗੱਲ ਵੀ ਕਾਬਲ ਦੀਆਂ ਸੰਗਤਾਂ ਨੇ ਸਾਰੀ ਦੱਸਤੀ, ਪਰ ਇੱਕਦਮ ਹੈਰਾਨ ਵੀ ਹੋ ਗਏ। ਕਹਿਣ ਲੱਗੇ ਵੀ ਤੁਸੀਂ ਕਿਵੇਂ ਪੁੱਛਿਆ, ਸਾਨੂੰ ਇਹ ਤਾਂ ਖਿਆਲ ਹੀ ਨਹੀਂ ਆਇਆ ਵੀ ਤੁਹਾਨੂੰ ਇਹ ਸਾਰੀ ਗੱਲਬਾਤ ਕਿਹਨੇ ਦੱਸੀ ਹੈ ਵੀ ਕਾਬਲ ਵਿੱਚ ਭਾਈ ਗੋਂਦੇ ਦੀ ਸਮਾਧੀ ਲੱਗੀ ਸੀ। ਕਿਸ ਪ੍ਰਕਾਰ ਸੋਧੇ ਠਾਂ ਆਈ। ਆਏ ਕਿਸ ਢੰਗ ਦੇ ਨਾਲ ਕਾਬਲ ਦੇ ਵਿੱਚ ਭਾਈ ਗੋਂਦੇ ਦੀ ਸਮਾਧੀ ਵਾਲੀ ਖਬਰ ਕੀਰਤਪੁਰ ਸਾਹਿਬ ਆਈ, ਇਹ ਵੀ ਤਾਂ ਦੱਸੋ ਤੁਸੀਂ। ਸੁਣ ਗਏ ਤਿਨ ਸਭ ਕਹਿਓ ਬਿਰਤਾਂਤ। ਫਿਰ ਕੀਰਤਪੁਰ ਸਾਹਿਬ ਦੀ ਸੰਗਤ ਨੇ ਸੁਣ ਕੇ ਸਾਰਾ ਹੀ ਬਿਰਤਾਂਤ ਦੱਸ ਦਿੱਤਾ, ਜਿਵੇਂ ਗੁਰੂ ਹਰਿ ਸਾਹਿਬ ਜੀ ਨੇ ਖੇਡ ਕੀਤੀ ਸੀ। ਜਿਵ ਸਤਿਗੁਰ ਕੀ ਨਸ ਬਖਿਆਤ। ਜਿਵੇਂ ਸਤਿਗੁਰੂ ਹਰਿ ਸਾਹਿਬ ਜੀ ਨੇ ਪ੍ਰਗਟ ਹੀ ਦੱਸਿਆ ਸੀ ਵੀ ਭਾਈ ਗੋਂਦੇ ਨੇ ਸਮਾਧੀ 'ਚ ਸਾਡੇ ਘੁੱਟ ਕੇ ਚਰਨ ਫੜੇ ਹੋਏ ਹਨ। 4 ਜਾਮ ਬੈਠੇ ਹੀ ਰਹੇ। ਇਹਨਾਂ ਸਿੱਖਾਂ ਦੱਸਿਆ ਵੀ ਭਾਈ ਜੇ ਗੋਂਦੇ ਜੀ ਨੇ ਸਮਾਧੀ ਲਾਈ ਨਾ ਤਾਂ ਗੁਰੂ ਹਰਿ ਸਾਹਿਬ ਜੀ ਨੇ ਦੱਸਿਆ ਵੀ ਭਾਈ ਗੋਂਦੇ ਨੇ ਸਮਾਧੀ 'ਚ ਸਾਡੇ ਚਰਨ ਪਕੜੇ
ਤੇ ਜਿਵੇਂ ਭਾਈ ਗੋਂਦਾ 4 ਪੈਰ ਉੱਥੇ ਬੈਠਾ ਰਿਹਾ, ਐਵੇਂ 4 ਪੈਰ ਗੁਰੂ ਹਰਿ ਸਾਹਿਬ ਵੀ ਇੱਕ ਥਾਂ ਤੇ ਚਰਨ ਟਿਕਾ ਕੇ ਬੈਠੇ ਰਹੇ। ਕਹਿਤ ਪਏ ਅਮਰੇ ਪਦ ਗਏ। ਸਾਨੂੰ ਇਹ ਦੱਸਿਆ ਵੀ ਅਸੀਂ ਬੇਨਤੀ ਕੀਤੀ ਵੀ ਮਹਾਰਾਜ ਉੱਠਦੇ ਕਿਉਂ ਨਹੀਂ, ਲੰਗਰ 'ਚ ਚੱਲੋ। ਤਾਂ ਸਤਿਗੁਰੂ ਕਹਿੰਦੇ ਕਿਵੇਂ ਉੱਠੀਏ, ਭਾਈ ਗੋਂਦੇ ਨੇ ਸਾਡੇ ਚਰਨ ਪਕੜੇ ਨੇ ਧਿਆਨ ਦੁਆਰਾ। ਕਮ ਲੰਗਰ ਮੈਂ ਕਰੈ ਧਿਆਨਾ। ਵੀ ਦੱਸੋ ਸਿੱਖੋ ਅਸੀਂ ਲੰਗਰ ਵਿੱਚ ਚੱਲ ਕੇ ਕਿਵੇਂ ਜਾਈਏ ਬਿਨਾਂ ਚਰਨ ਛਡਾਏ ਤੇਰੇ ਤੋਂ। ਸੰਗਾਸਨ ਕਿਰਪਾ ਨਿਧਾਨਾ। ਇਸ ਤਰ੍ਹਾਂ ਕਾਬਲ ਦੀਆਂ ਸੰਗਤਾਂ ਨੂੰ ਕੀਰਤਪੁਰ ਸਾਹਿਬ ਦੇ ਸਿੱਖਾਂ ਨੇ ਕਿਹਾ ਵੀ ਮਹਾਰਾਜ ਕਿਰਪਾ ਦੇ ਘਰ ਸੰਘਾਸਨ ਤੇ ਹੀ ਬਿਰਾਜਮਾਨ ਰਹੇ ਸਾਰਾ ਦਿਨ। ਸੁਨ ਦੋਏ ਦੇਸ਼ ਕੇ ਸਭ ਬਿਰਤਾਂਤ। ਦੋਵਾਂ ਪਾਸਿਆਂ ਦੇ ਸਿੱਖ ਸੇਵਕ ਬਿਰਤਾਂਤ ਸੁਣ ਕੇ ਇੱਕ ਦੂਸਰੇ ਦੇ ਕੋਲ, ਜਿਵੇਂ ਭਾਈ ਗੋਂਦੇ ਦੀ ਸਮਾਧੀ ਲੱਗੀ ਉਹਨਾਂ ਕੀਰਤਪੁਰ ਸਾਹਿਬ ਵਾਲਿਆਂ ਨੂੰ ਦੱਸਿਆ, ਇਹਨਾਂ ਨੇ ਮਹਾਰਾਜ ਸਾਹਿਬ ਜਿਵੇਂ ਬੈਠੇ ਰਹੇ ਉਹ ਕਾਬਲ ਦੀ ਸੰਗਤ ਨੂੰ ਦੱਸਿਆ। ਇਸ ਮੈਂ ਹੋਏ ਲੱਖ ਸਿਧਾਂਤ। ਮਹਾਰਾਜ ਸਾਹਿਬ ਜੀ ਦਾ ਪ੍ਰੇਮ ਪਿਆਰ ਵੇਖ ਕੇ, ਭਾਈ ਗੋਂਦਾ ਜੀ ਦੀ ਅਵਸਥਾ ਵੇਖ ਕੇ ਸਭ ਅਚਰਜ ਹੈਰਾਨ ਹੋ ਗਏ। ਸਤਿਗੁਰ ਮਹਿਮਾ ਮਹਾਮਾਨੇ। ਕਹਿੰਦੇ ਵੀ ਸਤਿਗੁਰੂ ਸਾਹਿਬ ਜੀ ਦੀ ਜੋ ਮਹਿਮਾ ਵਡਿਆਈ ਬੜੀ ਮਹਾਨ, ਵੱਡੀ ਤੋਂ ਵੱਡੀ ਹੈ। ਅਲਪਗ ਜੀਵਾਮ ਜਾਣੇ। ਅਸੀਂ ਤਾਂ ਅਲਪਗ ਜੀਵ ਹੈ, ਤੁਸ ਜੇ ਸਾਨੂੰ ਕਿਹੜਾ ਗਿਆਨ ਹੈ, ਅਸੀਂ ਕੀ ਜਾਣ ਸਕਦੇ ਪ੍ਰੇਮ ਦੀਆਂ ਖੇਡਾਂ ਨੂੰ। ਭਾਈ ਗੋਂਦੇ ਕੀ ਵਡਿਆਈ। ਇਸ ਤਰ੍ਹਾਂ ਭਾਈ ਗੋਂਦੇ ਦੀ ਵਡਿਆਈ ਵੀ ਉਹ ਬ੍ਰਹਮ ਗਿਆਨੀ ਗੁਰਸਿੱਖ ਹੈ। ਭਾਈ ਅਦਬ ਸ੍ਰੀ ਮੁਖ ਤੇ ਗਾਈ। ਜਦੋਂ ਮਹਾਰਾਜ ਨੇ ਆਪਣੋ ਮੁਖੋਂ ਕਹਿ ਕੇ ਸੰਗਤ ਨੂੰ ਦੱਸੀ ਵੀ ਏਡਾ ਉਹ ਪ੍ਰੇਮ 'ਚ ਸਮਾਧੀ ਲਾਉਣ ਵਾਲਾ ਏ, ਤੇ ਸਾਰੀ ਸੰਗਤ ਵਿੱਚ ਵਡਿਆਈ ਹੋਰ ਪ੍ਰਗਟ ਹੋ ਗਈ। ਪ੍ਰੇਮ ਅਧੀਨ ਪਰਮੇਸ਼ਰ ਜਾਨਾ। ਤੇ ਇਧਰ ਗੁਰੂ ਹਰਿ ਸਾਹਿਬ ਜੀ ਨੂੰ ਵੀ ਪ੍ਰੇਮ ਦੇ ਅਧੀਨ ਪਰਮੇਸ਼ਰ ਨੂੰ ਜਾਣਿਆ ਵੀ ਪਰਮੇਸ਼ਰ ਵੀ ਪ੍ਰੇਮ ਦੇ ਅਧੀਨ ਹੈ। ਨਿਤ ਪ੍ਰੇਮੀ ਕੇ ਬਸੀ ਮਾਨਾ। ਹਾਂ, ਜਿਹੜੇ ਪ੍ਰੇਮ ਕਰਦੇ ਨੇ ਵੇਖੋ ਮਹਾਰਾਜ ਉਹਨਾਂ ਦੇ ਵਸੀਕਾਰ ਰਹਿੰਦੇ ਹਨ। ਅਸ ਪ੍ਰਭੂ ਜੋ ਮਨੋ ਵਿਸਾਰੇ। ਤੇ ਸਿੱਖ ਆਪਸ ਵਿੱਚ ਭਜਨ ਕਰਦੇ ਵੀ ਐਸੇ ਵੇਖੋ ਵੀ ਦਿਆਲੂ ਸਤਿਗੁਰਾਂ ਨੂੰ ਜਿਹੜਾ ਮਨੋਂ ਭੁਲਾ ਦੇਵੇ ਬੰਦਾ। ਮਾਨਵ ਜਨਮ ਜਗਤ ਸੇ ਹਾਰੇ। ਉਹ ਮਾਨੋ ਵੀ ਆਪਣਾ ਮਨੁੱਖਾ ਜਨਮ ਸੰਸਾਰ 'ਚ ਖਰਾਬ ਕਰਕੇ ਹੀ ਜਾਵੇਗਾ, ਜਿਹੜਾ ਐਸੇ ਅੰਤਰਜਾਮੀ ਪ੍ਰੇਮ ਦੇ ਵਸੀਕਾਰ ਸਤਿਗੁਰੂ ਕਿਰਪਾਲੂ ਸਤਿਗੁਰੂ ਨੂੰ ਭੁਲਾਈ ਛੱਡੇ। ਦੁਹਰਾ ਸ੍ਰੀ ਸਤਿਗੁਰ ਹਰਿ ਰਾਏ ਜੀ। ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਹਰਿ ਸਾਹਿਬ ਸਤਵੇਂ ਪਾਤਸ਼ਾਹ ਸਿੱਖਨ ਦੇ ਉਪਦੇਸ਼। ਕੀਰਤਪੁਰ ਸਾਹਿਬ ਵਿੱਚ ਜੋ ਵੀ ਸਿੱਖ ਸੰਗਤ ਆਉਂਦੀ ਹੈ ਉਹਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ ਨੇ। ਨਿਮਿਤ ਲੰਗਰ ਕਰੋ। ਹਰ ਇੱਕ ਨੂੰ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਹਿੱਤ ਧਾਰ ਕੇ ਗੁਰੂ ਦੀ ਖੁਸ਼ੀ ਲੈਣ ਲਈ ਲੰਗਰ ਤਿਆਰ ਕਰੋ ਸਿੱਖੋ। ਹੋਏ ਕਲਿਆਣ ਵਿਸ਼ੇਸ਼। ਜੇ ਲੰਗਰ ਬਣਾ ਕੇ ਆਏ ਗਏ ਗਰੀਬ ਗੁਰਬੇ ਸਿੱਖ ਸੰਗਤ ਨੂੰ ਛਕਾਓਗੇ, ਵਿਸ਼ੇਸ਼ ਤੌਰ ਤੇ ਤੁਹਾਡੀ ਕਲਿਆਣ ਮੁਕਤੀ ਕਰਾਂਗੇ ਅਸੀਂ। ਚੌਪਈ ਇਮ ਸਤਿਗੁਰ ਤੇ ਸੁਨ ਸਿੱਖ ਜਾਵੇ। ਐਵੇਂ ਜੋ ਵੀ ਕੀਰਤਪੁਰ ਆਉਂਦਾ ਹੈ ਸਤਿਗੁਰੂ ਕੋਲੋਂ ਲੰਗਰ ਲਾਉਣ ਦਾ ਹੁਕਮ ਸੁਣ ਕੇ ਆਪੋ ਆਪਣੇ ਨਗਰਾਂ ਨੂੰ ਜਾਂਦੇ ਨੇ। ਨਿਜ ਨਿਜ ਗ੍ਰਹਿ ਲੰਗਰ ਵਰਤਾਵੇ। ਤੇ ਪਾਤਸ਼ਾਹ ਦੀ ਆਗਿਆ ਨਾਲ ਸਿੱਖ ਜਿੰਨਾ ਕਿਸੇ ਦਾ ਬਲ ਪੈਂਦਾ ਆਪੋ ਆਪਣੇ ਘਰਾਂ ਦੇ ਵਿੱਚ ਲੰਗਰ ਬਣਾ ਕੇ ਆਏ ਗਏ ਨੂੰ ਛਕਾਉਂਦੇ, ਲੰਗਰ ਵਰਤਾਉਂਦੇ ਹਨ। ਕਰਨ ਨ ਕੋਈ ਪਾਏ। ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਵੀ ਕੋਈ ਵੀ ਜੀਵ ਜਿੱਥੇ ਸਿੱਖ ਵਸਦੇ ਨੇ ਉੱਥੇ ਭੁੱਖਾ ਨਹੀਂ ਸੌਂਦਾ। ਸਤ ਸੰਗਤ ਕੋ ਦੇ ਤ੍ਰਿਪਤਾਏ। ਗੁਰੂ ਮਹਾਰਾਜ ਦੇ ਸਿੱਖ ਆਪੋ ਆਪਣੇ ਘਰਾਂ 'ਚ ਹੀ ਲੰਗਰ ਤਿਆਰ ਕਰਕੇ ਸਤ ਸੰਗਤ ਨੂੰ, ਗਰੀਬਾਂ ਨੂੰ, ਲੋੜਵੰਦਾਂ ਨੂੰ, ਸਾਧੂਆਂ ਨੂੰ ਤ੍ਰਿਪਤ ਕਰਦੇ ਰਜਾਉਂਦੇ ਹਨ। ਗ੍ਰਾਮਨ ਮੈਂ ਗੁਰਸਿੱਖ ਜਾਣ। ਜਿਹੜੇ ਕਿਸੇ ਸ਼ਹਿਰ ਦੇ ਵਿੱਚ, ਜਿਹੜੇ ਕਿਸੇ ਪਿੰਡ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਹਰਿ ਸਾਹਿਬ ਜੀ ਦੇ ਸਿੱਖ ਵਸਦੇ ਨੇ, ਉਦਰ ਸੋ ਭੋਜਨ ਪ੍ਰਾਪਤ ਤਾਂ। ਉੱਥੇ ਜਿਹੜਾ ਵੀ ਕੋਈ ਭੁੱਖਾ ਹੁੰਦਾ ਕਿਸੇ ਨੂੰ ਪਤਾ ਲੱਗ ਜਾਵੇ ਬਸ ਵੀ ਇੱਥੇ ਸਿੱਖ ਰਹਿੰਦੇ ਨੇ, ਉਹਦੇ ਘਰੇ ਜਾਣ ਤੇ ਅੱਗੋਂ ਉਹਨਾਂ ਦੀ ਭੁੱਖ ਮਿਟਦੀ ਹੈ ਤੇ ਛਕਣ ਵਾਸਤੇ ਰਜਵਾਂ ਭੋਜਨ ਮਿਲਦਾ ਹੈ ਸਿੱਖਾਂ ਦੇ ਘਰਾਂ ਚੋਂ। ਨਿਰਤਨ ਰੰਕ ਅਨਾਥ ਮਾਨੇ। ਜਿਹੜੇ ਤਾਂ ਸਿੱਖ ਸਾਧ ਸੰਗਤ ਜਿਨ ਕੇ ਬਹੁਤ ਧਨ। ਨਿਰਤਨ ਰੰਕ ਅਨਾਥ ਮਾਨੇ। ਜਿਹੜੇ ਤਾਂ ਨਿਰਧਨ ਨੇ, ਜਿਨ੍ਹਾਂ ਕੋਲ ਕੋਈ ਵਿਚਾਰਿਆਂ ਕੋ ਮਾਇਆ ਨਹੀਂ ਹੈ, ਬਹੁਤੇ ਰੰਗ ਕੰਗਲੇ ਨੇ, ਜਾਂ ਅਨਾਥ ਜਿਨ੍ਹਾਂ ਦਾ ਕੋਈ ਮਾਈ ਬਾਪ ਵੀ ਨਹੀਂ ਹੈ, ਸਾਂਭਣ ਵਾਲਾ ਹੀ ਨਹੀਂ ਹੈ। ਅੰਗ ਭੰਗ ਹੋਏ ਮਿਲੇ ਨਾ ਖਾਨੇ। ਤੇ ਜਿਨ੍ਹਾਂ ਦਾ ਕਿਸੇ ਦੇ ਸਰੀਰ ਦਾ ਕੋਈ ਅੰਗ ਟੁੱਟਿਆ ਫੁੱਟਿਆ, ਸਰੀਰ ਦਾ ਕਿਸੇ ਕਾਰਨ ਕੋਈ ਅੰਗ ਭੰਗ ਹੋ ਗਿਆ ਹੈ, ਮਿਲੇ ਨਾ ਖਾਣੇ।
ਤੇ ਸਰੀਰ ਦੇ ਅੰਗ ਭੰਗ ਹੋਣ ਕਰਕੇ ਕੋਈ ਮਿਹਨਤ ਮਜ਼ਦੂਰੀ ਨਹੀਂ ਹੁੰਦੀ, ਜਿਸ ਕਰਕੇ ਖਾਣ ਨੂੰ ਵੀ ਕੁਝ ਨਹੀਂ ਮਿਲਦਾ। ਸੋ ਸਗਰੇ ਪੁਰ ਗ੍ਰਾਮ ਮਝਾਰਾ, ਉਹ ਜਿਹੜੇ ਲੋੜਵੰਦ ਨੇ ਸਭ ਨਗਰਾਂ ਦੇ ਵਿੱਚ, ਸਭ ਸ਼ਹਿਰਾਂ ਦੇ ਵਿੱਚ, ਗੁਰ ਸਿੱਖਨ ਕੇ ਕਰੇ ਆਹਾਰ, ਜਿੱਥੇ ਵੀ ਗੁਰੂ ਸਾਹਿਬ ਜੀ ਦੇ ਸਿੱਖ ਵਸਦੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਭੋਜਨ ਛਕਦੇ, ਲੰਗਰ ਛਕ ਲੈਂਦੇ ਹਨ ਰਜਵਾਨ। ਜਿਨਕੇ ਬਹੁਤ ਧਨ ਗ੍ਰਹਿ ਮੈਂ ਨਾਈ, ਤੇ ਕਈ ਸਿੱਖ ਜਿਹੜੇ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤਾ ਧਨ ਨਹੀਂ ਹੈ, ਉਹ ਕਮਾਈ ਕਰਦੇ ਆ ਪਰ ਮਾਇਆ ਖੁੱਲੀ ਨਹੀਂ, ਜਿਨ੍ਹਾਂ ਸਿੱਖਾਂ ਦੇ ਕੋਲ ਵੀ ਸੋ ਮਿਲ ਕਰਕੇ ਆਪ ਸਮਾਈ, ਉਹ ਇਉਂ ਕਰਦੇ ਆ ਵੀ ਜਿਹੜਾ ਤਾਂ ਸਰਦਾ ਬਣਦਾ, ਜਿਹਦੇ ਕੋਲ ਗੁੰਜਾਇਸ਼ ਹੈ, ਉਹ ਤਾਂ ਸਿੱਖ ਕੱਲਾ ਕੱਲਾ ਹੀ ਆਪਣੇ ਘਰ 'ਚ ਲੰਗਰ ਬਣਾ ਕੇ ਰੱਖ ਲੈਂਦੇ ਆ ਤੇ ਸੰਗਤ ਨੂੰ, ਲੋੜਵੰਦਾਂ ਨੂੰ ਛਕਾਈ ਜਾਂਦੇ। ਹਰ ਘਰ 'ਚ ਹੀ ਦੇਗ ਲੰਗਰ ਵਰਤਣ ਲੱਗ ਪਿਆ ਸਿੱਖਾਂ ਦੇ। ਤੇ ਜਿਹੜੇ ਸਿੱਖ ਇਕੱਲੇ ਨਹੀਂ ਲਾ ਸਕਦੇ, ਉਹ 4-4 5-5 ਜਾਣੇ ਰਲ ਮਿਲ ਕੇ ਤੇ ਇੱਕ ਨੀਅਤ ਥਾਂ ਕਰਕੇ, ਜਿਵੇਂ ਧਰਮਸ਼ਾਲਾ ਆਦਿਕ ਬਣਾ ਕੇ, ਉੱਥੇ ਇਕੱਠੇ ਹੋ ਕਰਕੇ ਸਿੱਖ ਸੰਗਤ ਜਿਹੜੀ ਹੈ ਗੁਰੂ ਸਾਹਿਬ ਦੀ ਆਗਿਆ ਮੰਨ ਕੇ ਲੰਗਰ ਲਾਉਂਦੀ ਹੈ। ਇੱਕ ਥਲ ਦੇਵ ਗੁਰੂ ਹਿਤ ਕਰੇ, ਤੇ ਗੁਰੂ ਮਹਾਰਾਜ ਸਾਹਿਬ ਜੀ ਦਾ ਹਿੱਤ ਰੱਖ ਕੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਲੰਗਰ ਸਿੱਖ ਤਿਆਰ ਕਰਦੇ ਹਨ। ਸਦਤ ਹੋਤ ਸੋ ਉਦਰ ਸੋ ਭਰੈ, ਸ਼ੁੱਧਤ ਹੋਤ ਸੋ ਉਦਰ ਸੋ ਭਰੈ। ਜਿਹੜਾ ਵੀ ਕੋਈ ਭੁੱਖਾ ਆ ਜਾਂਦਾ ਹੈ ਗੁਰਸਿੱਖਾਂ ਦੇ ਕੋਲ, ਉਹ ਆਪਣਾ ਪੇਟ ਭਰ ਕੇ, ਢਿੱਡ ਭਰ ਕੇ ਜਾਂਦਾ ਏ। ਗੁਰ ਸਿੱਖਨ ਪੈ ਜਾਏ, ਇਸ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਕਈ ਯਾਤਰਾ ਕਰਨ ਵਾਸਤੇ ਆਉਂਦੇ ਨੇ ਤੇ ਨਗਰ ਵਿੱਚ ਲੰਘਦਿਆਂ ਵੇਲਾ ਕਵੇਲਾ ਹੁੰਦਾ ਤੇ ਉਹ ਗੁਰੂ ਕੇ ਸਿੱਖਾਂ ਦਾ ਘਰ ਪੁੱਛ ਕੇ ਉਹਨਾਂ ਦੇ ਘਰੇ ਚਲੇ ਜਾਂਦੇ ਹਨ। ਸਨਮਾਨੈ ਕਰਬੋ ਪਾਏ, ਤੇ ਅੱਗੇ ਉਹ ਸਿੱਖ ਜਿਹੜੇ ਨੇ ਦੂਰ ਦੇਸ਼ ਤੋਂ ਆਏ ਹੋਏ ਸਿੱਖਾਂ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਤੇ ਉਹਨਾਂ ਦਾ ਅਦਬ ਸਨਮਾਨ ਕਰਦੇ, ਬਹੁਤੇ ਪ੍ਰੇਮ ਦੇ ਸਹਿਤ ਭੋਜਨ ਕੋ ਤੇ ਤ੍ਰਿਪਤਾਵੇਂ, ਉਹਨਾਂ ਨੂੰ ਆਪਣੇ ਘਰੇ ਬਿਠਾ ਕੇ ਚਰਨ ਧੋਂਦੇ ਹਨ ਤੇ ਚਰਨ ਧੋ ਕੇ ਸੇਵਾ ਕਰਕੇ ਤੇ ਬਹੁਤ ਤਰ੍ਹਾਂ ਦੇ ਪਕਵਾਨ ਬਣਾ ਕੇ ਭੋਜਨ ਛਕਾ ਕੇ ਤ੍ਰਿਪਤ ਕਰਦੇ ਹਨ। ਸਿੱਖ ਕੋ ਰਹਿਣ ਨ ਪਾਵੇ, ਇਸ ਤਰ੍ਹਾਂ ਮਹਾਰਾਜ ਗੁਰੂ ਹਰਿ ਸਾਹਿਬ ਨੇ ਇਹਨਾਂ ਸਿੱਖਾਂ 'ਚ ਲੰਗਰ ਦੀ ਮਰਿਆਦਾ ਪ੍ਰਚਲਿਤ ਕਰਤੀ। ਪਹਿਲਾਂ ਵੀ ਲੰਗਰ ਲੱਗਦੇ ਸੀ, ਪਹਿਲਾਂ ਗੁਰੂ ਘਰਾਂ ਦੀ ਮਰਿਆਦਾ ਸੀ ਧਰਮਸ਼ਾਲਾ 'ਚ, ਪਰ ਮਹਾਰਾਜ ਨੇ ਕਿਹਾ ਹਰ ਸਿੱਖ ਦੇ ਘਰ ਦੇ ਵਿੱਚ ਹੀ ਲੰਗਰ ਦੇਗ ਬਣੇ ਵੀ ਜਦੋਂ ਕੋਈ ਲੋੜਵੰਦ ਆਵੇ ਭੁੱਖਾ ਨਾ ਜਾਵੇ। ਇਵੇਂ ਜਿਹੜੇ ਨਿੱਤ ਰਹਿਣ ਵਾਲੇ ਨੇ ਸ਼ਹਿਰ ਨਗਰਾਂ ਦੇ, ਉਹ ਵੀ ਛਕ ਕੇ ਰੱਜਦੇ ਨੇ। ਜੇ ਕੋਈ ਸਿੱਖ ਸੰਗਤ ਕੀਰਤਪੁਰ ਸਾਹਿਬ ਯਾਤਰਾ ਨੂੰ ਆਉਂਦੀ ਹੈ, ਰਾਹ ਵਿੱਚ ਰੁਕਦੇ ਨੇ ਜਿੱਥੇ, ਉਹ ਵੀ ਸਿੱਖਾਂ ਦੇ ਘਰ ਜਾਂਦੇ ਨੇ ਤੇ ਭੋਜਨ ਛਕ ਕੇ ਰੱਜ ਕੇ ਆਉਂਦੇ ਹਨ ਖੁਸ਼ ਹੋ ਕੇ। ਤਾਰ ਗੁਰ ਸਿੱਖਨ ਸੇਵੈ, ਤੇ ਇਸ ਤਰ੍ਹਾਂ ਸਿੱਖ ਗੁਰੂ ਦੇ ਸਿੱਖਾਂ ਦਾ ਮਾਣ ਸਨਮਾਨ ਕਰਦੇ ਨੇ, ਬਹੁਤ ਭਾਵਨਾ ਰੱਖ ਕੇ, ਬਹੁਤ ਪ੍ਰੀਤ ਦੇ ਨਾਲ ਸੇਵਾ ਕਰਦੇ, ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦੇ। ਸਾਦਰ ਸਤ ਸੰਗਤ ਮਿਲ ਜੋਵੈ, ਤੇ ਸਤ ਸੰਗਤ ਦੇ ਵਿੱਚ ਮਿਲ ਕੇ ਬੜੇ ਸਤਿਕਾਰ ਦੇ ਨਾਲ ਭੋਜਨ ਪ੍ਰਸ਼ਾਦ ਛਕਦੇ ਛਕਾਉਂਦੇ ਹਨ। ਇਹ ਸਭ ਦਿਸ ਤੇ ਸਤਿਗੁਰ ਪਾਸ, ਤੇ ਇਸ ਪ੍ਰਕਾਰ ਨਾਲ ਜਿਹੜੀ ਸੰਗਤ ਯਾਤਰਾ ਕਰਦੀ ਹੈ, ਜਿਵੇਂ ਯਾਤਰਾ ਕਰਦੇ ਆ ਸਿੱਖ ਸੰਗਤਾਂ ਦੇ ਕੋਲੋਂ ਭੋਜਨ ਛਕਦੇ ਆ, ਜਦੋਂ ਸਤਿਗੁਰੂ ਸਾਹਿਬ ਕੋਲ ਜਾਂਦੇ ਹਨ ਤੇ ਉਹ ਸਿੱਖ ਆਣ ਕੇ ਗੁਰੂ ਹਰਿ ਸਾਹਿਬ ਜੀ ਨੂੰ ਬੇਨਤੀਆਂ ਕਰਦੇ ਹਨ। ਜਦੋਂ ਮਹਾਰਾਜ ਪੁੱਛਦੇ ਨੇ ਕਿੱਥੋਂ ਆਏ, ਵੀ ਕਿਵੇਂ ਆਏ, ਰਾਜ ਕਿਵੇਂ, ਫਿਰ ਸਮਾਂ ਲੰਘਾਇਆ ਲੰਗਰ ਪ੍ਰਸ਼ਾਦਾ, ਤੇ ਕਹਿੰਦੇ ਮਹਾਰਾਜ ਫਲਾਣੇ ਨਗਰ ਦੇ ਵਿੱਚ, ਫਲਾਣੇ ਪਿੰਡ ਦੇ ਵਿੱਚ ਆਪ ਜੀ ਦੇ ਮਹਾਰਾਜ ਜਿਹੜੇ ਸਿੱਖ ਨੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਦੇਗ ਲੰਗਰ ਚੱਲਦਾ, ਹਰ ਸਮੇਂ ਉੱਥੇ ਲੋੜਵੰਦ ਛਕਦੇ ਰਹਿੰਦੇ ਨੇ। ਸੁਣ ਸਤਿਗੁਰ ਹੋਏ ਪ੍ਰਸੰਨ, ਤੇ ਯਾਤਰਾ ਕਰਦੀ ਸੰਗਤ ਜੋ ਪਹੁੰਚਦੀ ਮਹਾਰਾਜ ਕੋਲ, ਉਹਨਾਂ ਕੋਲ ਸੁਣ ਕੇ ਗੁਰੂ ਹਰਿ ਸਾਹਿਬ ਬੜੇ ਖੁਸ਼ ਹੁੰਦੇ। ਨਿਜ ਸਿੱਖਨ ਕੋ ਭਾਖੈ ਧੰਨ, ਤੇ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਧੰਨ ਨੇ ਗੁਰੂ ਨਾਨਕ ਸਾਹਿਬ ਦੇ ਸਿੱਖ ਵੀ ਜੋ ਸਾਡੇ ਬਚਨਾਂ ਨੂੰ ਕਮਾ ਰਹੇ ਨੇ। ਦੇਖ ਗੁਰੂ ਕੀ ਬਹੁਤ ਸਥਾਨ, ਇਸ ਤਰ੍ਹਾਂ ਬਹੁਤ ਸਥਾਨਾਂ ਦੇ ਬਹੁਤ ਥਾਵਾਂ ਕੇ ਗੁਰੂ ਦਾ ਦੇਗ ਲੰਗਰ ਚੱਲ ਪਿਆ। ਤੇ ਦੇਗ ਲੰਗਰ ਚੱਲਣ ਕਰਕੇ ਹਰ ਇੱਕ ਪਿੰਡ ਸ਼ਹਿਰ ਵਿੱਚ ਗੁਰੂ ਘਰ ਦੀ ਬਹੁਤ ਮਹਾਨ ਮਹਿਮਾ ਫੈਲ ਗਈ। ਜਸ ਹੋਏ ਸ੍ਰੀ ਸਤਿਗੁਰ ਕੇ, ਜਿਹੜਾ ਵੀ ਕੀ ਲੋੜਵੰਦ ਭਾਵੇਂ ਅਣਮਤੀਆ ਹੈ, ਅਣਧਰਮੀ ਹੈ, ਉਹਨਾਂ ਨੂੰ ਭੋਜਨ ਪ੍ਰਸ਼ਾਦ ਜਦੋਂ ਛਕਣ ਵਾਸਤੇ ਮਿਲਦਾ ਏ
ਤੇ ਉਹ ਖੁਸ਼ ਹੋ ਕੇ ਗੁਰੂ ਘਰ ਦਾ ਜਸ ਕਰਦੇ ਨੇ, ਵਡਿਆਈ ਕਰਦੇ ਨੇ। ਜਿਵੇਂ ਆ ਵੀ ਹੁਣ ਆ ਕਿਵੇਂ ਕਾਲ ਦਾ ਹੀ ਸਮਾਂ ਇੱਕ ਤਰ੍ਹਾਂ ਦਾ ਚੱਲਿਆ ਨਾ 2-3 ਮਹੀਨਿਆਂ ਤੋਂ, ਤੇ ਗੁਰੂ ਕੇ ਸਿੱਖ ਜਿਹੜੇ ਹਨ ਇਹਨਾਂ ਨੇ ਖੁੱਲ੍ਹੇ ਲੰਗਰ ਲਾ ਦੇ ਜਿੱਥੇ ਕਿੱਥੇ ਵੀ ਵੱਸਦੇ ਨੇ। ਤੇ ਉਹ ਦੂਸਰੇ ਧਰਮਾਂ ਦੇ ਲੋਕ ਜਿਹੜੇ ਨੇ ਉਹ ਸਿਫਤ ਕਰ ਰਹੇ ਨੇ ਵੀ ਗੁਰੂ ਨਾਨਕ ਦਾ ਘਰ ਹੈ, ਵੀ ਜਿਹੜਾ ਵੇਖੋ ਬਿਪਤਾ ਨਾ ਸਿੱਖਾਂ ਦੇ ਵੀ ਨਾਲ ਹੀ ਓਨੀ ਪਈ ਨਾ ਜਿੰਨੀ ਬਾਕੀ ਦੁਨੀਆ ਦੇ ਪਈ ਹੈ। ਬਿਮਾਰੀ ਦਾ ਡਰ ਤੇ ਸਾਰਿਆਂ ਨੂੰ ਹੀ ਓਨਾ ਹੈ ਨਾ, ਜਿੰਨਾ ਬਾਕੀ 8 ਅਰਬ ਦੀ ਗਿਣਤੀ ਦੇ ਲੋਕਾਂ ਨੂੰ ਡਰ ਹੈ, ਉਹਨਾਂ ਕੁਝ ਕਰੋੜਾਂ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਵੀ ਤੇ ਡਰ ਹੈ ਸਰੀਰ ਕਰਕੇ, ਪਰ ਪਰਵਾਹ ਨਹੀਂ ਕੀਤੀ। ਇਹਨੂੰ ਕਹਿੰਦੇ ਨੇ ਬੇਪਰਵਾਹੀ, ਬੇਖੌਫ ਨਿਡਰ ਹੋ ਕੇ ਲੋੜਵੰਦਾਂ ਦੀ ਸੇਵਾ ਕੀਤੀ। ਤੇ ਅਣਮਤੀਆਂ ਨੂੰ ਵੀ ਕਹਿਣਾ ਪੈ ਗਿਆ ਵੀ ਧੰਨ ਨੇ ਗੁਰੂ ਕੇ ਸਿੱਖ। ਅਮਰੀਕਾ ਵਰਗੇ ਦੇਸ਼ ਨੇ ਕਹਿ ਦਿੱਤਾ ਵੀ ਸਿੱਖਾਂ ਦੇ ਗੁਰਦੁਆਰੇ ਹਰ ਇੱਕ ਸ਼ਹਿਰ ਨਗਰ 'ਚ ਹੋਣੇ ਚਾਹੀਦੇ ਨੇ, ਕਿਉਂਕਿ ਮੁਸੀਬਤ 'ਚ ਇਹੀ ਕੰਮ ਹੁੰਦੇ ਨੇ। ਉੱਥੋਂ ਦੀ ਪੁਲਿਸ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅਮਰੀਕਾ 'ਚ ਆਪਣੀਆਂ ਗੱਡੀਆਂ ਦੇ ਹੂਟਰ ਵਜਾਉਂਦਿਆਂ ਗੁਰੂ ਘਰਾਂ ਦੀਆਂ ਪਰਿਕਰਮਾ ਕੀਤੀਆਂ, ਹੈਲੀਕਾਪਟਰਾਂ ਦੇ ਨਾਲ ਫੁੱਲਾਂ ਦੀ ਵਰਖਾ ਕੀਤੀ। ਦਿੱਲੀ ਵਿੱਚ ਵੀ ਕਰਨਾ ਪਿਆ ਉਹਨਾਂ ਨੂੰ ਗੁਰੂ ਘਰਾਂ ਦੀ ਪਰਿਕਰਮਾ ਦੇਵੇਂ ਵਰਖਾ, ਕਿਉਂਕਿ ਗੁਰੂ ਕੇ ਸਿੱਖਾਂ ਨੇ ਇਹ ਜੋ ਮਰਿਆਦਾ ਗੁਰੂ ਨਾਨਕ ਸਾਹਿਬ ਤੋਂ ਚੱਲੀ ਤੇ ਮਹਾਰਾਜ ਸਾਹਿਬ 7ਵੇਂ ਪਾਤਸ਼ਾਹ ਦੀ ਕਰਾਉਂਦਿਆਂ ਘਰ ਘਰ ਵਿੱਚ ਲੰਗਰ ਦੀ ਮਰਿਆਦਾ ਫੈਲ ਗਈ ਵੀ ਹਰ ਸਿੱਖ ਹੀ ਲੰਗਰ ਲਾ ਦੇਵੇ ਲੋੜਵੰਦ ਵਾਸਤੇ। ਉਹ ਅੱਜ ਵੀ ਮਰਿਆਦਾ ਸਤਿਗੁਰਾਂ ਦੀ ਕਾਇਮ ਹੈ। ਸ਼ਰਧਾ ਵਾਲੇ ਅੱਜ ਵੀ ਸਭ ਥਾਵਾਂ ਦੇ ਉਸੇ ਤਰ੍ਹਾਂ ਸੇਵਾ ਕਰਦੇ ਨੇ, ਉਸੇ ਤਰ੍ਹਾਂ ਸਾਧ ਸੰਗਤ ਲੋੜਵੰਦਾਂ ਨੂੰ ਉਹਨਾਂ ਦੀ ਮਦਦ ਕਰਦੇ ਨੇ। ਜਿਹੜੇ ਕਹਿੰਦੇ ਨਾ ਕਹਿੰਦੇ ਵੀ ਇਹ ਜਿਹੜਾ ਕਿਤਾਬਾਂ ਦੇ ਲੰਗਰ ਲਾਉਣੇ ਚਾਹੀਦੇ ਆ, ਜਦੋਂ ਭੁੱਖ ਲੱਗੇ ਉਦੋਂ ਕਿਤਾਬਾਂ ਨਹੀਂ ਖਾਧੀਆਂ ਜਾਂਦੀਆਂ, ਉਦੋਂ ਪ੍ਰਸ਼ਾਦਾ ਹੀ ਕੰਮ ਆਉਂਦਾ ਹੈ। ਇਹ ਜੋ ਗੁਰੂ ਸਾਹਿਬ ਦੀ ਮਰਿਆਦਾ ਹੈ ਬੜੀ ਉੱਤਮ ਮਰਿਆਦਾ ਹੈ। ਤਾਈਓ ਦੇ ਮਹਾਰਾਜ ਨੇ ਕਿਹਾ ਵੀ ਜਿਹੜਾ ਸਿੱਖ ਆਵੇ ਵੀ ਜੇ ਉਹਨੂੰ ਭੁੱਖ ਹੀ ਹੈ, ਮਰਿਆਦਾ ਵੀ ਇਹ ਬਣਾਈ ਵੀ ਪਹਿਲਾਂ ਪੰਗਤ ਵਿੱਚ ਜਾਓ। ਇਹ ਨਾ ਹੋਵੇ ਮੁੜ ਕੇ ਸੰਗਤ 'ਚ ਬੈਠੇ ਆ ਲੰਗਰ ਵੱਲ ਝਾਕੀ ਜਾਈਏ ਵੀ ਉੱਧਰ ਜਾਣਾ ਹੁੰਦਾ ਨਾ ਸਮਾਗਮਾਂ 'ਤੇ, ਲੰਗਰ ਮਗਰੋਂ ਵਰਤਾਉਂਦੇ ਨੇ, ਪਹਿਲਾਂ ਸਮਾਗਮ ਹੁੰਦੇ ਨਹੀਂ। ਮਰਿਆਦਾ ਵੀ ਲੰਗਰ ਪਹਿਲਾਂ ਹੀ ਵਰਤਾ ਦਿਓ ਵੀ ਛਕ ਕੇ ਬੈਠੋ ਦੀਵਾਨ 'ਚ, ਲੰਗਰ 'ਚ ਕੋਈ ਸਮਾਗਮ ਹੋਵੇ ਬਾਅਦ ਝਾਕ ਨਾ ਰਵੇ ਵੀ ਉੱਠ ਕੇ ਉੱਧਰ ਜਾਣਾ ਹੈ। ਗੁਰੂ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਦੀ ਭਾਵਨਾ ਵੱਧ ਤੋਂ ਵੱਧ ਹੋਵੇ ਫੇਰ। ਸੋ ਇਸ ਪ੍ਰਕਾਰ ਦੇ ਨਾਲ ਹੁਣ ਤੀਕਰ ਮਰਿਆਦਾ ਜੋ ਚੱਲ ਰਹੀ ਹੈ ਗੁਰੂ ਹਰਿ ਸਾਹਿਬ ਦੇ ਸਮੇਂ ਤੋਂ ਕਾਇਮ ਹੈ। ਤੇ ਘਰ ਘਰ ਵਿੱਚ ਲੰਗਰ ਛਕਣ ਵਾਲੇ ਗੁਰੂ ਹਰਿ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜਸ ਕਰਦੇ ਨੇ। ਉੱਚ ਨੀਚ ਬਹੁ ਦੇਸ਼ ਕਨੇਰਾ, ਕੋਈ ਉੱਚਾ ਹੋਵੇ ਕੋਈ ਨੀਵਾਂ ਹੋਵੇ, ਬਹੁਤ ਦੇਸ਼ਾਂ ਦੇ ਅੰਦਰ ਬਹੁਤ ਸਾਰੇ ਲੋਕ ਦਰਸ਼ਨ ਗੁਰ ਕੇ ਚੱਲ ਆਵੇ। ਤੇ ਜਾਂ ਜਿਹੜੀ ਵੀ ਸੰਗਤ ਗੁਰੂ ਦੀ ਯਾਤਰਾ ਕਰਦਿਆਂ ਹੋਇਆਂ ਗੁਰੂ ਦੇ ਦਰਸ਼ਨਾਂ ਨੂੰ ਚੱਲ ਕੇ ਆਉਂਦੀ ਹੈ। ਕਿਰਪਾਲ ਉਪਦੇਸ਼ ਦ੍ਰਿੜਾਵੇ, ਸਾਰਿਆਂ ਨੂੰ ਮਹਾਰਾਜ ਕਿਰਪਾਲੂ ਹੋ ਕੇ ਉਪਦੇਸ਼ ਦ੍ਰਿੜ ਕਰਾਉਂਦੇ ਨੇ। ਉੱਚੀਆਂ ਨੀਵਿਆਂ ਨੂੰ ਸਭ ਨੂੰ ਮਹਾਰਾਜ ਸਿੱਖਿਆ ਦਿੰਦੇ ਹਨ। ਮਨ ਸਿੱਖ ਹੋਏ ਜੋ ਸੇਵਾ ਕਰੇ, ਕਹਿੰਦੇ ਵੀ ਜਿਹੜਾ ਵੀ ਸਾਡਾ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਸਾਡੀ ਸਿੱਖਿਆ ਲੈ ਕੇ ਜਿੰਨੇ ਵੀ ਚਰਨ ਅੰਮ੍ਰਿਤ ਛਕ ਕੇ, ਜਿਵੇਂ ਹੁਣ ਖੰਡੇ ਦਾ ਅੰਮ੍ਰਿਤ ਛਕ ਕੇ ਸਿੱਖੀ ਧਾਰੀ ਹੈ, ਉਹ ਹਮੇਸ਼ਾ ਹੀ ਜਿੰਨੇ ਸਾਹ ਚੱਲਦੇ ਨੇ ਕਿਰਤ ਕਮਾਈ ਕਰਦੇ ਆ, ਅਖੀਰਲੇ ਸਵਾਸਾਂ ਦਾ ਹੀ ਸੇਵਾ ਕਰਦਾ ਰਹੇ। ਮਨ ਭਗਤੀ ਕੋ ਧਰੇ, ਮਨ ਨੀਵਾਂ ਕਰਕੇ ਰੱਖੇ। ਸੇਵਾ ਕਰਦੇ ਆ ਵੀ ਕਦੀ ਇਹ ਨਾ ਆਖੇ ਵੀ ਅਸੀਂ ਆਹ ਕਰ ਦਿੱਤਾ, ਅਖਬਾਰਾਂ 'ਚ ਕੱਢ ਕੇ ਦੱਸਣਾ ਨਾ ਪਵੇ ਵੀ ਅਸੀਂ ਕੀ ਕੀਤਾ। ਆਪੇ ਹੀ ਸਾਰਿਆਂ ਨੂੰ ਦਿਖੇ ਐਸੀ ਸੇਵਾ ਮਨ ਨੀਵਾਂ ਰੱਖ ਕੇ ਕਰੇ ਤੇ ਪ੍ਰੇਮਾ ਭਗਤੀ ਕਰਦਾ ਰਹੇ ਸਦਾ। ਪਰਉਪਕਾਰ ਸਦਾ ਵਰਤਾਰੇ, ਤੇ ਹਿਰਦੇ ਵਿੱਚ ਸਦਾ ਪਰਉਪਕਾਰ ਦੀ ਭਾਵਨਾ ਰੱਖੇ। ਅੱਜ ਕੱਲ੍ਹ ਸਾਡੇ ਹੁੰਦਾ ਹੈ ਨਾ ਰਿਵਾਜ ਪੈ ਗਿਆ ਇਹ ਦੁਨੀਆ ਵੱਲ ਵੇਖ ਕੇ, ਕਿਸੇ ਦੀ ਕੋਈ ਮੁਸ਼ਕਲ ਹੋਵੇ ਤੇ ਆਪਾਂ ਕਹਿੰਦੇ ਚੱਲ ਸਾਨੂੰ ਕੀ ਹੈ ਵੀ ਸਾਡਾ ਕੀ ਇਹ 'ਚ, ਅਸੀਂ ਤਾਂ ਠੀਕ ਹੈ। ਇਹ ਨਹੀਂ ਸਿੱਖੀ ਦੀ ਮਰਿਆਦਾ। ਸਿੱਖਾਂ ਦੀ ਮਰਿਆਦਾ ਹੈ ਵੀ ਜੇ ਕਿਸੇ 'ਤੇ ਮੁਸੀਬਤ ਪਈ ਹੈ, ਜੇ ਕਿਸੇ ਦੇ ਕੋਈ ਬਿਪਤਾ ਹੈ ਤਾਂ ਗੁਰਸਿੱਖ ਰਲ ਮਿਲ ਕੇ ਉਪਕਾਰ ਕਰਨ, ਉਹਦੀ ਬਿਪਤਾ ਕੱਢ ਦੇਣ ਜਿਹੋ ਕਿਹੋ ਜਿਹੀ ਹੈ। ਇਹ ਸਿੱਖੀ ਦਾ ਧਰਮ ਹੈ। ਗੁਰੂ 10ਵੇਂ ਪਾਤਸ਼ਾਹ ਦਾ ਇੱਥੋਂ ਤਾਂ ਹੀ ਕਹਿੰਦੇ ਸਰਬਲੋ ਗ੍ਰੰਥ ਵਿੱਚ ਕਹਿੰਦੇ ਆਇਆ ਤਾਂ ਕਾ ਸਫਲ ਹੈ। ਦੁਨੀਆ 'ਚ ਜਨਮ ਲੈ ਕੇ ਆਉਣਾ ਉਹਨਾਂ ਦਾ ਲੇਖੇ ਹੈ। ਪਰਉਪਕਾਰੀ ਹੋਏ ਜਿਹੜੇ ਪਰਾਇਆਂ ਤੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ, ਕਦੀ ਮਿਲੇ ਹੀ ਨਹੀਂ ਜ਼ਿੰਦਗੀ 'ਚ, ਉਹਨਾਂ ਦੇ ਵੀ ਜਿਹੜੇ ਉਪਕਾਰ ਕਰਦੇ ਨੇ। ਦੁੱਖ ਸਹਿ ਸਿਰੇ ਆਪਣੇ ਸਿਰ ਤੇ ਮੁਸੀਬਤ ਝੱਲ ਕੇ ਵੀ ਸੁਖਦਾਈ ਸਭ ਕੋਏ ਸਾਰਿਆਂ ਨੂੰ ਸੁਖੀ ਕਰ ਦੇਵੇ। ਫੁੱਲ ਟੁੱਟਦਾ ਟਹਿਣੀ ਨਾਲੋਂ
ਦੁਖੀ ਹੁੰਦਾ ਹੈ, ਪਰ ਦੂਜਿਆਂ ਨੂੰ ਖੁਸ਼ਬੂ ਦੇ ਕੇ ਉਹ ਖੁਸ਼ ਕਰ ਦਿੰਦਾ ਏ। ਕੰਡਾ ਨਾਲ ਵੀ ਲੱਗਾ ਰਹਿੰਦਾ ਹੈ, ਪਰ ਫਿਰ ਵੀ ਜਿਹਦੇ ਚੁੱਭ ਜਾਵੇ ਉਹਨੂੰ ਦੁੱਖ ਦਿੰਦਾ। ਕੰਡਿਆਂ ਵਰਗੇ ਨਹੀਂ ਬਣਨਾ, ਕੰਡਿਆਂ ਨਾਲ ਵੀ ਬਤੀਤ ਕਰਕੇ ਦੂਜਿਆਂ ਨੂੰ ਸੁੱਖ ਦੇਣ ਵਾਲੇ ਬਣਨਾ, ਉਹਨਾਂ ਦਾ ਜੀਵਨ ਸਫਲ ਹੈ। ਕਿਸੂ ਕੀ ਨ ਨਿੰਦ ਉਚਾਰੇ। ਸੋ ਕਿਸੇ ਦੀ ਫਿਰ ਮਹਾਰਾਜ ਕਹਿੰਦੇ ਨਿੰਦਾ ਨਾ ਕਰੇ, ਸਿੱਖ ਦਾ ਧਰਮ ਹੈ। ਸਾਨੂੰ ਆਦਤ ਹੁੰਦੀ ਜਦੋਂ 2-4 ਬੈਠ ਜਾਈਏ ਤੇ ਫਿਰ ਕਿਸੇ ਨਾ ਕਿਸੇ ਦੀ ਕੋਈ ਗੱਲ ਤੋਰ ਲੈਂਦੇ ਆ ਤੇ ਫਿਰ ਬਸ ਗੰਦਗੀ ਖਾਣੇ ਹੀ ਹੈ। ਪਰ ਮਹਾਰਾਜ ਕਹਿੰਦੇ ਨਾ, ਇਹ ਨਿੰਦਾ ਕਰਨ ਵੀ ਗੰਦਗੀ ਵਿਸ਼ਟਾ ਨਹੀਂ ਖਾਣਾ। ਜਿਵੇਂ ਸਾਧ ਸੰਗਤ ਸੂਰ ਗੰਦਗੀ ਖਾਂਦਾ ਹੈ ਨਾ, ਇਸੇ ਤਰ੍ਹਾਂ ਨਿੰਦਾ ਕਰਨਾ ਜਿਹੜੀ ਹੈ ਗੰਦਗੀ ਖਾਣੀ ਹੈ। ਜਿੰਨੀ ਨਿੰਦਾ ਕਰਾਂਗੇ ਸਮਝੋ ਵੀ ਅਸੀਂ ਮਲ ਮੂਤਰ ਹੀ ਖਾ ਰਹੇ ਹਾਂ ਤੇ ਜੀਵਨ ਗਰਕ ਹੋ ਰਿਹਾ ਸਾਡਾ। ਤੇ ਪਾਤਸ਼ਾਹ ਕਹਿੰਦੇ ਵੀ ਕਿਸੇ ਦੀ ਨਿੰਦਾ ਨਾ ਕਰੇ। ਨਿੰਦਾ ਕੀ ਹੁੰਦੀ ਆ? ਵੀ ਅਣ ਹੋਏ ਕਿਸੇ ਦੇ ਦੋਸ਼ ਆਰੋਪਣੇ, ਅਣ ਹੋਈਆਂ ਗੱਲਾਂ ਕਰ ਕਰਕੇ ਕਿਸੇ ਨੂੰ ਨੀਵਾਂ ਵਿਖਾਉਣਾ, ਕਿਸੇ ਦੀ ਬਦਨਾਮੀ ਕਰਨੀ, ਇਹ ਸਿੱਖ ਨਾ ਕੰਮ ਕਰੇ। ਸਤਨਾਮ ਕੋ ਨਹੀਂ ਵਿਸਾਰੇ। ਤੇ ਸਦਾ ਸਤਨਾਮ ਵਾਹਿਗੁਰੂ ਜਪੇ, ਕਦੀ ਵੀ ਪਰਮੇਸ਼ਰ ਦਾ ਸਿਮਰਨ ਕਰਨਾ ਨਾ ਦਿਲੋਂ ਭੁਲਾਵੇ। ਆਉਂਦਿਆਂ ਜਾਂਦਿਆਂ ਕੰਮ ਕਾਰ ਕਰਦਿਆਂ, ਉਠਤ ਬੈਠਤ ਹਿਰਦੇ ਸੰਭਾਰੇ। ਉੱਠਦਿਆਂ ਵੀ ਕਵੇ ਵਾਹਿਗੁਰੂ, ਬਹਿੰਦਿਆਂ ਵੀ ਕਹੇ ਵਾਹਿਗੁਰੂ। ਗੱਲ ਕੀ ਹਰ ਕੰਮ ਕਾਜ ਵੇਲੇ ਸਿਮਰਨ ਚੱਲਦਾ ਰਹੇ ਹਿਰਦੇ 'ਚ। ਕਿਰਤ ਧਰਮ ਕੀ ਸਦਾ ਕਮਾਵੇ। ਕਰਮ ਧਰਮ ਕੀ, ਧਰਮ ਦਾ ਕਰਮ ਕਰੇ ਸਦਾ। ਕਰਮ ਧਰਮ ਕਿਹੜੇ ਕਮਾਉਣੇ ਹਨ? ਪਰ ਉਪਕਾਰ ਨਿਸ਼ਕਾਮ ਕਰਮ ਕਮਾਵੇ। ਸੇਵਾ ਸਿੱਖਨ ਕੋ ਤ੍ਰਿਪਤਾਵੇ। ਗੁਰ ਸਿੱਖਾਂ ਦੀ ਲੋੜਵੰਦਾਂ ਦੀ ਸੇਵਾ ਕਰੇ, ਭੁੱਖੇ ਨੂੰ ਰਜਾਵੇ, ਤ੍ਰਿਪਤ ਕਰ ਦੇਵੇ। ਏਕ ਬੇਰ ਬੈਸਾਖੀ ਮੇਲੇ। ਇਸ ਤਰ੍ਹਾਂ ਹੀ ਸਾਧ ਸੰਗਤ ਵਿਸਾਖੀ ਦਾ ਜੋੜ ਮੇਲਾ ਸੀ। ਇੱਕ ਵਾਰ ਕੀਰਤਪੁਰ ਸਾਹਿਬ ਲੱਗਾ ਹੋਇਆ। ਦੇਸ਼ ਦੇਸ਼ ਕੇ ਸਿੱਖ ਸਕੇਲੇ। ਤੇ ਬਹੁਤ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਇਕੱਠੇ ਹੋਏ ਸਨ ਕੀਰਤਪੁਰ ਸਾਹਿਬ। ਗੁਰ ਸਿੱਖਨ ਚਿਤ ਚਾਉ ਵਿਸਾਲੇ। ਸਭ ਸਿੱਖਾਂ ਦੇ ਮਨ ਵਿੱਚ ਬੜਾ ਚਾਅ ਹੈ ਵੀ ਜੋੜ ਮੇਲੇ ਤੇ ਆਏ ਆ, ਗੁਰੂ ਦੇ ਦਰਸ਼ਨ ਕਰਾਂਗੇ। ਚਲੇ ਆਏ ਮਿਲ ਕਰ ਇਤ ਨਾਲੇ। ਬਹੁਤ ਹਿੱਤ ਪ੍ਰੇਮ ਦੇ ਨਾਲ ਚੱਲ ਕੇ ਆਏ ਨੇ ਮਿਲ ਕੇ। ਇੱਕ ਤਾਂ ਚਾਅ ਇਹ ਹੈ ਵੀ ਗੁਰੂ ਸਾਹਿਬ ਦੇ ਦਰਸ਼ਨ, ਫਿਰ ਜਿਵੇਂ ਵਿਸਾਖੀ ਦੇ ਜਾਂ ਦੀਪਮਾਲਾ ਤੇ ਆਉਣ ਵਾਲੀ ਸੰਗਤ ਨੂੰ ਚਾਅ ਇਹ ਹੁੰਦਾ ਸੀ ਵੀ ਦੂਰ ਦੇਸ਼ਾਂ ਦੀਆਂ ਸੰਗਤਾਂ ਨਾਲ ਵੀ ਮੇਲ ਮਿਲਾਪ ਹੋਵੇਗਾ। ਜਥਾ ਜੋਗ ਉਪਾਰਨ ਲੀਨੇ। ਜਿੰਨਾ ਜਿੰਨਾ ਕਿਸੇ ਦਾ ਬਲ ਪੈਂਦਾ ਸੀ ਆਪਣੀ ਸ਼ਰਧਾ ਅਨੁਸਾਰ ਭੇਟਾ ਲੈ ਕੇ ਆਏ ਸਭਨ ਗੁਰ ਦਰਸ਼ਨ ਕੀ। ਸਾਰਿਆਂ ਨੇ ਆ ਕੇ ਕੀਰਤਪੁਰ ਸਾਹਿਬ ਗੁਰੂ ਜੀ ਦੇ ਦਰਸ਼ਨ ਦਿਦਾਰੇ ਕੀਤੇ ਹਨ। ਔਰ ਭਇਓ ਆਨੰਦ। ਮਹਾਰਾਜ ਦੇ ਦਰਸ਼ਨ ਕਰ ਕਰਕੇ ਆਨੰਦ ਦੇ ਸਹਿਤ ਹੋ ਗਏ ਸਿੱਖ। ਗਰਜ ਗੋਰਜ ਪੂਰਨ ਚੰਦ। ਤੇ ਇਸ ਤਰ੍ਹਾਂ ਮਹਾਰਾਜ ਬਰਾਜੇ ਨੇ ਵੀ ਗਨ ਚਕੋਰ, ਜਿਵੇਂ ਬਹੁਤੀਆਂ ਚਕੋਰਾਂ ਹੋਣ, ਜਿਹਦੀ ਚੰਨ ਨਾਲ ਚੰਦਰਮਾ ਨਾਲ ਪ੍ਰੀਤੀ ਹੁੰਦੀ, ਸਿੱਖ ਐਵੇਂ ਜਿਵੇਂ ਚਕੋਰ ਹੋਵੇ। ਬਹੁਤੀਆਂ ਚਕੋਰਾਂ ਇਕੱਠੀਆਂ ਹਨ। ਪੂਰਨ ਚੰਦ ਗੁਰੂ ਸਾਹਿਬ ਜੀ ਐਵੇਂ ਵਿੱਚ ਬਰਾਜ ਰਹੇ ਨੇ ਜਿਵੇਂ ਪੂਰਨਮਾਸ਼ੀ ਦੇ ਚੰਦਰਮਾ ਹੋਣ। ਚੰਦ ਚਕੋਰ ਦਾ ਪ੍ਰੇਮ ਹੋ ਰਿਹਾ ਏ। ਸਤਿਗੁਰ ਸੂਰਜ ਨਗਰੀ ਆਏ। ਤੇ ਹੋਰ ਮਹਿਮਾ ਕਰਦੇ ਆ ਵੀ ਗੁਰੂ ਮਹਾਰਾਜ ਸਾਹਿਬ ਐਵੇਂ ਤਖਤ ਤੇ ਬਰਾਜ ਰਹੇ ਮਾਨੋ ਜਿਵੇਂ ਸੂਰਜ ਚੜਿਆ ਹੋਵੇ। ਲੋਚਨ ਕਮਲ ਸਭਨ ਬਿਕਸਾਏ। ਤੇ ਸਿੱਖਾਂ ਦੇ ਨੇਤਰ ਐਵੇਂ ਆ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖਿੜਦਾ, ਐਵੇਂ ਸਿੱਖ ਵੇਖ ਕੇ ਨੇਤਰਾਂ ਦੇ ਨਾਲ ਖੁਸ਼ ਹੁੰਦੇ ਨੇ ਮਹਾਰਾਜ ਨੂੰ। ਚਾਤਰਕ ਹੋਏ ਅਦਕ ਤਰਖਾਏ। ਜਿਵੇਂ ਚਾਤਰਕ ਪਪੀਹਾ ਸਵਾਂਤੀ ਬੂੰਦ ਤੋਂ ਬਿਨਾਂ ਬਹੁਤਾ ਹੀ ਪਿਆਸਾ ਰਹਿੰਦਾ ਨਾ, ਭਾਵੇਂ ਨਦੀਆਂ ਨਾਲਿਆਂ ਸਮੁੰਦਰ ਦਾ ਪਾਣੀ ਕਿੰਨਾ ਹੈ, ਪਰ ਸਵਾਂਤੀ ਬੂੰਦ ਤੋਂ ਬਗੈਰ ਪਪੀਹੇ ਨੂੰ ਜਿਵੇਂ ਪਿਆਸ ਲੱਗੀ ਰਹਿੰਦੀ ਤੇ ਧਿਆਇਆ ਹੀ ਰਹਿੰਦਾ ਏ। ਗੁਰੂ ਦਰਸ਼ਨ ਤ੍ਰਿਪਤਾਏ। ਐਵੇਂ ਸਿੱਖ ਏਦਾਂ ਹੈ ਮਾਨੋ ਜਿਵੇਂ ਪਪੀਹੇ ਹੋਣ ਤੇ ਸਵਾਂਤੀ ਬੂੰਦ ਮਹਾਰਾਜ ਦੇ ਦਰਸ਼ਨਾਂ ਦੀ ਭੁੱਖ ਪਿਆਸ ਲੱਗੀ ਆ। ਬੂੰਦ ਗੁਰੂ ਦਰਸ਼ਨ ਤ੍ਰਿਪਤਾਏ। ਤੇ ਜੋ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ ਕੀਰਤਪੁਰ ਸਾਹਿਬ ਆ ਕੇ ਨੇਤਰਾਂ ਨਾਲ, ਇਹ ਮਾਨੋ ਵੀ ਇਹ ਸਿੱਖਾਂ ਰੂਪੀ ਪਪੀਆਂ ਨੂੰ ਸਵਾਂਤੀ ਬੂੰਦ ਅੰਮ੍ਰਿਤ ਪ੍ਰਾਪਤ ਹੋਇਆ ਹੈ, ਜਿਸ ਕਰਕੇ ਰੱਜ ਗਏ ਨੇ, ਖੁਸ਼ ਹੋਏ ਨੇ। ਜਿਸ ਪ੍ਰਕਾਰ ਮ੍ਰਿਗ ਤ੍ਰਿਸ਼ਨਾ ਧਾਏ। ਜਿਸ ਤਰ੍ਹਾਂ ਕਹਿੰਦੇ ਵੀ ਹਿਰਨ ਨੂੰ ਜਦੋਂ ਪਿਆਸ ਲੱਗਦੀ ਹੈ ਮਾਰੂ ਥਲਾਂ ਵਿੱਚ ਦੌੜਦਾ ਹੈ, ਬਹੁਤ ਇੱਧਰ ਉੱਧਰ ਭਟਕਦਾ ਏ। ਸਦਾ ਸਮੁੰਦਰ ਮਿਲਿਓ ਹਰਿ ਖਾਏ। ਤੇ ਪਿਆਸੇ ਹਿਰਨ ਨੂੰ ਜਿਵੇਂ ਕਹਿੰਦੇ ਵੀ ਅੰਮ੍ਰਿਤ ਦਾ ਸਮੁੰਦਰ ਮਿਲ ਜਾਵੇ ਤੇ ਪਾਣੀ ਪੀ ਕੇ ਉਹ ਖੁਸ਼ ਹੁੰਦਾ ਹੈ ਨਾ, ਇਸੇ ਪ੍ਰਕਾਰ ਜਿਹੜੇ ਗੁਰਸਿੱਖ ਹਨ ਇਹ ਦੂਰ ਦੇਸ਼ਾਂ ਤੋਂ ਆ ਰਹੇ ਨੇ ਮਾਨੋ ਜਿਵੇਂ ਪਿਆਸੇ ਹਿਰਨ ਹੁੰਦੇ ਨੇ। ਜੋ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦਾ ਮਾਨੋ ਸਮੁੰਦਰ ਨੇ, ਤੇ ਗੁਰੂ ਸਾਹਿਬ ਕੋਲੋਂ ਪਹੁੰਚ ਕੇ
ਮਹਾਰਾਜ ਦੇ ਬਚਨ ਅੰਮ੍ਰਿਤ ਵਰਗੇ ਸੁਣ ਕੇ ਬੜੇ ਖੁਸ਼ ਹੁੰਦੇ ਹਨ। ਮਨੋ ਪੌਰ ਗਨ ਭ੍ਰਮਤ ਬਿਲਾਂਦ ਸਿੱਖ ਇਸ ਤਰ੍ਹਾਂ ਮਾਨੋ ਵੀ ਮਹਾਰਾਜ ਦੇ ਹਜੂਰ ਆ ਰਹੇ ਨੇ ਵੀ ਜਿਵੇਂ ਬਹੁਤੇ ਸਾਰੇ ਭੌਰੇ ਉਡਾਰੀਆਂ ਮਾਰ ਰਹੇ ਹੋਣ। ਭਏ ਸਥਿਰ ਪਿਗ ਪਗ ਅਰਬਿੰਦ ਜਿਵੇਂ ਬਹੁਤੇ ਭੌਰੇ ਜਿਹੜੇ ਕਮਲ ਦਾ ਫੁੱਲ ਵੇਖ ਕੇ ਉਹ ਚੋਂ ਪਰਾਗ ਜਿਹਾ ਧੂੜਾ ਜਿਹਾ ਰਸ ਲੈਣ ਲਈ ਉਹ ਫੁੱਲ ਦੇ ਉੱਤੇ ਬਹਿੰਦੇ ਨੇ ਨਾ, ਐਵੇਂ ਮਹਾਰਾਜ ਸਾਹਿਬ ਮਹਾਰਾਜ ਜੀ ਇਦਾਂ ਨੇ। ਸਤਿਗੁਰਾਂ ਦੇ ਜਿਹੜੇ ਚਰਨ ਨੇ ਜਿਵੇਂ ਮਾਨੋ ਕਮਲ ਹੈ, ਤੇ ਸਿੱਖ ਸਾਰੇ ਇਦਾਂ ਮਹਾਰਾਜ ਦੇ ਪ੍ਰੇਮ ਚ ਆ ਕੇ ਮਸਤ ਹੋਏ ਨੇ ਜਿਵੇਂ ਭੌਰਾ ਜਿਹੜਾ ਕਮਲ ਦੇ ਫੁੱਲਾਂ ਦੀ ਸੁਗੰਧੀ ਲੈਂਦਾ ਏ। ਦਰਸ਼ਨ ਕਰ ਉਪਹਾਰ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰ ਕਰਕੇ ਤੇ ਉਪਹਾਰਾਂ ਦੇ ਕੇ ਹੱਥ ਜੋੜ ਪਗ ਬੰਦਨ ਹੱਥ ਜੋੜ ਜੋੜ ਮਹਾਰਾਜ ਦੇ ਚਰਨਾਂ ਦੇ ਮੱਥਾ ਟੇਕ ਰਹੇ ਹਨ। ਬੈਠੇ ਸ੍ਰੀ ਸਤਿਗੁਰ ਪਰਿਵਾਰ ਜਿੱਥੇ ਮਹਾਰਾਜ ਜੀ ਵਿਰਾਜਮਾਨ ਨੇ, ਸਿੱਖ ਪਰਿਵਾਰ ਉਹ ਘੇਰਾ ਘੱਟ ਕੇ ਚਾਰ ਸਫੇਰੇ ਗੁਰੂ ਸਾਹਿਬ ਦੇ ਬੈਠ ਗਏ। ਜਤਾ ਚੰਦਰਮਾ ਉੱਡ ਦਿਸ ਚਾਰਿਓ ਕਹਿੰਦੇ ਵੀ ਇਦਾਂ ਲੱਗਦਾ ਜਿਵੇਂ ਪੂਰਨਮਾਸ਼ੀ ਦੇ ਚੰਦਰਮੇ ਨੂੰ ਚਾਰ ਸਫੇਰੇ ਨੂੰ ਤਾਰਿਆਂ ਨੇ ਘੇਰਿਆ ਹੁੰਦਾ। ਸਿੱਖ ਤਾਰਿਆਂ ਦੀ ਨਿਆਈ ਤੇ ਮਹਾਰਾਜ ਚੰਦਰਮਾ ਵਾਂਗ ਬਰਾਜੇ ਨੇ ਦੀਵਾਨ ਵਿੱਚ। ਉਸ ਵੇਲੇ ਜਿਹੜੇ ਸਿਆਣੇ ਸਿਆਣੇ ਸਿੱਖ ਸਨ ਮਹਾਰਾਜ ਨਾਲ ਬਚਨ ਬਲਾਸ ਸ਼ੁਰੂ ਕਰਦੇ ਕਰਨੇ ਗੱਲ ਚਲਾਈ। ਸਿੱਖਨ ਦੇਖ ਬਣਾਈ ਮਹਾਰਾਜ ਜਿਹੜੇ ਫਲਾਣੇ ਨਗਰ ਦੇ ਸਿੱਖ ਨੇ ਤੁਹਾਡੀ ਸਿੱਖਿਆ ਮੰਨ ਕੇ ਬਹੁਤ ਦੇਗ ਲੰਗਰ ਚਲਾਉਂਦੇ ਹਨ। ਸੰਗਤ ਕੀ ਸੇਵਾ ਕਰੀ ਬਹੁਤ ਸਿੱਖ ਸੰਗਤ ਦੀ ਸੇਵਾ ਕਰਦੇ, ਗਰੀਬ ਗੁਰਬੇ ਨੂੰ ਭੁੱਖਾ ਨਹੀਂ ਜਾਣ ਦਿੰਦੇ। ਤੋਂ ਬੜਾ ਹੀ ਪ੍ਰੇਮ ਧਾਰਨ ਕਰਕੇ ਆਏ, ਜਿਉਂ ਆਇਆ ਕਹਿੰਦੇ ਨੇ ਮੱਥੇ ਵੱਟ ਵੀ ਨਹੀਂ ਪਾਉਂਦੇ ਵੇਖ ਕੇ ਵੀ ਇਹ ਕਿੱਧਰ ਆ ਗਿਆ। ਆਇਆ ਵੇਖ ਕੇ ਖੁਸ਼ ਹੁੰਦੇ ਨੇ ਤੇ ਜਿਉਂ ਆਇਆ ਕਹਿੰਦੇ ਬੜਾ ਪ੍ਰੇਮ ਕਰਦੇ ਹਨ ਸਿੱਖ। ਬ੍ਰਾਹਮਣ ਸਤਿਗੁਰ ਜਸ ਭਇਓ ਤੇ ਮਹਾਰਾਜ ਜੀ ਉਹ ਇਸ ਤਰ੍ਹਾਂ ਜਿਹੜੇ ਸਿੱਖ ਸੇਵਾ ਕਰਦੇ ਨੇ ਨਾ ਆਏ ਗਏ ਦੀ, ਤੇ ਉਹ ਸੁਣ ਸੁਣ ਕਰਕੇ ਆਪ ਜੀ ਦਾ ਚਾਰ ਸਫੇਰੇ ਬਹੁਤ ਸਾਰਾ ਜਸ ਨਗਰਾਂ ਸ਼ਹਿਰਾਂ ਚ ਹੁੰਦਾ ਏ। ਲੰਗਰ ਕੋ ਸਿੱਖਣ ਦਿਓ ਹਾਂ, ਨਿਤ ਲੰਗਰ ਕੋ ਸਿੱਖਣ ਦਿਓ। ਮਹਾਰਾਜ ਨਿਤਾ ਪ੍ਰਤੀ ਜਿਹੜੇ ਸਿੱਖ ਹਨ ਉਹ ਸਿੱਖਾਂ ਨੂੰ ਲੰਗਰ ਛਕਾਉਂਦੇ ਨੇ ਬਿਠਾ ਕਰਕੇ। ਉਪਦੇਸ਼ ਕਮਾਵੇ ਐਵੇਂ ਆਪ ਜੀ ਦਾ ਮਹਾਰਾਜ ਉਪਦੇਸ਼ ਕਮਾਉਂਦੇ ਨੇ, ਤੁਹਾਡੀ ਸਿੱਖਿਆ ਦੇ ਚੱਲ ਰਹੇ ਹਨ। ਤੇ ਮਹਾਰਾਜ ਆਪ ਜੀ ਦਾ ਪ੍ਰੇਮ ਕਰਕੇ ਆਇਆਂ ਗਿਆਂ ਨੂੰ ਭੋਜਨ ਛਕਾਉਂਦੇ ਹਨ। ਜਦੋਂ ਕੁਝ ਸਿੱਖਾਂ ਨੇ ਗੱਲ ਤੋਰੀ ਮਹਾਰਾਜ ਫਲਾਣੇ ਨਗਰ ਦੇ ਸਿੱਖ ਬੜੀ ਸੇਵਾ ਕਰਦੇ ਆ, ਤੇ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ। ਤੇ ਦੀਵਾਨ ਵਿੱਚ ਬੈਠਿਆਂ ਸਾਰਿਆਂ ਨੂੰ ਸੰਬੋਧਨ ਕਰਕੇ ਮਹਾਰਾਜ ਕਹਿਣ ਲੱਗੇ। ਮਹਾਰਾਜ ਕਹਿੰਦੇ ਵੀ ਜਿਹੜੇ ਏਦਾਂ ਲੰਗਰਾਂ 'ਚ ਲੰਗਰ ਲਾਉਂਦੇ ਆ ਨਗਰਾਂ ਸ਼ਹਿਰਾਂ 'ਚ, ਉਹ ਕਿਹੜੇ ਸਿੱਖ ਨੇ ਦੱਸੋ ਸਾਨੂੰ, ਉਹਨਾਂ ਨੂੰ ਅਸੀਂ ਮਿਲਣਾ ਚਾਹੁੰਦੇ ਆ ਵੀ ਤੁਹਾਡੇ ਚੋਂ ਕਿਹੜੇ ਕਿਹੜੇ ਸਿੱਖ ਹਨ ਜੋ ਲੰਗਰ ਵਰਤਾਉਂਦੇ ਹਨ। ਤੇ ਪਾਤਸ਼ਾਹ ਕਹਿੰਦੇ ਵੀ ਸਾਡੇ ਕੋਲ ਲੈ ਕਰਕੇ ਆਓ ਦੇਗ ਦੇਤ, ਜਿਹੜੇ ਲੰਗਰ ਦੇਗ ਦੇਤ ਭੋਜਨ ਪ੍ਰਸ਼ਾਦ ਬਣਾ ਕੇ ਤੇ ਆਏ ਗਏ ਨੂੰ ਦਿੰਦੇ ਛਕਾਉਂਦੇ ਨੇ, ਉਹ ਲਿਆਓ ਸਾਡੇ ਸਾਹਮਣੇ ਵਿਖਾਓ ਕਿਹੜੇ ਹਨ, ਵੇਖੀਏ ਤਾਂ ਸਹੀ। ਸੇਵ ਭਗਤ ਕੀ ਜੁਗਤ ਬਸਾਲਾ ਸੇਵ ਭਗਤ ਕੀ ਜੁਗਤ ਵਿਸਾਲਾ, ਜੋ ਸੇਵਾ ਕਰਨੀ ਪ੍ਰੇਮਾ ਕਰ ਭਗਤੀ ਕਰਨੀ, ਇਹ ਜੋ ਸੇਵਾ ਦੇ ਪ੍ਰੇਮਾ ਭਗਤੀ ਦੀ ਜਿਹੜੀ ਸਭ ਤੋਂ ਸ੍ਰੇਸ਼ਟ ਜੁਗਤ ਹੈ। ਲਿਆਓ ਬਈ ਵਿਖਾਓ ਸਾਨੂੰ ਕਿਹੜੇ ਸਿੱਖ ਸੇਵਾ ਕਰਦੇ, ਅਸੀਂ ਉਹਨਾਂ ਕੋਲ ਇਸ ਵੇਲੇ ਪੁੱਛਦੇ ਹਾਂ ਵੀ ਕਿਵੇਂ ਤੁਸੀਂ ਇਹ ਭਗਤੀ ਸੇਵਾ ਕਰਦੇ ਆ, ਸਾਨੂੰ ਵੀ ਤਾਂ ਪਤਾ ਲੱਗੇ। ਉਸ ਵੇਲੇ ਦੋ ਸਿੱਖ ਮਹਾਰਾਜ ਦਾ ਹੁਕਮ ਸੁਣ ਕੇ ਸੰਗਤਾਂ ਦੇ ਵਿੱਚ ਇੱਧਰ ਉੱਧਰ ਫਿਰੇ ਹਨ। ਜਿੱਥੇ ਜਿੱਥੇ ਵੀ ਉਹਨਾਂ ਵੇਖਿਆ ਨਾ ਵੀ ਜਿਹੜੇ ਜਿਹੜੇ ਸਿੱਖ ਨਗਰਾਂ 'ਚ ਲੰਗਰ ਲਾ ਕੇ ਸੇਵਾ ਕਰਦੇ, ਉਹਨਾਂ ਨੂੰ ਬੈਠਿਆਂ ਵੇਖ ਕੇ ਉਹ ਸਾਰਿਆਂ ਨੂੰ ਇਕੱਠਿਆਂ ਕਰਕੇ ਕਹਿੰਦੇ ਚਲੋ ਵੀ ਤੁਹਾਨੂੰ ਮਹਾਰਾਜ ਸੱਦਦੇ ਨੇ, ਗੁਰੂ ਮਹਾਰਾਜ ਸਾਹਿਬ ਦੇ ਕੋਲ ਲੈ ਆਏ। ਸਾਰੇ ਹੀ ਸਿੱਖ ਮਹਾਰਾਜ ਦੇ ਕੋਲ ਆ ਕੇ ਖੜੇ ਹੋ ਗਏ, ਪਹਿਲਾਂ ਆਉਂਦੇ ਹੀ ਸਿਰ ਝੁਕਾ ਕੇ ਨਮਸਕਾਰ ਕੀਤੀ। ਸਦਵੇਂ ਪਾਤਸ਼ਾਹ ਨੇ ਉਹਨਾਂ ਸਿੱਖਾਂ ਵੱਲ ਵੇਖ ਕਰਕੇ ਜਿਹੜੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਸਾਹਿਬ ਦੇ ਅੱਗੇ ਖਲੋਤੇ ਸਨ ਸਿੱਖ, ਪੁੱਛਿਆ ਗੁਰੂ ਮਹਾਰਾਜ ਸਾਹਿਬ ਨੇ,
हे ਗੁਰਸਿੱਖੋ ਕਿਹੜੇ ਢੰਗ ਨਾਲ ਕਿਸ ਤਰੀਕੇ ਨਾਲ ਤੁਸੀਂ ਲੰਗਰ ਦੇਗ ਦੀ ਸੇਵਾ ਕਰਦੇ ਹੋ। ਉਹਨੇ ਕੀਨ ਸਹਿਤ ਗੁਰਦੇਵਾ ਹਾਂ, ਇਹ ਸੇਵਾ ਗੁਰੂ ਨਾਨਕ ਸਾਹਿਬ ਦਾ ਹਿੱਤ ਪ੍ਰੇਮ ਰੱਖ ਕਰਕੇ ਕਿਵੇਂ ਸੇਵਾ ਕਰਦੇ ਹੋ, ਕਿਵੇਂ ਲੰਗਰ ਤਿਆਰ ਕਰਕੇ ਛਕਾਉਂਦੇ ਹੋ, ਸਾਨੂੰ ਦੱਸੋ। ਤਬ ਸਿੱਖਨ ਸਭ ਭੇਦ ਸੁਨਾਇਓ। ਜਦੋਂ ਮਹਾਰਾਜ ਨੇ ਪੁੱਛਿਆ ਨਾ ਵੀ ਦੱਸੋ ਵੀ ਤੁਸੀਂ ਸੇਵਾ ਕਿਵੇਂ ਕਰਦੇ ਹੋ, ਕਿਹੋ ਜਿਹਾ ਤੁਹਾਡਾ ਇਹ ਨਿਤ ਦੀ ਮਰਿਆਦਾ ਹੈ, ਤੇ ਗੁਰੂ ਸਾਹਿਬ ਜੀ ਦੇ ਕੋਲੋਂ ਸੁਣ ਕਰਕੇ ਉਸ ਵੇਲੇ ਸਿੱਖਾਂ ਨੇ ਦੱਸਿਆ। ਦਇਆ ਧਾਰ ਜੋ ਸਿੱਖ ਚੱਲ ਆਇਓ। ਹਾਂ, ਦਇਆ ਧਾਰ ਜੋ ਸਿੱਖ ਚੱਲ ਆਇਓ। ਮਹਾਰਾਜ ਜਿਹੜਾ ਵੀ ਸਿੱਖ ਦਇਆ ਕਰਕੇ ਸਾਨੂੰ ਸਫਲਿਆਂ ਕਰਨ ਲਈ, ਸਾਡਾ ਜੀਵਨ ਸਫਲ ਬਣਾਉਣ ਲਈ ਕੋਈ ਦਇਆ ਧਾਰ ਕੇ ਜੇ ਸਿੱਖ ਚੱਲ ਕੇ ਆ ਜਾਂਦਾ ਹੈ ਨਾ ਸਾਡੇ ਨਗਰ ਜਾਂ ਘਰ ਵਿੱਚ, ਤਿਸ ਕੋ ਭੋਜਨ ਦੇ ਤ੍ਰਿਪਤਾ। ਮਹਾਰਾਜ ਅਸੀਂ ਉਹਨੂੰ ਆਪ ਭਗਤ ਕਰਕੇ ਭੋਜਨ ਛਕਾ ਕੇ ਤ੍ਰਿਪਤ ਕਰ ਦਿੰਨੇ ਹਾਂ, ਰਜਾ ਦਿੰਨੇ ਹਾਂ। ਸਗਨ ਪਛਾਰੀ ਤੇ ਅਮ ਖਾਏ। ਤੇ ਪਹਿਲਾਂ ਸਿੱਖਾਂ ਨੂੰ ਆਇਆਂ ਨੂੰ ਰਜਾਉਂਦੇ ਆ, ਫਿਰ ਉਹਨਾਂ ਤੋਂ ਬਾਅਦ ਅਸੀਂ ਭੋਜਨ ਪ੍ਰਸ਼ਾਦਾ ਛਕਦੇ ਆਂ। ਉਹ ਨਹੀਂ ਆ ਵੀ ਪਹਿਲਾਂ ਆਪਣੇ ਵਰਤਾਰੇ ਕੱਢ ਕੇ ਰੱਖ ਲੈਣੇ ਤੇ ਫੇਰ ਆਖਣਾ ਵੀ ਜੋ ਵਾਧਾ ਉਹ ਸੰਗਤ 'ਚ ਵਰਤਾਵਾਂਗੇ। ਇਹੋ ਜਿਹੀ ਮਰਿਆਦਾ ਨਹੀਂ। ਕਹਿੰਦੇ ਮਹਾਰਾਜ ਪਹਿਲਾਂ ਆਏ ਗਏ ਨੂੰ ਰਜਾ ਲੈਂਦੇ ਆ, ਜਦੋਂ ਸਿੱਖ ਰੱਜ ਜਾਂਦੇ ਨੇ ਫਿਰ ਮਗਰੋਂ ਅਸੀਂ ਛਕਦੇ ਹਾਂ। ਜਿਤ ਗਿਆ ਤਿਤ ਕਿਰਪਾ ਕਰਿਆ। ਤੇ ਫਿਰ ਮਹਾਰਾਜ ਸਾਡੇ ਦੇ ਕਿਰਪਾ ਕਰਕੇ ਜਿੰਨੇ ਕੁ ਅਤਿਥੀ ਲੋੜਵੰਦ ਗਰੀਬ ਗੁਰਬੇ ਅਚਾਨਕ ਆ ਜਾਣ, ਲੰਗਰ ਤੇ ਆਰ ਸਭ ਖਾਵੇ। ਸਾਰੇ ਮਹਾਰਾਜ ਲੰਗਰ ਵਿੱਚੋਂ ਭੋਜਨ ਛਕਦੇ ਨੇ, ਕਿਸੇ ਨੂੰ ਅਸੀਂ ਖਾਲੀ ਨਹੀਂ ਮੁੜਨ ਦਿੰਦੇ। ਨਿਜ ਸੇਵਾ ਕਰਤੇ ਜਿਮ ਰਹੇ। ਜਿਵੇਂ ਜਿਵੇਂ ਆਪੋ ਆਪਣੇ ਨਗਰਾਂ ਸ਼ਹਿਰਾਂ 'ਚ ਸਿੱਖ ਸੇਵਾ ਕਰਦੇ ਰਹੇ ਸਨ, ਆਪਣੇ ਕਰਮ ਸਮੂਹਨ ਕਹੇ। ਉਹ ਸਾਰਿਆਂ ਸਿੱਖਾਂ ਨੇ ਵਾਰੀ ਵਾਰੀ ਆਪੋ ਆਪਣੇ ਕਰਮ, ਆਪੋ ਆਪਣੀ ਮਰਿਆਦਾ ਗੁਰੂ ਹਰਿ ਸਾਹਿਬ ਜੀ ਨੂੰ ਉਚਾਰ ਕੇ ਦੱਸੇ। ਸੁਨਤ ਖਿਮਾ ਕਰ ਰਹੇ ਗੁਸਾਈ। ਗੁਰੂ ਹਰਿ ਸਾਹਿਬ ਜੀ ਨੇ ਜਦੋਂ ਸੁਣਿਆ ਤੇ ਮਹਾਰਾਜ ਖਿਮਾ ਹੀ ਕਰ ਰਹੇ, ਭਾਵ ਕਿ ਮੌਨ ਹੀ ਧਾਰ ਲਿਆ, ਚੁੱਪ ਹੀ ਹੋ ਗਏ। ਜਗਤ ਦੇ ਮਾਲਕ ਕੁਝ ਬੋਲੇ ਨਾ ਅੱਗੋਂ। ਮੈਂ ਸ੍ਰੀ ਮੁਖ ਤੇ ਕਛੂ ਲਾਈ। ਆਪਣੇ ਸੁਭਾਏ ਮਾਨ ਮੁਖ ਤੋਂ ਕੋਈ ਬਚਨ ਨਾ ਸਤਵੇਂ ਪਾਤਸ਼ਾਹ ਨੇ ਕੀਤਾ। ਸੰਗਤ ਸਭ ਕੀਨ ਬਿਨਤੀ। ਉਦੋਂ ਜਦੋਂ ਕੁਝ ਸਮਾਂ ਲੰਘਿਆ ਸਾਰੀ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਸਾਹਿਬ ਜੀ ਨੂੰ, ਹੇ ਪ੍ਰਭੂ ਜੀ ਹਮੇ ਔਰ ਗਿਣਤੀ। ਮਹਾਰਾਜ ਸਾਡੇ ਦਿਲ ਦੇ ਵਿੱਚ ਚਿੰਤਾ ਜੀ ਹੋ ਗਈ ਆ ਵੀ ਸਾਡੇ ਕੋਲ ਸੁਣ ਕੇ ਜਿਹੜਾ ਤੁਸੀਂ ਚੁੱਪ ਹੋ ਗਏ ਆ, ਸਾਨੂੰ ਕੁਝ ਦੱਸਿਆ ਨਹੀਂ ਹੈ। ਮਹਾਰਾਜ ਕਿਰਪਾ ਕਰਕੇ ਦੱਸੋ, ਜਤਾ ਆਪ ਕੀ ਆਗਿਆ ਹੋਏ। ਜੇ ਅਸੀਂ ਠੀਕ ਨਹੀਂ ਕਰ ਰਹੇ ਸੇਵਾ, ਜੇ ਕੋਈ ਕਮੀ ਹੈ, ਜਿਵੇਂ ਆਪ ਦੀ ਆਗਿਆ ਹੋਵੇ, ਜਿਵੇਂ ਹੁਕਮ ਹੋਵੇ। ਤਾ ਕਰੈ ਸੁਨ ਕੈ ਸਭ ਕੋ। ਮਹਾਰਾਜ ਆਪ ਕਿਰਪਾ ਕਰੋ, ਆਗਿਆ ਕਰੋ, ਅਸੀਂ ਉਸੇ ਤਰ੍ਹਾਂ ਹੀ ਕਰਾਂਗੇ। ਜੇ ਤੁਹਾਨੂੰ ਲੱਗਦਾ ਹੈ ਵੀ ਇਹ ਸਾਡਾ ਤਰੀਕਾ ਗਲਤ ਹੈ ਸੇਵਾ ਦਾ। ਸ੍ਰੀ ਮੁਖ ਤੇ ਸਤਿਗੁਰ ਬੋਲੇ। ਉਸ ਵੇਲੇ ਗੁਰੂ ਹਰਿ ਸਾਹਿਬ ਸਿੱਖਾਂ ਦੀ ਬੇਨਤੀ ਸੁਣ ਕੇ ਕਹਿਣ ਲੱਗੇ, ਜਗਤ ਭਗਤ ਕੀ ਰੀਤ ਅਮੋਲੇ। ਕਹਿੰਦੇ ਵੀ ਇਹ ਜਗਤ ਵਿੱਚ ਜੋ ਪ੍ਰੇਮਾ ਭਗਤੀ ਸੇਵਾ ਕਰਨੀ, ਇਹਦੀ ਮਰਿਆਦਾ ਅਮੋਲਕ ਹੈ, ਇਹਦਾ ਮੁੱਲ ਹੀ ਕੋਈ ਨਹੀਂ ਜਹਾਨ ਅੰਦਰ। ਸੁਨੋ ਸਿੱਖ ਤੁਮ ਅਤ ਪ੍ਰੇਮ ਹੋਰੇ। ਪਾਤਸ਼ਾਹ ਕਹਿੰਦੇ ਹੈ ਗੁਰਸਿੱਖੋ ਸੁਣੋ, ਤੁਸੀਂ ਸਾਡੇ ਬੜੇ ਪਿਆਰੇ ਹੋ, ਸਾਨੂੰ ਬਹੁਤ ਚੰਗੇ ਲੱਗਦੇ ਹੋ ਜੋ ਸੇਵਾ ਕਰਦੇ ਹੋ। ਕਰਨ ਪ੍ਰੇਮ ਕੀ ਨਿਤ ਔਰ ਲੋਰੇ। ਕਿਉਂਕਿ ਤੁਸੀਂ ਵੀ ਪ੍ਰੇਮ ਦੀ ਖੇਡ ਕਰਨੀ ਆਪਣੇ ਦਿਲ ਵਿੱਚ ਸਦਾ ਚਾਹੁੰਦੇ ਹੋ। ਜਾਂਦੇ ਸ਼ੋਭੇ ਉਪਦੇਸ਼ ਬਤਾਓ। ਇਸ ਕਰਕੇ ਤੁਹਾਨੂੰ ਇੱਕ ਮਹਾਰਾਜ ਕਹਿੰਦੇ ਚੰਗਾ ਤੁਹਾਡੇ ਭਲੇ ਦਾ ਉਪਦੇਸ਼ ਅਸੀਂ ਦੱਸਦੇ ਹਾਂ। ਜਬ ਸੰਕਟ ਤੇ ਤੁਮੈ ਛਟਾਵੋ। ਉਹ ਭੇਦ, ਉਹ ਉਪਦੇਸ਼ ਤੁਹਾਨੂੰ ਦੱਸਦੇ ਹਾਂ, ਜਿਸ ਕਰਕੇ ਜਮਾਂ ਦੇ ਦੁੱਖ ਤੋਂ, ਸੰਕਟ ਤੋਂ ਤੁਹਾਨੂੰ ਅਸੀਂ ਛੁਡਾ ਲਵਾਂਗੇ ਜੇ ਤੁਸੀਂ ਸਾਡੇ ਬਚਨ ਅਨੁਸਾਰ ਚੱਲੋਗੇ। ਇਸ ਦਿਨ ਚਿਤਵਨ ਚਿਤਵਤ ਚਿਤ ਮੈਂ। ਇਸ ਦਿਨ ਚਿਤਵਨ ਚਿਤਵਤ ਚਿਤ ਮੈਂ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਅਸੀਂ ਤਾਂ ਰਾਤ ਦਿਨ ਹੀ ਚਿੱਤ ਵਿੱਚ ਇਹੀ ਸੋਚਦੇ ਰਹਿੰਦੇ ਹਾਂ ਨਾਮ ਸਿੱਖ ਪ੍ਰਾਪਤ ਹੋਏ ਸ਼ੁਭ ਮਤ ਮੈਂ। ਕਿ ਵੀ ਜਿਵੇਂ ਕਿਵੇਂ ਸਾਡੇ ਜਿਹੜੇ ਸਿੱਖ ਨੇ ਇਹਨਾਂ ਨੂੰ ਸ਼ੁਭ ਗਤੀ, ਚੰਗੀ ਅਵਸਥਾ, ਮੁਕਤੀ ਆਦਿਕ ਮਿਲੇ, ਜੀਵਨ ਮੁਕਤੀ ਦਾ ਆਨੰਦ ਮਾਣਨ। ਇਸੇ ਤਰ੍ਹਾਂ ਹੀ ਸਾਡੀ ਮਹਾਰਾਜ ਕਹਿੰਦੇ ਭਾਵਨਾ ਰਹਿੰਦੀ ਹੈ ਸਿੱਖਾਂ ਪ੍ਰਤੀ। ਸਮੇਂ ਜੁਗੇ ਤੇ ਜੋ ਸਿੱਖ ਆਏ। ਉਹ ਤੁਹਾਡੇ ਭਲੇ ਦਾ, ਤੁਹਾਡੇ ਦੁੱਖ ਦੂਰ ਕਰਨ ਵਾਲਾ ਉਪਦੇਸ਼ ਮਹਾਰਾਜ ਕਹਿੰਦੇ ਇਹ ਹੈ ਵੀ ਸਿੱਖੋ ਦੱਸੋ
ਵੀ ਜਦੋਂ ਸਮਾਂ ਚੁੱਕ ਜਾਵੇ, ਜਦੋਂ ਸਮਾਂ ਲੰਘ ਜਾਵੇ ਤੇ ਜੇ ਕੋਈ ਸਿੱਖ ਆ ਜਾਵੇ ਤੁਹਾਡੇ ਕੋਲ, ਵੀ ਕਿਨੋ ਆਹਾਰ ਖਵਾਏ ਦੱਸੋ ਵੀ ਉਹਨਾਂ ਨੂੰ ਵੀ ਤੁਸੀਂ ਕੋਈ ਭੋਜਨ ਪ੍ਰਸ਼ਾਦ ਛਕਾਉਂਦੇ ਹੋ ਜਾਂ ਨਹੀਂ ਛਕਾਉਂਦੇ? ਤਿਸ ਕੋ ਫਲ ਉਤਮ ਜਾਨੋ, ਕਿਉਂਕਿ ਜਿਹੜਾ ਸਮੇਂ ਤੋਂ ਚੁੱਕੇ ਹੋਏ ਆਏ ਨੂੰ ਭੋਜਨ ਛਕਾਉਣਾ ਇਹਦਾ ਬਹੁਤ ਹੀ ਉੱਤਮ ਤੇ ਮਹਾਨ ਫਲ ਹੈ, ਇਹ ਜਾਣ ਲਵੋ ਤੁਸੀਂ। ਅੰਨਦਾਨ ਸਮਦਾਨ ਨ ਮਾਨੋ, ਅੰਨਦਾਨ ਕਰਨਾ ਹੈ ਨਾ ਜਿਹੜਾ ਭੁੱਖੇ ਨੂੰ ਕੁਝ ਛਕਾਉਣਾ, ਇਹਦੇ ਬਰਾਬਰ ਦਾ ਦਾਨ ਨਹੀਂ ਕੋਈ ਜਹਾਨ ਅੰਦਰ। ਸਿੱਖ ਬੂਝਤ ਹੋ ਕਿਮ ਲਈਐ, ਸੁਣ ਕੇ ਸਿੱਖ ਮਹਾਰਾਜ ਦਾ ਵਚਨ ਸਾਹਿਬ ਜੀ ਨੂੰ ਕਹਿੰਦੇ ਵੀ ਇਹੋ ਕਿਮ ਲਹੀ ਹੈ। ਮਹਾਰਾਜ ਜਿਹੜਾ ਸਮੇਂ ਤੋਂ ਚੁੱਕੇ ਹੋਏ ਆਉਣ ਵਾਲੀ ਗੱਲ ਹੈ, ਸਾਨੂੰ ਕਿਵੇਂ ਪਤਾ ਲੱਗੇ? ਇਹ ਕੀ ਆ? ਤੁਸੀਂ ਸਾਰੀ ਗੱਲ ਖੋਲ ਕੇ ਦੱਸੋ ਵੀ ਸਮੇਂ ਤੋਂ ਚੁੱਕਿਆ ਹੋਇਆ ਕਿਹਨੂੰ ਕਹਿੰਦੇ ਹਨ? ਸਮੋ ਚੁੱਕਿਓ ਕੇ ਕੋ ਪ੍ਰਭ ਕਹੀਐ, ਸਾਨੂੰ ਕਿਵੇਂ ਮਹਾਰਾਜ ਪਤਾ ਲੱਗੇ ਵੀ ਇਹ ਸਮੇਂ ਤੋਂ ਚੁੱਕ ਕੇ ਆਇਆ ਹੈ ਸਿੱਖ, ਦੇ ਸਮਾਂ ਚੁੱਕਿਆ ਹੋਇਆ ਕਿਹਨੂੰ ਕਹਿੰਦੇ ਹਨ? ਇਹ ਕਿਸ ਨੂੰ ਕਹੀਦਾ ਹੈ? ਇਹ ਸਾਨੂੰ ਨਹੀਂ ਮਹਾਰਾਜ ਪਤਾ, ਇਹ ਵੀ ਦੱਸਣਾ ਕਰੋ। ਇਸ ਕੋ ਜਾਨ ਕਰੇ ਪੁਨ ਤੈਸੇ, ਤੇ ਪਾਤਸ਼ਾਹ ਜੀ ਇਸ ਕੋ ਜਾਣ ਕਰੇ ਪੁਨ ਤੈਸੇ, ਜਿਵੇਂ ਤੁਸੀਂ ਦੱਸੋਗੇ ਸਾਨੂੰ ਪਤਾ ਲੱਗ ਜੇ ਵੀ ਸਮੇਂ ਤੋਂ ਚੁੱਕਿਆ ਹੋਇਆ ਕਿਹਨੂੰ ਕਹਿੰਦੇ ਹਨ, ਅਸੀਂ ਉਸੇ ਤਰ੍ਹਾਂ ਹੀ ਕਰਾਂਗੇ। ਹਿਤ ਕੋ ਕਰਨ ਆਪ ਕੋ ਜੈਸੇ, ਕਿਉਂਕਿ ਹਿਤ ਕੋ ਕਰਨ ਆਪ ਕੋ ਜੈਸੇ, ਜਿਵੇਂ ਆਪ ਜੀ ਨੂੰ ਮਹਾਰਾਜ ਸਾਡੇ ਹਿਤ ਦਾ ਸੰਕਲਪ ਫੁਰਿਆ, ਜਿਵੇਂ ਤੁਸੀਂ ਸਾਡਾ ਭਲਾ ਕਰਨ ਲਈ ਸਾਨੂੰ ਸਿੱਖਿਆ ਦੇਣੀ ਚਾਹੁੰਦੇ ਹੋ, ਆਪ ਮਹਾਰਾਜ ਸਾਨੂੰ ਸਮਝਾਓ ਚੰਗੀ ਤਰ੍ਹਾਂ। ਸਿੱਖ ਕਹਿੰਦੇ ਅਸੀਂ ਉਵੇਂ ਹੀ ਕਰਾਂਗੇ। ਦੋਹਰਾ ਫਰਮਾਇਓ ਸ੍ਰੀ ਬਦਨ ਤੇ, ਉਦੋਂ ਗੁਰੂ ਹਰਿ ਸਾਹਿਬ ਨੇ ਫਿਰ ਆਪਣੇ ਮੁਖੋਂ ਕਿਹਾ, ਕੀਤਿਓ ਸਮੋਹਾਰ, ਮਹਾਰਾਜ ਕਹਿੰਦੇ ਸਮੇਂ ਤੋਂ ਚੁੱਕਿਆ ਹੋਇਆ ਉਹਨੂੰ ਕਹਿੰਦੇ ਨੇ ਵੀ ਜਿਹੜਾ ਲੰਗਰ ਛਕਣ ਦਾ ਸਵੇਰੇ ਦੁਪਹਿਰੇ ਜਾਂ ਸ਼ਾਮ ਨੂੰ ਸਮਾਂ ਹੁੰਦਾ, ਉਸ ਸਮੇਂ ਤੋਂ ਜਿਹੜਾ ਅੱਗੋਂ ਪਿੱਛੋਂ ਹੋ ਜਾਵੇ, ਦੇਰ ਦੇ ਨਾਲ ਆਵੇ। ਸੁੰਦਤ ਸੇ ਪਿਆਇਓ ਤਬੈ, ਕਹਿੰਦੇ ਸਮਾਂ ਲੰਗਰ ਵਰਤਾਉਣ ਦਾ ਲੰਘ ਗਿਆ ਹੋਵੇ ਤੇ ਉਧਰੋਂ ਫਿਰ ਵੇਲੇ ਕੁਵੇਲੇ ਮਨੇਰੇ ਸਵੇਰੇ ਕੋਈ ਸਿੱਖ ਭੁੱਖਾ ਭੋਜਨ ਛਕਣ ਲਈ ਆ ਜਾਵੇ ਬਤਾਵੇ ਕਰ ਤਿਆਰ, ਤੇ ਉਹਨੂੰ ਉਸੇ ਵੇਲੇ ਭਾਵੇਂ ਭੋਜਨ ਤਿਆਰ ਨਾ ਹੋਵੇ, ਭੋਜਨ ਲੰਗਰ ਬਣਾ ਕੇ ਤਿਆਰ ਕਰਕੇ ਫਿਰ ਰਜਵਾਂ ਭੋਜਨ ਦਵੇ। ਜਿਵੇਂ ਇਹ ਵੀ ਹੁੰਦਾ ਨਾ ਕਈ ਵਾਰਾਂ ਜੇ ਕੋਈ ਅੱਗੋਂ ਪਿੱਛੋਂ ਆਵੇ ਵੀ ਕੋਈ ਇੱਕ ਅੱਧਾ ਪ੍ਰਸ਼ਾਦਾ ਨਹੀਂ, ਮਹਾਰਾਜ ਕਹਿੰਦੇ ਜਿਹੜੇ ਟਾਈਮੋਂ ਬਟਾਈਮ ਆਉਣਾ ਹੈ ਇਹਨੂੰ ਸਮਾਂ ਚੁੱਕਿਆ ਕਹਿੰਦੇ ਨੇ। ਵੀ ਜਿਸ ਵੇਲੇ ਲੰਗਰ ਵਰਤ ਚੁੱਕਾ ਹੋਵੇ, ਜੇ ਕੋਈ ਉਹ ਤੋਂ ਬਾਅਦ ਵੀ ਆ ਜਾਵੇ, ਪਾਤਸ਼ਾਹ ਕਹਿੰਦੇ ਜੇ ਕੋਈ ਭੁੱਖਾ ਸਿੱਖ ਹੋਵੇ ਉਸ ਆਏ ਹੋਏ ਨੂੰ ਉਸੇ ਵੇਲੇ ਭੋਜਨ ਤਿਆਰ ਕਰਕੇ ਤੇ ਛਕਾਵੇ ਤੇ ਰਜਾਉਣਾ ਕਰੇ। ਜੋ ਪਈ ਉਸ ਸੇਵਾ ਮੈਂ ਪ੍ਰੇਮ ਵਿਸਾਰ, ਜਿਹੜਾ ਐਸਾ ਟਾਈਮੋਂ ਬਟਾਈਮ ਆਏ ਦੀ ਸੇਵਾ ਕਰਨੀ ਹੈ, ਬਹੁਤਾ ਪ੍ਰੇਮ ਹੈ ਇਹਦੇ ਵਿੱਚ। ਤਿਆਰ ਪੁੰਨ ਦੇ ਹਿਤ ਨਾਲ, ਪਾਤਸ਼ਾਹ ਜੀ ਕਹਿੰਦੇ ਕਰੇ ਤਿਆਰ ਪੁੰਨ ਦੇ ਹਿਤ ਨਾਲ, ਪੁੰਨ ਲੈਣ ਵਾਸਤੇ ਜੀਵਨ ਸਫਲ ਕਰਨ ਦੇ ਲਈ ਪ੍ਰੇਮ ਦੇ ਨਾਲ ਕਹਿੰਦੇ ਟਾਈਮੋਂ ਬਟਾਈਮ ਆਏ ਨੂੰ ਭੋਜਨ ਤਿਆਰ ਕਰਕੇ ਛਕਾਏ। ਇਹ ਨਾ ਆਖੇ ਵੀ ਕਿੱਧਰ ਮੂੰਹ ਚੱਕੀ ਆ ਗਿਆ ਵੀ ਆਹ ਤੇਰਾ ਕਿਹੜਾ ਵੇਲਾ ਹੈ ਲੰਗਰ ਵਿੱਚ। ਪਾਤਸ਼ਾਹ ਕਹਿੰਦੇ ਜਿਹਨੇ ਸਾਡੀ ਖੁਸ਼ੀ ਲੈਣੀ ਹੈ ਨਾ, ਬਹੁਤੀ ਜ਼ਿਆਦੀ ਜੇ ਕਿਰਪਾ ਲੈਣੀ ਹੈ, ਤੇ ਫਿਰ ਇਵੇਂ ਸਮੇਂ ਤੋਂ ਅੱਗੋਂ ਪਿੱਛੋਂ ਆਏ ਨੂੰ ਬਹੁਤੇ ਪ੍ਰੇਮ ਦੇ ਨਾਲ, ਬਹੁਤੇ ਸਤਿਕਾਰ ਦੇ ਨਾਲ ਬਿਠਾ ਕੇ ਭੋਜਨ ਛਕਾਵੇ। ਸਮੇਂ ਅਤਿਤ ਸਿਖਿਆਵੇ, ਐਵੇਂ ਚੁੱਕੇ ਹੋਏ ਲੰਘੇ ਹੋਏ ਲੰਗਰ ਦੇ ਸਮੇਂ ਵਰਤਾਉਣ ਦੇ ਤੋਂ ਬਾਅਦ ਕੋਈ ਅਤਿਥੀ ਆ ਜਾਵੇ, ਕੋਈ ਗਰੀਬ ਗੁਰਬਾ, ਕੋਈ ਅਣਮਤੀ ਆ ਜਾਵੇ, ਗੁਰੂ ਕਾ ਸਿੱਖ ਆ ਜਾਵੇ, ਭਾਉ ਭਗਤ ਸੋ ਤਿਸ ਤ੍ਰਿਪਤਾਵੇ, ਪ੍ਰੇਮਾ ਭਗਤੀ ਦੇ ਨਾਲ ਮਹਾਰਾਜ ਕਹਿੰਦੇ ਪਿਆਰ ਨਾਲ ਸੇਵਾ ਕਰਕੇ ਉਹਨੂੰ ਤ੍ਰਿਪਤ ਕਰ ਦੇਵੇ, ਰਜਾ ਕੇ ਭੋਜਨ ਛਕਾਵੇ। ਅਸ ਸੇਵਾ ਮੈਂ ਕਰੂੰ ਪਰਮਾਨ, ਇਹ ਗੁਰ ਸਿੱਖੋ ਜਿਹੜੀ ਇਹੋ ਜੀ ਸੇਵਾ ਕਰਨੀ ਹੈ ਨਾ, ਉਹ ਮਹਾਰਾਜ ਕਹਿੰਦੇ ਮੈਂ ਪ੍ਰਵਾਨ ਕਰਦਾ, ਮੈਨੂੰ ਉਹ ਸੇਵਾ ਚੰਗੀ ਲੱਗਦੀ ਹੈ। ਮੁਝ ਕੋ ਤ੍ਰਿਪਤ ਸੋ ਕਰੇ ਮਾਨ, ਤੇ ਇਹ ਸਮਝ ਲਓ ਵੀ ਜਿਹੜਾ ਸਮੇਂ ਤੋਂ ਅੱਗੋਂ ਪਿੱਛੋਂ ਆਏ ਨੂੰ ਰਜਾਉਣਾ ਹੈ, ਉਹ ਮੈਨੂੰ ਰਜਾਉਣਾ ਹੈ। ਜਿਹੜਾ ਟਾਈਮੋਂ ਬਟਾਈਮ ਆਏ ਸਿੱਖ ਨੂੰ ਵੀ ਖਾਲੀ ਨਹੀਂ ਜਾਣਾ ਤੇ ਪਿਆਰ ਨਾਲ ਭੋਜਨ ਛਕਾਉਣਾ। ਗੁਰੂ ਹਰਿ ਸਾਹਿਬ ਕਹਿੰਦੇ ਵੀ ਇਹ ਨਾ ਸਮਝਿਓ ਵੀ ਅਸੀਂ ਕਿਸੇ ਸਿੱਖ ਨੂੰ ਛਕਾ ਰਹੇ ਹਾਂ, ਕਿਸੇ ਗਰੀਬ ਨੂੰ, ਇਹ ਸਮਝ ਲਿਓ ਵੀ ਅਸੀਂ ਗੁਰੂ ਆਪਣੇ ਨੂੰ ਭੋਜਨ ਛਕਾ ਰਹੇ ਹਾਂ। ਗੁਰੂ ਹਰਿ ਸਾਹਿਬ ਜੀ ਕਹਿੰਦੇ ਵੀ ਉਹ ਸਾਨੂੰ ਪਹੁੰਚਦਾ। ਇੱਦਾਂ ਵੀ ਇਤਿਹਾਸ ਵਿੱਚ ਹੋਰ ਥਾਂ ਵਚਨ ਲਿਖਿਆ ਹੁੰਦਾ ਵੀ ਗੁਰਾਂ ਕਿਹਾ ਵਹੀ ਸਾਡਾ ਸਿੱਖ ਹੈ, वही हमारा लंगर है जिसमें वक्त से कुथों की सेवा होती है। भी वो साडा सिख है, वो साडा लंगर है
ਜਿੱਥੇ ਸਮੇਂ ਤੋਂ ਵੇਲਿਓਂ ਕਵੇਲੇ ਆਏ ਹੋਏ ਲੋੜਵੰਦਾਂ ਦੀ ਵੀ ਸੇਵਾ ਪ੍ਰੇਮ ਨਾਲ ਕੀਤੀ ਜਾਂਦੀ ਹੈ। ਤੇ ਇੱਥੇ 7ਵੇਂ ਪਾਤਸ਼ਾਹ ਜੀ ਇਹੀ ਕਹਿ ਰਹੇ ਨੇ ਵੀ ਜਿਹੜਾ ਵੀ ਸਮੇਂ ਤੋਂ ਅੱਗੋਂ ਪਿੱਛੋਂ ਆਏ ਨੂੰ ਪ੍ਰੇਮ ਨਾਲ ਭੋਜਨ ਛਕਾਉਂਦਾ ਉਹ ਸੇਵਾ ਸਾਨੂੰ ਪ੍ਰਵਾਨ ਹੈ, ਅਤੇ ਫਿਰ ਉਹ ਸਮਝ ਲੈ ਵੀ ਉਹ ਸਿੱਖ ਨੂੰ ਨਹੀਂ ਖਵਾ ਰਿਹਾ, ਉਹ ਮੈਨੂੰ ਹੀ ਰਜਾ ਰਿਹਾ ਹੈ, ਮੇਰੀ ਸੇਵਾ ਕਰ ਰਿਹਾ ਏ। ਅਤ ਪ੍ਰਸੰਨ ਮੈਂ ਤਿਸ ਪਰ ਹੋਵਾਂ। ਤੇ ਫਿਰ ਉਹਦੇ ਤੇ ਮੈਂ ਬਹੁਤ ਹੀ ਜ਼ਿਆਦਾ ਗੁਰੂ ਹਰਿ ਸਾਹਿਬ ਕਹਿੰਦੇ ਖੁਸ਼ ਹੋਵਾਂਗਾ ਜਿਹੜਾ ਏਦਾਂ ਸਾਡਾ ਵਚਨ ਕਮਾਵੇਗਾ। ਮਰਨ ਕੇ ਸੰਕਟ ਖੋਵਾਂ। ਤੇ ਜੰਮਣ ਮਰਨ ਦੇ ਉਹਦੇ ਜਿਹੜੇ ਸੰਕਟ ਨੇ, ਬਿਪਤਾ ਨੇ, ਦੁੱਖ ਨੇ, ਸਾਰੇ ਦੂਰ ਕਰ ਦਿਆਂਗਾ। ਪਲਤ ਮੈਂ ਰੋ ਸਾਹਿਬ। ਲੋਕ ਪਰਲੋਕ ਵਿੱਚ ਮਹਾਰਾਜ ਕਹਿੰਦੇ ਮੈਂ ਉਹਦਾ ਸਹਾਈ ਹੋਵਾਂਗਾ ਜੋ ਸਾਡਾ ਬਚਨ ਮੰਨੇਗਾ। ਦੇ ਕਰ ਬਿਗਨ ਨਸਾਇਕ। ਅਤੇ ਅਨੇਕਾਂ ਹੀ ਜਿਹੜੇ ਬਿਗਨ ਆਏ ਨੇ ਉਹ ਨਾਸ਼ ਕਰਕੇ ਹਰ ਤਰ੍ਹਾਂ ਕਰਕੇ ਮੈਂ ਆਪਣੇ ਸਿੱਖਾਂ ਦੀ ਸੇਵਾ ਕਰੂੰ ਜਿਹੜਾ ਮੇਰਾ ਬਚਨ ਮੰਨੂਗਾ। ਸੇਵਤ ਸਿਮਰਤ ਹਰ ਨਾਮ। ਇਸ ਤਰ੍ਹਾਂ ਸੇਵਕ ਇਮ ਸੇਵਤ ਸਿਮਰਤ ਹਰ ਨਾਮ, ਜਿਹੜੇ ਸੇਵਾ ਕਰਦੇ ਨੇ ਅਤੇ ਸਦਾ ਹਰ ਨਾਮ ਸਤਿਨਾਮ ਵਾਹਿਗੁਰੂ ਸਿਮਰਦੇ ਹਨ। ਸਤ ਸੰਗਤ ਤੇ ਪਾਵਨ ਧੰਮ। ਅਤੇ ਸਤ ਸੰਗਤ ਦੇ ਆਪਣੇ ਘਰ ਦੇ ਵਿੱਚ ਚਰਨ ਪਵਾ ਕੇ ਤੇ ਸੇਵਾ ਕਰਦੇ ਸਿਮਰਨ ਕਰਦੇ ਨੇ, ਉਹਨਾਂ ਦਾ ਘਰ ਪਵਿੱਤਰ ਹੋ ਜਾਂਦਾ ਹੈ। ਸਿੱਖ ਮੋਏ ਕੋ ਪਿਆਰੋ। ਉਹ ਸਿੱਖ ਮਹਾਰਾਜ ਕਹਿੰਦੇ ਮੈਨੂੰ ਪਿਆਰਾ ਏ, ਮੈਨੂੰ ਚੰਗਾ ਲੱਗਦਾ ਏ। ਸਵਾਸ ਮੈਂ ਸਦਾ ਸਮਾਰ। ਸਵਾਸ ਸਵਾਸ ਗੁਰੂ ਹਰਿ ਸਾਹਿਬ ਕਹਿੰਦੇ ਉਹਨਾਂ ਸਿੱਖਾਂ ਨੂੰ ਮੈਂ ਸੰਭਾਲਦਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਵੀ ਸਵਾਸ ਸਵਾਸ ਉਹਨਾਂ ਸਿੱਖਾਂ ਦੀ ਮੈਂ ਸੰਭਾਲ ਕਰਦਾ ਜਿਹੜੇ ਇੱਦਾਂ ਟਾਈਮੋਂ ਬਟਾਈਮ ਆ ਕੇ ਵੀ ਸੇਵਾ ਕਰਦੇ ਨੇ। ਟਾਈਮੋਂ ਬਟਾਈਮ ਆਏ ਨੂੰ ਵੀ ਮਹਾਰਾਜ ਕਹਿੰਦੇ ਲੰਗਰ ਛਕਾਉਂਦੇ ਹਨ, ਸੇਵਾ ਕਰਦੇ, ਸਿਮਰਨ ਕਰਦੇ, ਪ੍ਰੇਮਾ ਭਗਤੀ ਕਰਦੇ, ਸੰਗਤ ਦੇ ਚਰਨ ਘਰ ਵਿੱਚ ਪਵਾਉਂਦੇ ਨੇ। ਬਸੀ ਰਹੋ ਤਿਸ ਕੇ ਸੰਗ ਹੋਏ। ਤੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਦੇ ਸਦਾ ਹੀ ਅੰਗ ਸੰਗ ਰਹਿੰਦਾ ਤੇ ਉਹਨਾਂ ਗੁਰਸਿੱਖਾਂ ਦੇ ਵਸ ਵਿੱਚ ਰਹਿਣਾ ਹਾਂ। ਜਿਹੜਾ ਵੀ ਪ੍ਰੇਮ ਦੀ ਰੱਸੀ ਦੇ ਨਾਲ ਮੈਨੂੰ ਖਿੱਚਦਾ ਹੈ, ਮੈਂ ਉਹ ਖਿੱਚਿਆ ਹੋਇਆ ਉਹਦੇ ਕੋਲ ਜਾਂਦਾ ਉਸੇ ਵੇਲੇ। ਸੰਗਤ ਕੀਨੀ ਅਰਦਾਸ। ਸੁਣ ਕੇ ਸਾਰੀ ਸੰਗਤ ਨੇ ਮਹਾਰਾਜ ਦਾ ਬਚਨ ਤੇ ਅਰਦਾਸ ਕੀਤੀ। ਮਹਾਰਾਜ ਸਾਡੀ ਕਲਿਆਣ ਦੀਆਂ ਸਭ ਵਿਧੀਆਂ ਢੰਗ ਤਰੀਕੇ ਆਪ ਜੀ ਦੇ ਪਾਸ ਨੇ, ਜਿਵੇਂ ਸਾਡੀ ਕਲਿਆਣ ਹੋਵੇ। ਜਿਹਨੂੰ ਆਪਣਾ ਸੇਵਕ ਜਾਣਦੇ ਹੋ, ਜਿਹਦੇ ਤੇ ਮਹਾਰਾਜ ਦਾਸ ਜਾਣ ਕੇ ਕਿਰਪਾ ਕਰ ਦਿੰਦੇ ਹੋ, ਉਹਨੂੰ ਹੀ ਮਹਾਰਾਜ ਸੇਵਾ ਕਰਨ ਦਾ ਢੰਗ ਤਰੀਕਾ ਦੱਸ ਕੇ ਸੇਵਾ ਦਾ ਦਾਨ ਦਿੰਦੇ ਹੋ ਆਪ। ਮਹਾਰਾਜ ਅਸੀਂ ਅਲਪੱਗ ਛੋਟੀ ਮੱਤ ਵਾਲੇ ਜੀਵ ਤੁਹਾਡੀ ਚਰਨ ਸ਼ਰਨ ਆਏ ਹਾਂ। ਤੇ ਤੁਹਾਡੀ ਜਿਹੜੀ ਕਿਰਪਾ ਹੈ ਉਹ ਸਾਡੇ ਅਰਗਿਆਂ ਮਹਾਰਾਜ ਗਰੀਬਾਂ ਨਾਥਾਂ ਦੇ ਸੰਕਟਾਂ ਨੂੰ ਨਾਸ਼ ਕਰਨ ਵਾਲੀ ਹੈ। ਤੇ ਜਿਹਦੇ ਤੇ ਤੁਸੀਂ ਖੁਸ਼ ਹੁੰਦੇ ਹੋ ਉਹਨੂੰ ਆਪਣੇ ਮਹਾਰਾਜ ਪ੍ਰੇਮਾ ਭਗਤੀ ਦੇ ਐਸੀ ਸੇਵਾ ਦਾ ਦਾਨ ਦਿੰਦੇ ਹੋ। ਇਸ ਤਰ੍ਹਾਂ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ, ਜਿਵੇਂ ਭਾਈ ਗੋਂਦੇ ਜੀ ਨੂੰ ਨਿਹਾਲ ਕੀਤਾ, ਜਿਵੇਂ ਹੁਣ ਇੱਥੇ ਆਈਆਂ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਕੇ ਲੰਗਰ ਦੀ ਮਰਿਆਦਾ ਦੱਸ ਕੇ ਨਿਹਾਲ ਕਰ ਰਹੇ ਨੇ। ਵੀ ਜਿਹੜਾ ਸਾਡੇ ਕਹੇ ਅਨੁਸਾਰ ਜੋ ਅਸੀਂ ਇਹ ਵਚਨ ਕਹਿਦੇ ਜੋ ਇਤਿਹਾਸ ਵਿੱਚ ਆਏ ਨੇ ਇਹਨਾਂ ਮੁਤਾਬਕ ਚੱਲਦਾ ਏ, ਉਹਦੇ ਅਸੀਂ ਅੰਗ ਸੰਗ ਰਹਿੰਦੇ ਹਾਂ ਤੇ ਉਹਦੇ ਵਸ ਵੀ ਰਹਿੰਦੇ। ਜਿੱਥੇ ਚੇਤਾ ਕਰੇ ਅਸੀਂ ਉਹਦੇ ਕੋਲ ਝਾਟੀ ਪਹੁੰਚ ਜਾਂਦੇ ਹਾਂ, ਉਸੇ ਵੇਲੇ ਹਾਜ਼ਰ ਨਾਜ਼ਰ ਹੁੰਦੇ ਹਾਂ, ਉਹਨਾਂ ਗੁਰਸਿੱਖਾਂ ਦੇ ਅੰਗ ਸੰਗ ਸਹਾਈ ਹੁੰਦੇ ਹਾਂ ਜਿਹੜੇ ਪ੍ਰੇਮ ਭਾਵਨਾ ਨਾਲ ਸੇਵਾ ਕਰਨ, ਸਿਮਰਨ ਕਰਨ, ਨੇਕ ਕਮਾਈ ਕਰਦਿਆਂ ਹੋਇਆਂ ਧਰਮ ਦਾ ਰਸਤਾ ਨਾ ਜਿਹੜੇ ਛੱਡਣ। ਸੋ ਇਹ ਗੁਰੂ ਸਾਹਿਬ ਗੁਰੂ ਹਰਿ ਸਾਹਿਬ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ੇ ਨੇ। ਮਹਾਰਾਜ ਦੇ ਪਵਿੱਤਰ ਇਤਿਹਾਸ ਨੂੰ ਕਹਿੰਦਿਆਂ ਸੁਣਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ ਦੇਣੀ। ਗੁਰੂ ਸਾਹਿਬ ਗੁਰੂ ਕੀ ਸੰਗਤ ਸਦਾ ਹੀ ਬਖਸ਼ਣਹਾਰ ਹੈ। ਜਿਸ ਪਰ ਕਿਰਪਾ ਜਨ ਜਾਨ, ਤਿਸ ਕੋ ਦੇਤੇ ਸੇਵਾ ਦਾਨ। ਅਮਿਆਲ ਪਗ ਜੀਵ ਤੁਮ ਸ਼ਰਨੀ, ਕਿਰਪਾ ਆਪ ਕੀ ਸੰਕਟ ਟਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ
हे दयाल लाल प्राणनाथ अनाथ सखे दीन दर्द निवार हे समराथ अगम पूरन मोहे मया तार अंधकोप महापयान नानक पार आए प्रभु शरणागति कृपा विद दयाल एक अखर हर मन बसत नानक होत निहाल वाहिगुरु नाम जहाज है चढ़े सो तरे पार जो शरदा कर सेवंद वाहिगुरु पार उतारना जो शरदा कर सेवंद वाहिगुरु पार उतारना वाहिगुरु जी का खालसा वाहिगुरु जी की फतेह सत श्री अकाल वाहिगुरु जी की फतेह।